रेडियो वॉइस ऑफ खालसा TV ASP ਤੇ ਆਪ ਸਾਰਿਆਂ ਦਾ ਨਿੱਘਾ ਸਵਾਗਤ ਹੈ। ਜਸਵੀਰ ਸਿੰਘ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਦੀਵੇ ਦੀ ਲੋ ਲੈ ਕੇ ਅਸੀਂ ਹਾਜ਼ਰ ਹਾਂ। ਨਰਿੰਦਰ ਸਿੰਘ ਹਰ ਹਫ਼ਤੇ ਦੀ ਤਰ੍ਹਾਂ ਮੇਰੇ ਨਾਲ ਜੁੜ ਚੁੱਕੇ ਆ। ਨਰਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵੀਰ ਸਿੰਘ ਜੀ, ਤੁਹਾਨੂੰ ਜਿੰਨੇ ਵੀਰ ਭੈਣ ਜੁੜਿਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰੋਤਿਓ ਅਤੇ ਦਰਸ਼ਕੋ, ਸਾਡਾ ਅੱਜ ਦਾ ਜਿਹੜਾ ਵਿਸ਼ਾ ਆ ਕਿ ਕੀ ਆਪਣੇ ਹੱਕ ਮੰਗਣੇ ਜਾਂ ਜ਼ੁਲਮ ਦੇ ਖਿਲਾਫ ਜਿਹੜਾ ਲੜਨਾ ਆ, ਕੀ ਉਹ ਅੱਤਵਾਦ ਆ? ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ। ਸਾਡੀਆਂ ਫੋਨ ਲਾਈਨਸ ਵੀ ਖੁੱਲ੍ਹੀਆਂ, ਵਟਸਐਪ ਲਾਈਨ ਵੀ ਖੁੱਲ੍ਹੀ ਹੈਗੀ ਆ। ਜੇ ਤੁਸੀਂ ਕੋਈ ਵੀ ਆਪਣਾ ਕਾਮੈਂਟ ਕਰਨਾ ਹੋਵੇ ਤਾਂ ਤੁਸੀਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ। ਫੇਸਬੁੱਕ ਦੇ ਪੇਜ ਰੇਡੀਓ ਵੌਇਸ ਆਫ ਖਾਲਸਾ 'ਤੇ ਲਾਈਵ ਅਸੀਂ ਕਰ ਰਹੇ ਹੈਗੇ ਹਾਂ ਇਸ ਵੇਲੇ, ਉੱਥੇ ਵੀ ਤੁਸੀਂ ਕਾਮੈਂਟ ਦੇ ਸਕਦੇ ਹੈਗੇ ਆ। ਅਤੇ ਬੇਨਤੀ ਹੈ ਕਿ ਜੇ ਤੁਹਾਨੂੰ ਸਾਡੇ ਪ੍ਰੋਗਰਾਮ ਜਿਹੜੇ ਆ ਵਧੀਆ ਲੱਗਦੇ ਆ ਅਤੇ ਸ਼ੇਅਰ, ਲਾਈਕ ਅਤੇ ਕਾਮੈਂਟ ਜ਼ਰੂਰ ਕਰਿਆ ਕਰੋ YouTube ਚੈਨਲ 'ਤੇ ਜਾ ਕੇ ਵੀ। ਸੋ ਨਰਿੰਦਰ ਸਿੰਘ ਜੀ, ਕਿੱਥੋਂ ਸ਼ੁਰੂ ਗੱਲ ਕਰੀਏ? ਅੱਤਵਾਦ ਜਿਹੜਾ ਉਹ ਕੀ ਹੁੰਦਾ, ਅਤੇ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜਦੇ ਹੈਗੇ ਆ ਉਹਨਾਂ ਨੂੰ ਜਦੋਂ ਅੱਤਵਾਦੀ ਕਿਹਾ ਜਾਂਦਾ, ਅਤੇ ਇਹਦੇ ਕੀ ਅਰਥ ਕੱਢਣੇ ਚਾਹੀਦੇ ਸਾਨੂੰ? ਬਿਲਕੁਲ ਜਸਵੀਰ ਸਿੰਘ ਜੀ, ਆਪਾਂ ਜੇ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ, ਸਾਡੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਇਸ ਰਸਤੇ 'ਤੇ ਤੋਰਿਆ ਕਹਾਂਗੇ ਅਸੀਂ, ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆ ਦੇ ਕੋਨੇ ਵਿੱਚ ਆ, ਅਤੇ ਆਪਣੀ ਜੋ ਉਹਨਾਂ ਨੇ ਇੱਕ ਸਾਡੀ ਹੋਂਦ ਬਣਾਈ ਸੱਚ ਦੇ ਰਾਹ 'ਤੇ ਤੁਰਨ ਵਾਲੀ, ਉਹਦੇ ਉੱਤੇ ਚੱਲਦੇ ਦੁਨੀਆ 'ਤੇ ਥਾਂ 'ਤੇ ਆਪਣੀ ਜੋ ਉਹਨਾਂ ਦੇ ਗੁਣ ਸੀ ਸਾਨੂੰ ਦਿੱਤੇ, ਉਹਨਾਂ ਦਾ ਅਸੀਂ ਜਿਵੇਂ ਕਿਹਾ ਸੀ ਗੁਰੂ ਸਾਹਿਬ ਨੇ ਵੰਡ ਕੇ ਛਕਣਾ। ਸਾਡੇ ਸਾਹਮਣੇ ਹੀ ਆ, ਜਿਵੇਂ ਸਾਡੀਆਂ NGOs ਵਗੈਰਾ ਜਾਂ ਹੋਰ ਆ, ਅਸੀਂ ਹਰ ਤਰ੍ਹਾਂ ਚਾਹੇ ਜ਼ੁਲਮ ਦੇ ਖਿਲਾਫ ਆ, ਚਾਹੇ ਕੋਈ ਮਨੁੱਖਤਾ ਦੀ ਸੇਵਾ, ਉਸੇ ਤਰ੍ਹਾਂ ਅਸੀਂ ਉਹਨਾਂ ਦੀਆਂ ਜੋ ਸਿੱਖਿਆਵਾਂ ਨੂੰ ਲੈ ਕੇ ਵਿਚਰ ਰਹੇ ਹਾਂ, ਜੋ ਰਸਤਾ ਬਣਾਇਆ। ਜੋ ਅਸੀਂ ਅੱਤਵਾਦ ਦੀ ਗੱਲ ਕਰਨੀ ਆ, ਉਹ ਵੀ ਜੇ ਦੇਖੀਏ ਉਸ ਟਾਈਮ ਵੀ ਉਹ ਅੱਤਵਾਦ ਹੀ ਸੀ, ਪਰ ਕਹਿੰਦੇ ਹੁੰਦੇ ਕਈ ਵਾਰ ਨਾਂ ਉਦੋਂ ਦਿੱਤੇ ਜਾਂਦੇ ਆ ਜਦੋਂ ਕਿਸੇ ਨੂੰ ਡੀਗਰੇਡ ਕਰਨਾ ਹੋਵੇ। ਉਦੋਂ ਜੇ ਹੁਣ ਗੁਰੂ ਨਾਨਕ ਦੇਵ ਜੀ ਦੇ ਹਿਸਾਬ ਨਾਲ ਤਾਂ ਫਿਰ ਬਾਬਰ ਅੱਤਵਾਦੀ ਸੀਗਾ, ਜੇ ਆਪਾਂ ਅਸਲ ਅੱਤਵਾਦ ਦੀ ਤਸਵੀਰ ਦੇਖਣੀ ਹੋਵੇ। ਜੋ ਉਸ ਤੋਂ ਉਦੋਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਉਹਨਾਂ ਨੂੰ ਕਿਉਂ ਉਹ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕਣੀ ਪਈ? ਇਸ ਦਾ ਮਤਲਬ ਤਾਂ ਜੇ ਉਹਨਾਂ ਨੇ ਜ਼ੁਲਮਾਂ ਦੇ ਖਿਲਾਫ ਜਿਹੜੇ ਉਹ ਜ਼ੁਲਮ ਕਰ ਰਹੇ ਸੀ, ਜੇ ਆਪਾਂ ਉਹਨਾਂ ਤੋਂ ਸ਼ੁਰੂ ਕਰ ਲਈਏ, ਫਿਰ ਤਾਂ ਬਾਬਰ ਦੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਦੇਵ ਜੀ ਵੀ ਇੱਕ ਅੱਤਵਾਦੀ ਸੀ ਉਹਨਾਂ ਦੀਆਂ ਨਜ਼ਰਾਂ 'ਚ। ਜਿਹੜਾ ਵੀ ਜ਼ੁਲਮ ਦੇ ਖਿਲਾਫ ਗੱਲ ਕਰੂਗਾ ਜਾਂ ਆਪਣੇ ਹੱਕਾਂ ਦੀ ਗੱਲ ਕਰੂਗਾ, ਉਹ ਅੱਤਵਾਦੀ ਆ? ਨਹੀਂ, ਅੱਤਵਾਦੀ ਹੁੰਦੇ ਵੀ ਆਪਾਂ ਇਹ ਵੀ ਨਹੀਂ ਅੱਤਵਾਦ ਹੈ। ਆਪਾਂ ਹੁਣ ISI ਦੇਖੀਏ, ਜਿਹੜੇ ਬੇਕਸੂਰ ਲੋਕਾਂ ਨੂੰ ਫੜ ਕੇ ਮਾਰਨਾ, ਆਪਾਂ ਚਲੋ ਭਾਰਤ ਵਿੱਚ ਵੀ ਕਹਿ ਲਓ ਠੀਕ ਆ, ਜੇ ਕਿਸੇ ਨਾਲ ਕੋਈ ਘੱਟ ਗਿਣਤੀ ਨਾਲ ਹੋਇਆ, ਜਿਵੇਂ ਅਸੀਂ ਆਪਣੀ ਕੌਮ ਦਾ ਦੇਖਦੇ ਹਾਂ, ਜੇ ਸਾਡੇ ਨਾਲ ਧੱਕਾ ਹੋਇਆ ਅਸੀਂ ਆਮ ਲੋਕਾਂ ਨੂੰ ਫੜ ਨਹੀਂ ਮਾਰਿਆ। ਜੋ ਸਾਡੇ ਟਾਰਗੇਟ ਸੀ, ਜੇ ਉਹਨਾਂ ਨੂੰ ਮਾਰਨ ਕਰਕੇ ਵੀ ਸਾਨੂੰ ਅੱਤਵਾਦੀ ਕਿਹਾ ਗਿਆ। ਜਿਵੇਂ ਅੱਜ ਵੀ ਅਸੀਂ ਹਿੰਦੁਸਤਾਨ 'ਚ ਸ਼ਰੇਆਮ ਅਸੀਂ ਕਹਿੰਦੇ ਹਾਂ ਸਰਕਾਰੀ ਅੰਕੜਿਆਂ ਦੇ ਨਾਲ ਗਿਣ ਲਿਓ, ਜਦੋਂ ਮਰਜ਼ੀ ਗਿਣ ਲਿਓ, ਜਿੱਥੇ ਮਰਜ਼ੀ ਬਿਠਾ ਕੇ ਗਿਣ ਲਿਓ। ਜੇ ਬਾਹਰਲੀ ਗੱਲ ਛੱਡ ਵੀ ਦਈਏ ਵੀ ਜਿਹੜੀ ਹਿੰਦੂਤਵਾ ਨੇ ਸਿੱਖੀ ਦਾ ਘਾਣ ਕੀਤਾ ਸਾਡਾ 84 'ਚ ਕਹਿ ਲਓ, ਜਾਂ ਮੁਸਲਮਾਨਾਂ ਦਾ ਵੀ ਘਾਣ ਕੀਤਾ ਉੱਥੇ, ਉਹ ਤਾਂ ਹਜ਼ਾਰਾਂ ਗੁਣਾ ਵੱਧ ਆ ਜੇ ਆਪਾਂ ਇੱਕ ਘੱਟ ਗਿਣਤੀਆਂ ਵੱਲੋਂ ਕੀਤੇ ਕਤਲ। ਪਰ ਉਹ ਦੇਸ਼ ਭਗਤ ਨੇ ਤੇ ਅਸੀਂ ਅੱਤਵਾਦੀਆਂ। ਜੇ ਆਪਾਂ ਉਹ ਵੀ ਲਾ ਲਈਏ, ਉਹਨੂੰ ਸਾਈਡ 'ਤੇ ਵੀ ਰੱਖ ਲਈਏ, ਜਿਹੜਾ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਜਿਹੜਾ ਘਾਣ ਹੋਇਆ ਉੱਥੇ ਮਨੁੱਖਤਾ ਦਾ। ਜੇ ਆਪਾਂ ਪੰਜਾਬ ਦੀ ਗੱਲ ਵੀ ਕਰ ਲਈਏ, ਜਿਹੜੇ ਅੰਕੜੇ ਸਰਕਾਰੀ ਅੰਕੜਿਆਂ ਅਨੁਸਾਰ ਵੀ ਜਿਹੜੇ ਉਹਨਾਂ ਨੇ ਬੇਦੋਸ਼ੇ ਲੋਕਾਂ ਨੂੰ ਮਾਰਿਆ, ਤੇ ਜੇ ਆਪਾਂ ਜਿਹੜੇ ਖਾੜਕੂਆਂ ਦੇ ਨਾਂ ਲੱਗੇ ਨੇ, ਚਾਹੇ ਉਹ ਨਾਂ ਵੀ ਲੱਗੇ ਨੇ ਕਿਸੇ ਹੋਰ ਨੇ ਵੀ ਮਾਰੇ ਨੇ, ਜੇ ਉਹਨਾਂ ਨੂੰ ਵੀ ਕਾਊਂਟ ਵਿੱਚ ਹੀ ਕਰ ਲਈਏ ਤਾਂ ਜਿਹੜਾ ਬੇਦੋਸ਼ੇ ਸਰਕਾਰੀ ਜਿਹੜਾ ਅੱਤਵਾਦ ਸੀ ਜਿਹੜੇ ਉਹਨੇ ਮਾਰਿਆ, ਉਹਨਾਂ ਦੀ ਗਿਣਤੀ ਮੈਂ ਪੂਰੀ ਆਪਣੀ ਹੋਸ਼ੋ-ਹਵਾਸ ਦੇ ਨਾਲ ਕਹਿਣਾ ਵੀ ਵੱਧ ਹੋਊਗੀ। ਫਿਰ ਅੱਤਵਾਦ ਕਿਹੜਾ ਹੋਇਆ? ਜਿਹੜਾ ਆਮ ਲੋਕ ਜਿਹੜੇ ਸੀਗੇ ਸੰਘਰਸ਼ਾਂ ਲਈ ਤੁਰੇ, ਜਾਂ ਉਹ ਅੱਤਵਾਦ ਸੀਗਾ ਜਿਹੜੇ ਉਹ ਵੀ, ਜੇ ਆਪਾਂ ਕਹਿੰਦੇ ਬੇਦੋਸ਼ੇ ਲੋਕਾਂ ਨੂੰ ਮਾਰਦੇ ਅੱਤਵਾਦੀ। ਕਿਉਂਕਿ ਜਿਹੜੇ ਹੁਣ ਬੇਦੋਸ਼ੇ ਖਾਲੜਾ ਸਾਹਿਬ ਦੀਆਂ ਰਿਪੋਰਟਾਂ ਨੇ, ਜੇ ਉਹ ਤਾਂ ਫਿਰ ਪੁਲਿਸ ਦੇ ਪੱਲੇ ਵੱਧ ਪੈਂਦੇ ਵੀ ਉਹ ਪੁਲਿਸ ਵਾਲਿਆਂ ਨੇ ਵੱਧ ਮਾਰਿਆ। ਉੱਥੋਂ ਆਪਾਂ ਦੇਖਣਾ ਵੀ ਅਸੀਂ ਆਪਣੇ ਆਪ ਨੂੰ ਕਿਵੇਂ ਡਰਾ ਕੇ ਰੱਖਦੇ ਹਾਂ ਇਸ ਅੱਤਵਾਦ ਦੇ ਹੂਏ ਥੱਲੇ। ਅੱਤਵਾਦ ਮੇਨ ਸਾਡਾ ਇਹੀ ਅੱਜ ਵਿਸ਼ਾ ਵੀ ਅੱਤਵਾਦ ਹੁੰਦਾ ਕੀ ਆ। ਅਸੀਂ ਕਈ ਵਾਰ ਇੱਕ ਮਾੜੀ ਧਿਰ, ਜਿਵੇਂ ਸੌਰੀ ਮੈਨੂੰ ਇਹ ਲਫ਼ਜ਼ ਕਹਿਣੇ ਪੈਣਗੇ, ਸਾਡੀਆਂ ਕਹਾਵਤਾਂ ਨੇ, ਕਹਿੰਦੇ ਮਾੜੇ ਦੀ ਤੀਵੀਂ ਹੁੰਦੀ ਭਾਬੀ ਸਾਹਿਬ ਦੀ ਗੀਤ ਆ ਇਹ ਗੱਲਾਂ ਆਪਾਂ ਨੂੰ ਸਾਰੀਆਂ ਲੈਣੀਆਂ ਪੈਣੀਆਂ। ਇਹ ਵੀ ਇਹ ਇੱਕ ਸਾਡੀਆਂ
ਜੋ ਪੰਜਾਬ ਦੀਆਂ ਸੀਗੀਆਂ ਸਿੱਖਿਆਵਾਂ, ਉਹਦੇ ਵਿੱਚ ਸਾਨੂੰ ਉਦੋਂ ਬਹੁਤ ਵੱਡੀ ਸਿੱਖਿਆ ਮਿਲਦੀ ਸੀ ਵੀ ਕੀ ਹੁੰਦਾ। ਜੇ ਅਸੀਂ ਇਹੋ ਜਿਹੀਆਂ ਸਿੱਖਿਆਵਾਂ ਨੂੰ ਧਾਰ ਕੇ ਤੁਰਾਂਗੇ, ਅਸੀਂ ਆਪਣੇ ਆਪ ਨੂੰ ਦੋਸ਼ੀ ਨਹੀਂ ਸਮਝਾਂਗੇ, ਜਾਂ ਆਪਣੇ ਆਪ ਨੂੰ ਅਸੀਂ ਅੱਤਵਾਦੀ ਛੋਟੀ ਛੋਟੀਆਂ ਗੱਲਾਂ ਕਰਕੇ, ਜਿਵੇਂ ਅਸੀਂ ਕਹਿੰਦੇ ਹਾਂ ਇੰਦਰਾ ਗਾਂਧੀ ਨਾ ਮਾਰਦੇ ਸਾਡੇ ਨਾਲ ਜੂਨ 84 ਆਪਣੇ ਨਵੰਬਰ 84 ਨਾ ਹੁੰਦਾ, ਜਿਵੇਂ ਇਹ ਸਾਨੂੰ ਹੀਣ ਭਾਵਨਾ ਵੱਲ ਲੈ ਕੇ ਜਾਂਦੀਆਂ ਗੱਲਾਂ। ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮੇਨ ਕਾਰਨ ਹੀ ਅੱਜ ਇਹ ਹੈ। ਅੱਛਾ, ਇਹ ਦੱਸੋ ਵੀ ਜਦੋਂ ਸਰਕਾਰ, ਜਦੋਂ ਆਪਾਂ ਹੱਕ ਮੰਗਦੇ ਹਾਂ ਜਾਂ ਕੋਈ ਵੀ ਕੌਮ ਹੱਕ ਮੰਗਦੀ ਆ ਆਪਣੇ, ਤੇ ਜਦੋਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਤੇ ਉਹਨਾਂ ਦਾ ਰਿਸਪੌਂਸ ਕੀ ਹੋਣਾ ਚਾਹੀਦਾ? ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਜਦੋਂ ਉਹਨਾਂ ਨੂੰ ਇਹ ਗੱਲ ਸੁਣਨ ਨੂੰ ਮਿਲਦੀ ਆ, ਉਸ ਧਿਰ ਨੂੰ, ਜਿਹੜੀ ਧਿਰ ਲੜ ਰਹੀ ਬਿਲਕੁਲ ਹੁੰਦੀ ਹੈ? ਹਾਂ, ਜਿਹੜਾ ਅੱਜ ਦਾ ਵਿਸ਼ਾ ਉਹ ਆਪਣੇ ਪਿਛਲੇ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚੋਂ ਉਪਜਿਆ। ਜਿਹੜੇ ਭੈਣ ਜੀ ਉਹਨਾਂ ਨੇ ਗੱਲ ਕੀਤੀ ਸੀ ਆਪਣੇ ਡੇਵਿਡਵਾ ਸਾਹਿਬ, ਉਹਨਾਂ ਦੀ, ਹਰਦੀਪ ਸਿੰਘ ਉਹਨਾਂ ਦੀ, ਉਹਨਾਂ ਦੀ ਕਿਤਾਬ ਆ ਅੱਤਵਾਦ ਦਾ ਨੰਗਾ ਨਾਚ ਜੀ। ਉਹ ਤੁਹਾਨੂੰ ਦੇਖਣ ਨੂੰ ਇਦਾਂ ਲੱਗਦਾ ਆਪਾਂ ਨੂੰ ਵੀ ਇਹ ਅੱਤਵਾਦ ਕਿਹੜੇ ਲਈ ਆ, ਬੰਦਾ ਜਾਂ ਚੱਕ ਕੇ ਪੜ੍ਹਨ ਲੱਗਦਾ। ਪਰ ਉੱਥੇ ਜਦੋਂ ਉਹਨੂੰ ਪੜ੍ਹੋਗੇ ਨਾ, ਤੁਹਾਨੂੰ ਪਤਾ ਲੱਗੂਗਾ ਵੀ ਅੱਤਵਾਦ ਹੁੰਦਾ ਕੀ ਆ, ਕਿਹੜੀ ਚੀਜ਼ ਨੂੰ ਅੱਤਵਾਦ ਕਹਿੰਦੇ ਨੇ। ਜਿਵੇਂ ਹੁਣ ਸਾਡੇ ਤੇ ਜਿਵੇਂ ਮੀਡੀਆ ਜਾਂ ਹੋਰ ਆ, ਜਿਵੇਂ ਹੁਣ ਤੁਸੀਂ ਵੀ ਕੀ ਕਿਉਂ ਲੇਬਲ ਲਾਏ ਜਾਂਦੇ ਜਾਂ ਕੀ ਕਾਰਨ ਆ, ਉਹ ਜਿਵੇਂ ਹੁਣ ਆਪਾਂ ਦੁਨੀਆ ਦੇ ਸਾਰੀ ਦੀ ਝਾਤ ਮਾਰ ਲੈਂਦੇ ਹਾਂ। ਹੁਣ ਜਿਵੇਂ ਆਪਾਂ ਗੱਲ ਕੀਤੀ ਗੁਰੂ ਨਾਨਕ ਪਾਤਸ਼ਾਹ ਦਾ ਸ਼ੁਰੂ ਕਰਨ ਦੀ ਜੀ, ਹੁਣ ਅੰਗਰੇਜ਼ਾਂ ਨੇ ਇੱਕ ਇਕੱਲਾ ਭਾਰਤ ਨਹੀਂ, ਕਿੰਨੀਆਂ ਕਲੋਨੀਆਂ ਕਹਿ ਲਓ, ਜਾਂ ਆਪਾਂ ਅਮਰੀਕਾ ਵਿੱਚ ਵੀ ਕਹਿ ਲਓ, ਹੁਣ ਜਿਵੇਂ ਕੈਨੇਡਾ ਵੀ ਹੁਣ ਵੀ ਅਜੇ ਵੀ ਕੁਈਨ ਜੋ ਉੱਥੇ ਦਾ ਦਬਦਬਾ ਮੰਨਦੇ ਆ ਜਾਂ ਉਹਨੂੰ ਵਿੱਚ ਲਿਆ ਜਾਂਦਾ, ਉਹਨਾਂ ਨੇ ਕਿੰਨਾ ਘਾਣ ਕੀਤਾ ਦੁਨੀਆ ਤੇ ਜਾ ਕੇ। ਅੱਜ ਤੱਕ ਉਹਨਾਂ ਨੂੰ ਕਦੇ ਅੱਤਵਾਦੀ ਨਹੀਂ ਐਲਾਨਿਆ ਗਿਆ ਜੀ, ਕਦੇ ਨਹੀਂ ਐਲਾਨਿਆ। ਕਿੱਦਾਂ ਘਾਣ ਕੀਤਾ ਸਾਨੂੰ ਸਾਡੇ ਸਾਹਮਣੇ ਪਤਾ, ਕਿਵੇਂ ਉਹਨਾਂ ਨੇ ਅੱਜ ਵੀ ਫੋਟੋਆਂ ਸਾਡੇ ਸਾਹਮਣੇ ਆਉਂਦੀਆਂ ਕਾਲਿਆਂ ਦੇ, ਕਿਵੇਂ ਬੇੜੀਆਂ ਪਾ ਕੇ ਉਹਨਾਂ ਨੂੰ ਉੱਥੋਂ ਗੁਲਾਮ ਬਣਾ ਕੇ ਅੱਡ ਮੁਲਕਾਂ 'ਚ ਲੈ ਜਾਂਦੇ ਸੀ। ਆਸਟ੍ਰੇਲੀਆ ਵੀ ਉਹਨਾਂ ਦੇ ਥੱਲੇ ਰਿਹਾ, ਨਿਊਜ਼ੀਲੈਂਡ ਵੀ ਉਹਨਾਂ ਦੇ ਥੱਲੇ ਰਿਹਾ। ਹੁਣ ਹਾਂਗਕਾਂਗ ਹੁਣ ਪਿੱਛੇ ਜਿਹੀ ਆਜ਼ਾਦ ਹੋਇਆ, ਉਹਦਾ ਹੁਣ ਕੀ ਹਾਲ ਆ? ਜਦੋਂ ਉਹਨਾਂ ਦੇ ਕਬਜ਼ੇ ਤੋਂ ਬਾਹਰ ਨਿਕਲਿਆ, ਉਹ ਫਿਰ ਉੱਥੇ ਕਹਾਣੀ ਇੱਕ ਦੂਜੇ ਨਾਲ ਲੜਾਈ ਵਾਲੀ ਸ਼ੁਰੂ ਹੋ ਗਈ। ਵੀ ਕਾਰਨ ਇਹੀ ਆ ਵੀ ਜਿਹੜੀ ਵੱਡੀਆਂ ਤਾਕਤਾਂ ਨੇ ਉਹ ਇੱਕ ਛੋਟੀ ਕਹਿ ਲਓ ਕੌਮ ਨੂੰ ਕਹਿ ਲਓ ਜਾਂ ਉੱਥੇ ਦੇ ਖਿੱਤੇ ਨੂੰ ਕਹਿ ਲਓ, ਵੀ ਉਹਦੇ ਜਿੰਨਾ ਚਿਰ ਤਾਂ ਉਹਦੇ ਤੇ ਦਬਦਬਾ ਉਹਨਾਂ ਦਾ ਕਾਇਮ ਆ, ਉਹਨਾਂ ਚਿਰ ਤਾਂ ਸਾਰਾ ਕੁਝ ਸਹੀ ਆ। ਜੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਸਾਡੇ ਤੇ ਕਿਵੇਂ ਨਾ ਕਿਵੇਂ, ਹੁਣ ਜਿਵੇਂ ਅਸੀਂ ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਜਾਂ ਕਿਵੇਂ ਫੈਲਿਆ, ਇਹ ਜਿਹੜਾ ਹੁਣ ਆਪਾਂ ਕਈ ਵਾਰ ਘਿਓ ਖਿਚੜੀ ਜੀ ਬਣ ਜਾਂਦੀ ਆ, ਆਪਾਂ ਗੱਲਾਂ ਉਧਰ ਨੂੰ ਲਿਜਾ ਰਹੇ ਮੇਨ, ਕਿਉਂਕਿ ਗੱਲਾਂ ਕਈ ਵਾਰ ਵਿੱਚ ਤੁਹਾਨੂੰ ਉਹ ਲੈਣੀਆਂ ਪੈਂਦੀਆਂ। ਹੁਣ ਜੇ ਆਪਾਂ ਇਹਨੂੰ ਆਪਾਂ ਆਰੀਆ ਸਮਾਜ ਦੇ ਨਾਲ ਜੋੜ ਲਈ ਲਿਆ ਕੇ, ਅੰਗਰੇਜ਼ਾਂ ਵੇਲੇ ਉਹਨਾਂ ਨੂੰ ਅੰਗਰੇਜ਼ਾਂ ਵੇਲੇ ਹੀ ਪਤਾ ਲੱਗ ਗਿਆ ਸੀ ਵੀ ਹਾਂ ਅਸੀਂ ਇਹ ਜਿਹੜਾ ਖਿੱਤਾ ਵਾ, ਜਦੋਂ ਹੁਣ ਉਹਨਾਂ ਨੂੰ ਅਮਰੀਕਾ ਦੀ ਦਾਸਤਾਨ ਕਹਿ ਲਓ, ਗਾਂਧੀ ਗਿਆ ਉੱਥੇ, ਗਾਂਧੀ ਨੂੰ ਅਫਰੀਕਾ ਦਾ ਪਤਾ ਲੱਗਿਆ ਜਾਂ ਹੋਰ ਬਾਕੀ ਦੇ ਬਾਹਰਲੇ ਦੇਸ਼ ਆਜ਼ਾਦ ਕਿਵੇਂ ਹੋਏ, ਉਹਨਾਂ ਨੂੰ ਉਸੇ ਟਾਈਮ ਉਹ ਕੰਨ ਹੋ ਗਏ ਸੀ ਜੋ ਸਾਨੂੰ ਕਦੇ ਵੀ ਨਹੀਂ ਹੁੰਦੇ ਸੀ। ਅਸੀਂ ਤਾਂ ਇਹ ਕਹਿ ਲਓ ਵੀ ਇੱਕ ਸਿਸਟਮ ਦੇ ਥੱਲੇ ਗੁਲਾਮ ਰਹਿੰਦੇ ਹੋਏ ਵੀ ਸਾਨੂੰ ਕੰਨ ਨਹੀਂ ਹੁੰਦੇ। ਉਹ ਬਹੁਤ ਗੱਲਾਂ ਜਾਂ ਵੀਡੀਓ ਸਾਹਮਣੇ ਆਉਂਦੀਆਂ ਨੇ ਜੋ ਇੱਕ ਆਮ ਇਨਸਾਨ ਆ ਉਹਨੂੰ ਜਾਗਰਤੀ ਹੁੰਦੀ ਆ। ਪਰ ਅਸੀਂ ਜੇ ਆਪਾਂ ਪੰਜਾਬ ਦਾ ਇਤਿਹਾਸ ਕਹਿ ਲਓ ਜਾਂ 47 ਤੋਂ ਬਾਅਦ ਕਹਿ ਲਓ, ਹੁਣ ਆਪਾਂ ਅੰਗਰੇਜ਼ਾਂ ਦੀ ਗੱਲ ਸ਼ੁਰੂ ਹੋਈ ਵੀ ਆਰੀਆ ਸਮਾਜ ਕਿਵੇਂ ਪ੍ਰਭਾਵ ਪਿਆ ਸਾਰੇ ਸਿਸਟਮ ਤੇ, ਜੇ ਉਹਦੇ ਪ੍ਰਭਾਵ ਦੇ ਥੱਲੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਵੀ ਵਾਂਝੇ ਰਹੇ। ਜਿਵੇਂ ਗਿਆਨੀ ਦਿੱਤ ਸਿੰਘ, ਉਹ ਜਦੋਂ ਗੁਰਬਾਣੀ ਨਾਲ, ਕਿਉਂਕਿ ਜਦੋਂ ਬੰਦਾ ਗੁਰਬਾਣੀ ਨਾਲ ਜੁੜਦਾ ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ, ਤਾਂ ਆਰੀਆ ਸਮਾਜ ਦਾ ਸਿਸਟਮ ਉਹ ਸਾਰਾ ਉਹੀ ਲਹਿਰ ਉਹਨਾਂ ਦੇ ਸਾਹਮਣੇ ਆਉਂਦੀ ਆ ਵੀ ਕੀ ਆ ਇਹਦੇ ਥੱਲੇ, ਉਹੀ ਆ ਜਾਂਦਾ ਐਂਡ ਤੇ ਵੀ ਹਿੰਦੂਤਾ ਉਹਦਾ ਏਜੰਡਾ। ਉਹ ਭਗਤ ਸਿੰਘ ਉਹਨਾਂ ਨੂੰ ਨਹੀਂ ਸਮਝ ਆਈ ਉਹ ਟਾਈਮ ਤੇ, ਉਹ ਉਦਾਂ ਹੀ ਤੁਰੇ। ਹੁਣ ਜਿਵੇਂ ਆਪਾਂ ਲਾਲਾ ਲਾਜਪਤ ਰਾਏ ਦੀਆਂ ਕਾਰਜਕਾਰੀਆਂ ਨੇ ਜੋ ਵਿਦੇਸ਼ਾਂ ਵਿੱਚ ਵੀ ਪੈਸਾ ਇਕੱਠਾ ਕੀਤਾ ਉਹਨੇ, ਜਿਵੇਂ ਹੁਣ ਵੀ ਅਸੀਂ ਕਹਿ ਲਓ, ਹੁਣ ਠੀਕ ਆ ਸਾਡਾ, ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਕਰਨਾ ਨਹੀਂ ਚਾਹੀਦਾ। ਹੁਣ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਕਿਵੇਂ ਉਹ ਆਕਸੀਜਨ ਦੇ ਲੰਗਰ, ਮੈਂ ਕਹਿੰਦਾ ਧੰਨ ਨੇ ਉਹ ਲੋਕ ਜਿਹੜੇ ਇਹੋ ਜਿਹੇ ਟਾਈਮ ਜਦੋਂ ਪੈਸਾ ਬਣ ਨਹੀਂ ਰਿਹਾ ਉਹ ਪੈਸਾ ਲਾ ਰਹੇ ਨੇ ਮਨੁੱਖਤਾ ਦੇ ਉੱਤੇ, ਮੈਂ ਉਹਨਾਂ ਨੂੰ ਸਲੂਟ ਕਰਦਾ ਸਾਰਿਆਂ ਨੂੰ। ਪਰ ਕੀ ਉੱਥੇ ਜਿਹੜਾ ਅਸੀਂ ਹਜ਼ਾਰਾਂ ਕਰੋੜ ਜੀ, ਲੱਖਾਂ ਕਰੋੜ ਜੀ, ਕਿੱਡੀਆਂ ਕਿੱਡੀਆਂ ਹਿੰਦੂ ਸੰਸਥਾਵਾਂ ਨੇ, ਇੰਨੇ 100 ਕਰੋੜ ਮੰਦਰ ਨੂੰ ਇਕੱਠਾ ਹੋ ਗਿਆ, ਇੰਨਾ ਮੋਦੀ ਕੇਅਰ ਫੰਡ ਆ, ਉਹ ਪੈਸਾ ਕਿੱਥੇ ਜਾ ਰਿਹਾ? ਉਹ ਕਿਉਂ ਨਹੀਂ ਪੈਸਾ ਲਾ ਰਹੇ? ਕਿਉਂਕਿ ਉਹਨਾਂ ਦੀ ਸੋਚ ਉਹ ਪੱਖੀ ਆ ਵੀ ਅਸੀਂ ਇਹ ਸਿਸਟਮ ਨੂੰ ਲੈ ਕੇ ਕਿੱਧਰ ਜਾਣਾ। ਅਸੀਂ ਸਾਰਾ ਕੁਝ ਆਪਣਾ ਮਨੁੱਖਤਾ ਦੇ ਉੱਤੇ ਲਾਇਆ ਹੋਇਆ, ਜੋ ਆਪਾਂ ਸਿੱਖੀ ਦੀ ਗੱਲ ਕਰ ਲਈਏ ਜਿੱਥੇ ਵੀ ਆ, ਠੀਕ ਆ। ਸਾਡੇ ਇੱਕ ਇੰਡੀਵਿਜੂਅਲ ਤੌਰ ਤੇ ਅਸੀਂ ਬਹੁਤ, ਅਸੀਂ ਆਪਣੇ ਲੋਕਾਂ 'ਚ ਦੋਸ਼ੀ ਬਣਾ ਦਿੰਦੇ ਹਾਂ। ਜੇ 2-4 ਬੰਦੇ ਆ, ਠੀਕ, ਆਪਾਂ ਹਮੇਸ਼ਾ ਕਹਿੰਦੇ ਹਾਂ, ਜਿਵੇਂ ਆਪਣੇ ਇੱਕ ਵੀਰ ਆ, ਉਹਨਾਂ ਨੇ ਪਾਈ ਜੇ ਤੁਹਾਡੇ ਸਿਰ ਤੇ ਪੱਗ ਬੰਨੀ ਹੋਈ ਆ ਨਾ, ਉਹਦੀ ਜਿਹੜੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਆ। ਉਹੀ ਵੀ ਸਿੱਖੀ ਦੀ ਜ਼ਿੰਮੇਵਾਰੀ ਕਹਿ ਲਓ, ਠੀਕ ਆ ਅਸੀਂ ਗਲਤ ਹੋ ਸਕਦੇ ਹਾਂ, ਪਹਿਲਾਂ ਮਨੁੱਖ ਬਥੇਰੀਆਂ ਗਲਤੀਆਂ ਕਰਦਾ,
ਪਰ ਹੁਣ ਜਿਵੇਂ ਆਪਾਂ ਕਹੀਏ, ਹਾਂ ਹੁਣ ਆਪਾਂ ਕੀ ਕਰ ਰਹੇ ਹਾਂ, ਅੱਜ ਦੀ ਘੜੀ ਕੀ ਕਰ ਰਹੇ ਹਾਂ, ਜਿਵੇਂ ਸਾਡੇ ਗੁਰ ਇਤਿਹਾਸ ਦੇ ਵਿੱਚ ਵੀ ਆਉਂਦਾ, ਜਿਵੇਂ ਚੋਰ ਸੀ, ਠੱਗ ਸੀ, ਜਾਂ ਉਹਨਾਂ ਨੂੰ ਕਿਵੇਂ ਸੁਧਾਰ ਕੇ ਉਹਨਾਂ ਨੇ ਪ੍ਰਚਾਰ ਵਾਲੇ ਪਾਸੇ ਲਾਇਆ। ਜੇ ਉਹਨੇ ਭਾਈ ਬਿਧੀ ਚੰਦ ਦੀ ਗੱਲ ਕਰ ਲਈਏ, ਉਹ ਕਿੱਡਾ ਵੱਡਾ ਕਹਿੰਦਾ ਚੋਰ, ਉਹ ਕਹਿੰਦਾ ਵੀ ਗੁਰੂ ਸਾਹਿਬ ਨਾਲ ਰਲ ਕੇ ਉਹਨਾਂ ਕਿੱਡੇ ਕਿੱਡੇ ਕਾਰਨਾਮੇ ਕੀਤੇ। ਘੋੜਿਆਂ ਦੀ ਗੱਲ ਆਉਂਦੀ ਆ, ਵੀ ਇਹ ਗੱਲਾਂ ਸਾਡੇ ਸਾਹਮਣੇ ਨੇ। ਵੀ ਇਹੀ ਗੱਲ ਆ ਵੀ ਸਾਨੂੰ ਹਰੇਕ ਬੰਦੇ ਨੂੰ ਆਪਣੀ ਜਿਹੜੇ ਜੋ ਵੀ ਹੈਗਾ ਉੱਪਰ ਉੱਠ ਕੇ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਇਹ ਜੋ ਸਿਸਟਮ ਆ ਅਸੀਂ ਸਮਝਦੇ ਹਾਂ। ਪਰ ਮੇਨ ਗੱਲ ਉਹੀ ਆ ਗਈ ਵੀ ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ, ਸਾਨੂੰ ਜੋ ਗੁਰੂ ਨੇ ਸਿੱਖਿਆਵਾਂ ਦਿੱਤੀਆਂ, ਅਸੀਂ ਅੱਜ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਵੀ ਉਸ ਦੇਸ਼ ਦੀ ਖਾਤਰ, ਜਿਹੜਾ ਦੇਸ਼ ਸਾਨੂੰ ਹਰ ਵੇਲੇ ਮੌਕਾ ਨਹੀਂ ਮਿਲਦਾ, ਹਜ਼ਾਰਾਂ ਮੌਕੇ ਹੋ ਗਏ ਜਿੱਥੇ ਅਸੀਂ ਹੁਣ ਲੋਕਡਾਊਨ ਤਾਂ ਜਦੋਂ ਪਹਿਲੇ ਸਾਲ ਹੋਇਆ, ਅਸੀਂ ਕਿੱਥੇ ਤੱਕ ਸੇਵਾ ਕੀਤੀ ਆ ਉਸ ਦੇਸ਼ ਦੀ, ਕੱਲੇ ਕੱਲੇ ਇਨਸਾਨ ਦੀ। ਸਰਕਾਰਾਂ ਦਾ ਫਰਜ਼ ਬਣਦਾ, ਹਜ਼ਾਰਾਂ ਕਰੋੜ, ਅਸੀਂ ਮੈਂ ਜਿਵੇਂ ਕਿਹਾ ਕਿ ਆ ਹਿੰਦੂ ਸੰਸਥਾਵਾਂ ਨੇ, ਸਾਡਾ ਮੇਨ ਕਾਰਨ ਹਿੰਦੂ ਉੱਥੇ ਦੇ ਸੰਸਥਾਵਾਂ ਦਾ ਨਾਂ ਲੈਣ ਦਾ ਇਹ ਆ ਕਿਉਂਕਿ ਬਹੁਤ ਗਿਣਤੀ ਆ ਉੱਥੇ, ਤੁਹਾਨੂੰ ਇੱਕ ਵੀ ਨਹੀਂ ਦਿਖਣੀ। ਹੁਣ ਕਾਰਨ ਕੀ, ਜਿਹੜਾ ਉਹਨਾਂ ਦਾ ਏਜੰਡਾ ਵਾ, ਉਹ ਮੇਨ ਏਜੰਡਾ ਉਹੀ ਆ ਵੀ ਉਹਨਾਂ ਨੇ ਜਿਹੜਾ ਆਪਦੀ ਸੋਚ, ਜਿਹੜਾ ਪੈਸਾ ਕਹਿ ਲਓ ਜਾਂ ਹੋਰ ਕਹਿ ਲਓ, ਉਹ ਇੱਕ ਪਾਸੇ ਲਈ ਹੀ ਰੱਖਿਆ ਹੋਇਆ ਵੀ ਇਹ ਸਮਝਣੀਆਂ ਚਾਹੀਦੀਆਂ ਗੱਲਾਂ। ਮੇਰਾ ਖਿਆਲ ਨਰਿੰਦਰ ਸਿੰਘ ਜੀ ਉਹ ਕਨਫਰਮ ਆ ਕਿ ਉਹ ਕੌਣ ਆ, ਅਸੀਂ ਕੌਣ ਆ, ਦੂਸਰੇ ਕੌਣ ਆ, ਤੇ ਉਹਨਾਂ ਦਾ ਏਜੰਡਾ ਜਿਹੜਾ ਉਹਦੇ ਪ੍ਰਤੀ ਸੁਚੇਤ ਆ, ਕਨਫਰਮਡ ਆ। ਪਰ ਸੇਵਾ ਕਰਨੀ ਸਾਡਾ ਜਿਹੜਾ ਫਲਸਫਾ ਆ ਉਹ ਸਭ ਤੋਂ ਉੱਤਮ ਆ, ਔਰ ਸਾਨੂੰ ਉਹ ਛੱਡਣਾ ਨਹੀਂ ਚਾਹੀਦਾ। ਪਰ ਸੇਵਾ ਕਿਤੇ ਨਾ ਕਿਤੇ ਜੇ ਤਾਂ ਅਸੀਂ ਡਰ ਦੇ ਥੱਲੇ ਕਰਦੇ ਹਾਂ, ਜਾਂ ਅਸੀਂ ਇਸ ਕਰਕੇ ਕਰਦੇ ਹਾਂ ਕਿ ਲੋਕ ਸਾਨੂੰ ਚੰਗਾ ਕਹਿਣਗੇ ਤਾਂ ਸਾਡੀ ਸਮਾਜ ਦੇ ਵਿੱਚ ਥੋੜ੍ਹੀ ਬਹੁਤੀ ਬਣੀ ਰਵੇ ਤੇ ਸਾਡਾ ਘਾਣ ਨਾ ਹੋਵੇ, ਫੇਰ ਗਲਤ ਵਾ। ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਦੇਸ਼ ਨੂੰ ਸਮਝ ਕੇ, ਸਿੱਖ ਕੌਮ ਦਾ ਜਿਹੜਾ ਪਰਪਸ ਆ ਕਿ ਮਨੁੱਖਤਾ ਦਾ ਭਲਾ, ਜੇ ਤਾਂ ਅਸੀਂ ਉਹਨੂੰ ਸਮਝ ਕੇ ਕਰਦੇ ਹਾਂ ਬਿਨਾਂ ਕਿਸੇ ਭੇਦਭਾਵ ਤੋਂ, ਫਿਰ ਤਾਂ ਠੀਕ ਆ। ਪਰ ਜੇ ਅਸੀਂ ਕਿਸੇ ਡਰ ਦੇ ਥੱਲੇ ਕਰਦੇ ਹਾਂ ਕਿ ਜੇ ਅਸੀਂ ਭਲਾ ਕਰਾਂਗੇ ਤਾਂ ਸਾਡਾ ਭਲਾ ਹੋਊਗਾ, ਆਈ ਥਿੰਕ ਅਸੀਂ ਉੱਥੇ ਰੌਂਗ ਆ। ਸੋ ਇਹ ਮੇਰੇ ਵਿਚਾਰ ਆ। ਇੱਕ ਚੀਜ਼ ਜਿਹੜੀ ਮੈਂ ਕੱਲ੍ਹ ਸਵਾਲ ਤੁਹਾਨੂੰ ਪੁੱਛਿਆ ਸੀ, ਮੈਂ ਉਹਦੇ 'ਚ ਆਪਣੀ ਗੱਲ ਜੋੜਨੀ ਚਾਹੁੰਦਾ ਹੈਗਾ ਕਿ ਜਦੋਂ ਸਾਨੂੰ ਕੋਈ ਅੱਤਵਾਦੀ ਕਹਿੰਦਾ ਜਾਂ ਕਿਸੇ ਨੂੰ ਵੀ ਅੱਤਵਾਦੀ ਕਹਿੰਦਾ, ਤਾਂ ਸਾਡਾ ਪ੍ਰਤੀਕਰਮ ਕੀ ਹੋਣਾ ਚਾਹੀਦਾ। ਮੈਂ ਸਮਝਦਾ ਕਿ ਸਾਡੇ ਇਤਿਹਾਸ ਦੇ ਵਿੱਚ ਵੀ ਇਹ ਗੱਲਾਂ ਹੋਈਆਂ ਹੈਗੀਆਂ। ਜਰਨੈਲਾਂ ਦਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਸਰਕਾਰਾਂ ਜਾਂ ਮੀਡੀਆ ਅੱਤਵਾਦੀ ਲਿਖਦੀ ਸੀ, ਅਤੇ ਉਹਨਾਂ ਦਾ ਜਵਾਬ ਸੀ ਕਿ ਹਾਂ, ਜੇ ਧਰਮ ਦਾ ਪ੍ਰਚਾਰ ਕਰਨਾ ਅੱਤਵਾਦ ਵਾ ਅਤੇ ਮੈਂ ਅੱਤਵਾਦੀ ਹਾਂ। ਜੇ ਆਪ ਬਾਣੀ ਪੜ੍ਹਨੀ ਅਤੇ ਦੂਸਰਿਆਂ ਨੂੰ ਬਾਣੀ ਦੇ ਲੜ ਲਾਉਣਾ ਅੱਤਵਾਦ ਆ ਅਤੇ ਮੈਂ ਅੱਤਵਾਦੀ ਹਾਂ। ਜੇ ਆਪਣੇ ਹੱਕਾਂ ਦੀ ਗੱਲ ਕਰਨਾ, ਆਪਣੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ ਜਿਹੜਾ, ਜੇ ਉਹ ਅੱਤਵਾਦ ਆ ਅਤੇ ਮੈਂ ਅੱਤਵਾਦੀ ਹਾਂ। ਅਤੇ ਬਹੁਤ ਸਾਰੀਆਂ ਉਹਨਾਂ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਕਹੀ ਹੈਗੀ ਆ ਕਿ ਮੈਂ ਅੱਤਵਾਦੀ ਹਾਂ ਅਤੇ ਮੈਂ ਤੁਹਾਨੂੰ ਵੀ ਅੱਤਵਾਦੀ ਬਣਾਉਣਾ। ਔਰ ਜਦੋਂ ਇਸ ਤੋਂ ਵੀ ਪਿੱਛੇ ਜਾਂਦੇ ਹੈਗੇ ਆ, ਅਤੇ ਸਾਡਾ ਇਤਿਹਾਸ ਜਿਹੜਾ ਗੁਰੂ ਇਤਿਹਾਸ ਆ ਅਤੇ ਉਸ ਤੋਂ ਬਾਅਦ ਸਿੱਖ ਇਤਿਹਾਸ ਆ, ਜਦੋਂ ਉਦੋਂ ਵੀ ਸਰਕਾਰਾਂ ਸੀਗੀਆਂ ਗੁਰੂ ਸਾਹਿਬ ਦੇ ਵੇਲੇ ਵੀ, ਔਰ ਉਹਨਾਂ ਸਰਕਾਰਾਂ ਦੀਆਂ ਹਦਾਇਤਾਂ ਸੀਗੀਆਂ ਕਿ ਕੋਈ ਬੰਦਾ ਘੋੜੇ 'ਤੇ ਨਹੀਂ ਚੜ੍ਹ ਸਕਦਾ, ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਨੀਲਾ ਬਾਣਾ ਨਹੀਂ ਪਾ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਐਨੀਥਿੰਗ ਦੇ ਸੈਡ। ਸਾਡਾ ਜਵਾਬ ਇਹ ਸੀ ਕਿ ਅਸੀਂ ਕਰਾਂਗੇ, ਅਸੀਂ ਕਲਗੀ ਲਾਵਾਂਗੇ, ਅਸੀਂ ਹਥਿਆਰ ਰੱਖਾਂਗੇ, ਇੱਕ ਨਹੀਂ ਦੋ ਰੱਖਾਂਗੇ। ਉਹਨਾਂ ਦੀ ਜਿਹੜੀ ਵੀ ਕੰਡੀਸ਼ਨ ਸੀਗੀ ਕਿ ਫਲਾਨਾ ਨਹੀਂ ਕਰ ਸਕਦਾ, ਅਸੀਂ ਕਿਹਾ ਅਸੀਂ ਕਰਾਂਗੇ। ਹੁਣ ਮੈਂ ਜਿਹੜਾ ਸਮਝਦਾ ਹੈਗਾ ਕਿਤੇ ਨਾ ਕਿਤੇ ਜਿਹੜਾ ਸਾਰਾ ਕੁਛ ਉਹ ਡਰ ਬਹੁਤ ਵੱਡੀ ਚੀਜ਼ ਅਸੀਂ ਸਾਡੇ ਵਿੱਚ ਘਰ ਕਰ ਗਿਆ ਹੈਗਾ। ਸਾਨੂੰ ਹੋ ਸਕਦਾ ਲੱਗਦਾ ਨਹੀਂ ਹੈਗਾ, ਪਰ ਮੈਨੂੰ ਮਹਿਸੂਸ ਹੋ ਰਿਹਾ ਹੈਗਾ ਕਿ ਜਦੋਂ ਸਾਨੂੰ ਕੋਈ ਅੱਤਵਾਦੀ ਕਹਿੰਦਾ ਹੈਗਾ ਕਿ ਕਿਸਾਨ ਮੋਰਚੇ ਦੀ ਗੱਲ ਕਰ ਲਵੋ ਜਾਂ ਕਿਤੇ ਵੀ ਸਾਡਾ ਇਕੱਠ ਹੁੰਦਾ ਕਿ ਇਹ ਲੋਕ ਅੱਤਵਾਦੀ ਹੈ, ਅਤੇ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਯੈਸ ਵੀ ਆਰ, ਜੇ ਇਹ ਕੰਮ ਕਰਨਾ ਅੱਤਵਾਦੀ ਆ ਅਤੇ ਅਸੀਂ ਅੱਤਵਾਦੀ ਹਾਂ। ਅਤੇ ਪਰ ਸਾਡਾ ਹੋ ਕੀ ਰਿਹਾ, ਸਾਡਾ ਪ੍ਰਤੀਕਰਮ ਉਲਟਾ ਹੋ ਰਿਹਾ ਹੈਗਾ। ਨਹੀਂ ਅਸੀਂ ਅੱਤਵਾਦੀ ਨਹੀਂ ਹੈਗੇ, ਦੇਖੋ ਜੀ ਅਸੀਂ ਤਾਂ ਬਹੁਤ ਲੰਗਰ ਲਾ ਰਹੇ ਹੈਗੇ ਹਾਂ, ਦੇਖੋ ਜੀ ਅਸੀਂ ਤਾਂ ਬਹੁਤ ਸੇਵਾ ਕਰ ਰਹੇ ਕੌਮ ਦੀ, ਅਸੀਂ ਤਾਂ ਜੀ ਸਰਹੱਦਾਂ 'ਤੇ ਲੜਦੇ ਹੈਗੇ ਹਾਂ। ਭਰਪੂਰ ਸਿੰਘ ਬਲਵੀਰ ਦੀ ਤਕਰੀਰ ਸਾਰਿਆਂ ਨੇ ਸ਼ਾਇਦ ਮੰਜੀ ਸਾਹਿਬ ਤੋਂ ਸੁਣੀ ਹੋਣੀ ਹੈ। ਉਹਨਾਂ ਨੇ ਸਪਸ਼ਟ ਕਿਹਾ ਹੈਗਾ ਕਿ ਜਿਹੜੀ ਕੌਮ ਆਪਣੇ ਆਪ ਨੂੰ ਵੱਡੇ ਸੇਵਾਦਾਰਾਂ ਦੇ ਵਿੱਚ ਭਰਤੀ ਕਰ ਲਵੇ ਨਾ, ਆਪਣੇ ਆਪ ਨੂੰ ਚੌਕੀਦਾਰ ਸਮਝਣ ਲੱਗ ਪਵੇ, ਚੌਕੀਦਾਰ ਨੂੰ ਪਿੰਡ 'ਚ ਕੋਈ ਸਰਪੰਚ ਨਹੀਂ ਬਣਾਉਂਦਾ। ਸੋ ਇਹ ਜਿਹੜੀ ਗੱਲ ਆ ਨਾ, ਜੇ ਤਾਂ ਇਹ ਸਾਰੀਆਂ ਚੀਜ਼ਾਂ ਭਲੇ ਵਾਲੀ ਗੱਲ ਜਿਹੜੀ ਆ, ਜੇ ਤਾਂ ਡਰ 'ਚੋਂ ਨਿਕਲੀ ਹੋਈ ਹੈਗੀ ਆ, ਫਿਰ ਇਹਦੇ ਸਿੱਟੇ ਇਹ ਨਿਕਲਣਗੇ ਜਿਹੜੇ ਸਾਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ ਕਿ ਜਦੋਂ ਸਾਨੂੰ ਅੱਤਵਾਦੀ ਕਹਿੰਦਾ, ਮੀਡੀਆ ਅੱਤਵਾਦੀ ਕਹਿੰਦਾ ਜਾਂ ਸਰਕਾਰ ਕਹਿੰਦੀ ਅੱਤਵਾਦੀ, ਅਤੇ ਅਸੀਂ ਹਾਹਾਕਾਰ ਮਚਾ ਦਿੰਦੇ, ਨਹੀਂ ਜੀ ਦੇਖੋ ਜੀ ਅਸੀਂ ਤਾਂ
ਅਸੀਂ ਤਾਂ ਦੇਸ਼ ਭਗਤ ਹਾਂ, ਅਸੀਂ ਤਾਂ ਆ ਜਦ ਕਿ ਮੇਰੇ ਹਿਸਾਬ ਨਾਲ ਸਾਡਾ ਰਿਸਪੌਂਸ ਹੋਣਾ ਚਾਹੀਦਾ, ਜੇ ਸਰਕਾਰ ਜਾਂ ਮੀਡੀਆ ਕਹਿੰਦੀ ਹੈ ਕਿ ਸਾਡੇ ਪੰਡਾਲ ਦੇ ਵਿੱਚ ਅੱਤਵਾਦੀ ਆਏ ਹੋਇਆ, ਇਹ ਅੱਤਵਾਦੀ ਫੰਡਿੰਗ ਕਰ ਰਿਹਾ, ਯੈਸ ਕਰ ਰਹੇ ਆ, ਹੋਰ ਕਰਨਗੇ ਜੇ ਤੁਸੀਂ ਆਹ ਹਿਸਾਬ ਕਿਤਾਬ ਤੁਹਾਡਾ ਰਹੂਗਾ। ਜੇ ਤੁਸੀਂ ਇਹ ਹਿਸਾਬ ਰੱਖੋਗੇ ਤੇ ਇੱਥੇ ਖਾਲਿਸਤਾਨ, ਜੇ ਕਹਿੰਦੇ ਖਾਲਿਸਤਾਨੀ, ਹਾਂ ਇਹ ਖਾਲਿਸਤਾਨ ਵੀ ਬਣੂਗਾ ਤੇ ਖਾਲਿਸਤਾਨੀ ਹੈਗੇ ਆ। ਜੇ ਇਹ ਖਾਲਿਸਤਾਨੀ ਆ, ਹਾਲਾਂਕਿ ਜਿਹੜੇ ਸਾਡੇ ਸੰਘਰਸ਼ ਨੂੰ ਜਾਂ ਸਾਡੀ ਵਿਆਕਰਣ ਨੂੰ ਜਾਣਦੇ ਹੈਗੇ, ਬੈਕਗਰਾਊਂਡ ਨੂੰ, ਉਹ ਕਹਿ ਰਹੇ ਹੈਗੇ ਆ ਕਿ ਜੇ ਇਹ ਲੋਕ ਖਾਲਿਸਤਾਨੀ ਹੈ ਤੇ ਅਸੀਂ ਵੀ ਖਾਲਿਸਤਾਨੀ ਹੈ। ਪਰ ਜਦੋਂ ਸਾਡਿਆਂ ਲੋਕਾਂ ਦੀ ਗੱਲ ਆਉਂਦੀ ਆ ਤੇ ਉਹ ਕਹਿੰਦੇ ਨਹੀਂ 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 ਜੀ, ਅਸੀਂ ਨਹੀਂ, ਸਾਨੂੰ ਬਦਨਾਮ ਕੀਤਾ ਜਾ ਰਿਹਾ। ਸੋ ਮੈਂ ਚਾਹੁੰਦਾ ਹੈਗਾ ਕਿ ਇਹ ਗੱਲ ਥੋੜੀ ਜਿਹੀ ਕਲੀਅਰ ਕਰੀਏ ਕਿ ਬਿਲਕੁਲ ਮੈਂ ਇੰਨਾ ਡਰ ਵੀ ਨਹੀਂ ਹੋਣਾ ਚਾਹੀਦਾ। ਹਾਂਜੀ, ਡਰ ਦੀ ਗੱਲ ਸ਼ੁਰੂ ਕਰਨ ਲੱਗਿਆ, ਕੋਈ ਵੀ ਅਸੀਂ ਆਮ ਗੱਲ ਕਰਦੇ ਹੁੰਦੇ ਹਾਂ, ਹਰੇਕ ਸੋਚ ਲਗਭਗ ਹੋ ਜਾਂਦੀ ਹੈ ਸ਼ਾਮ ਦਾਮ ਦੰਡ ਭੇਤ। ਉਹਦਾ ਕਾਰਨ ਕੀ ਹੁੰਦਾ ਸਾਰੀਆਂ ਚੀਜ਼ਾਂ ਦਾ? ਵੀ ਸਾਹਮਣੇ ਵਾਲੇ ਨੂੰ ਡਰਾਉਣਾ, ਜਿਹੜਾ ਮਰਜ਼ੀ ਅਸੂਲ ਅਪਣਾਉਣਾ ਪਵੇ। ਹੁਣ ਜੇ ਅਸੀਂ ਗੁਰ ਇਤਿਹਾਸ ਤੋਂ ਸ਼ੁਰੂ ਕਰੀਏ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਉਹ ਕਹਿੰਦੇ ਸੀ ਆਹ ਨਹੀਂ ਕਰ ਦੇਣਾ, ਅਸੀਂ ਕਰਕੇ ਦਿਖਾਉਣਾ। ਜੋ ਅਸੀਂ ਇਤਿਹਾਸ ਦੀ ਪਹਿਲੀ ਲੜਾਈ 6ਵੇਂ ਪਾਤਸ਼ਾਹੀ ਜਦੋਂ ਬਾਜ ਦੀ ਗੱਲ ਆਉਂਦੀ ਆ, ਉੱਥੋਂ ਸ਼ੁਰੂ ਹੁੰਦਾ ਸਾਡਾ ਜੰਗਨਾਮਾ। ਇਹ ਸਾਨੂੰ, ਇਹ ਗੱਲਾਂ ਸਾਨੂੰ ਜੇਨ 'ਚ ਬਿਠਾ ਲੈਣੀਆਂ ਚਾਹੀਦੀਆਂ। ਉੱਥੋਂ ਸਾਡਾ ਜੰਗਨਾਮਾ ਸ਼ੁਰੂ ਹੁੰਦਾ। ਕਿਉਂ ਸ਼ੁਰੂ ਹੋਇਆ? ਉਹ ਸੋਚ ਕਿਉਂ ਆਈ 6ਵੇਂ ਪਾਤਸ਼ਾਹ 'ਚ? 2 ਤਲਵਾਰਾਂ ਕਿਉਂ ਪਾਈਆਂ? ਉਹ ਸ਼ਾਮ ਦਾਮ ਦੰਡ ਭੇਦ ਥੱਲੇ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼ੁਰੂ ਕੀਤੀ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸੱਚ ਦੀ ਜਿਹੜੀ ਨੀਂਹ ਆ ਰੱਖੀ ਗਈ ਆ ਨਾ, ਉੱਥੋਂ ਸਾਡਾ ਸ਼ੁਰੂ ਹੁੰਦਾ ਸਿਸਟਮ ਵੀ ਇਹਨਾਂ ਨੂੰ ਖਤਮ ਕਿਵੇਂ ਕਰਨਾ, ਡਰਾਇਆ ਕਿੱਦਾਂ ਜਾਵੇ। ਜਦੋਂ ਇਸ ਕੌਮ ਦੇ ਜਿਹੜੇ ਇਹਨਾਂ ਦੀ ਫੋਲੋਇੰਗ ਹੈਗੀ ਆ, ਉਹਨਾਂ ਨੂੰ ਕਿੱਦਾਂ ਡਰਾਇਆ ਜਾਵੇ। ਭਾਰਤ ਦੇ ਹਿੰਦੁਸਤਾਨ, ਜਿਹੜਾ ਉਸ ਟਾਈਮ ਦਾ ਹਿੰਦੁਸਤਾਨ ਕਹਿੰਦੇ ਹਾਂ ਅਸੀਂ, ਉਸ ਦੇ ਇਤਿਹਾਸ ਵਿੱਚ ਜਦੋਂ ਤੋਂ ਬਾਬਰ ਜਾਬਰ ਲੁੱਟਦੇ ਆਏ ਪੁਰਾਣੇ ਟਾਈਮਾਂ ਤੋਂ, ਉਦੋਂ ਰਾਜਿਆਂ ਨਾਲ ਜਾਂ ਹੋਰ ਲੜਾਈਆਂ ਹੁੰਦੀਆਂ ਰਹੀਆਂ। ਪਰ 5ਵੇਂ ਪਾਤਸ਼ਾਹ ਨੂੰ ਇਸ ਤਰ੍ਹਾਂ ਜੋ ਇੱਕ ਧਾਰਮਿਕ ਤੌਰ ਤੇ ਜਾਂ ਇਸ ਤਰ੍ਹਾਂ ਦੀ ਪਹਿਲੀ ਸ਼ਹੀਦੀ ਆ ਜਿਹੜੀ ਕੀਤੀ ਗਈ ਆ, ਇਹ ਆਪਾਂ ਨੂੰ ਆਪਾਂ ਨੂੰ ਚਲੋ ਵੀ ਗੱਲਾਂ ਕੀ ਨੇ ਜੀ, ਗੁਰੂ ਪਾਤਸ਼ਾਹ ਦੀ ਸ਼ਹੀਦੀ ਹੋ ਗਈ, ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਖਿੱਤੇ ਦਾ ਉਹ ਪਹਿਲਾ ਕੰਮ ਸੀ ਜਿਹੜੀ ਇੱਕ ਧਰਮ ਤੇ ਸਿੱਧੀ ਚੋਟ ਲਾਈ ਗਈ ਸੀ ਜੀ। ਤੇ ਉਸ ਤੋਂ ਬਾਅਦ ਕੀ ਵੀ ਡਰਾਉਣ ਦਾ ਵੀ ਸਭ ਤੋਂ ਵੱਡਾ ਖਤਰਨਾਕ ਤਰੀਕਾ ਸੀ। ਪਹਿਲਾਂ ਲੜਾਈਆਂ ਹੁੰਦੀਆਂ ਸੀ, ਮਾਰਦੇ ਸੀ, ਵੱਢਦੇ ਸੀ, ਲੁੱਟਦੇ ਸੀ, ਵੱਢ ਕੇ ਲੈਂਦੇ, ਜਿਵੇਂ ਇੱਕ ਆਮ ਕਹਿ ਲਓ ਵੀ ਭੀੜਾਂ ਵਾਲਾ ਕੰਮ ਹੈ ਨਾ। ਪਰ ਇੱਕ ਤਸੀਹੇ ਦੇ ਕੇ ਇੱਦਾਂ ਦੀ ਉਹ ਪਹਿਲੀ ਸ਼ਹੀਦੀ ਸੀ। ਇਹ ਸਾਨੂੰ ਸਾਡਾ ਇਤਿਹਾਸ ਦੇ ਸਾਡਾ ਸਾਹਮਣੇ ਆ। ਕਾਰਨ ਕੀ? ਉਹ ਸਾਡੇ ਮਨਾਂ 'ਚ ਸੀ ਡਰ ਪੈਦਾ ਕਰਨਾ। ਉਹੀ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਵੇਂ ਡਰ, ਜਿਹੜਾ ਡਰਿਆ ਹੋਇਆ ਬੰਦਾ ਹੁੰਦਾ, ਜੇ ਉਹ ਕਿਸੇ ਸੰਘਰਸ਼ ਨਾਲ ਤੁਰਿਆ, ਉਹ ਕਈ ਵਾਰ ਡਰ ਕੇ ਤੁਹਾਡੇ ਨਾਲ ਟੁੱਟਦਾ ਵੀ ਹੈ ਤੇ ਉਲਟਾ ਨੁਕਸਾਨ ਕਰਦਾ। ਬਿਲਕੁਲ। ਜਿਹੜਾ ਅੱਜ ਦਾ ਜੋ ਸਿਸਟਮ ਆ, ਸਾਡੇ ਜੋ ਪਿਛਲੇ ਸੰਘਰਸ਼ ਹੋਇਆ ਉਹਦੇ ਵਿੱਚ ਵੀ ਇੱਦਾਂ ਹੀ ਹੋਇਆ। ਜਿਵੇਂ ਆਪਾਂ ਜੇ ਭਗਤ ਸਿੰਘ ਉਹਨਾਂ ਵੇਲੇ ਵੀ ਦੇਖ ਲਈਏ, ਜਿਹੜੇ ਲਾਲਾ ਲਾਜਪਤ ਰਾਏ ਵਰਗੇ ਸੀ, ਉਹ ਵੀ ਇਹੀ ਸੀਗੇ ਵਿੱਚੋਂ। ਜਿਹੜੀਆਂ ਇਹ ਲਹਿਰਾਂ ਨਿਕਲੀਆਂ ਜਾਂ ਉਹਦੇ ਵਿੱਚ ਵੀ, ਜਿਵੇਂ ਗਦਰ ਪਾਰਟੀ 'ਚ ਵੀ 1-2 ਵਿੱਚ ਦੀ ਉਹ ਬਣ ਗਏ, ਉਹ ਸਾਡੇ ਸਾਹਮਣੇ ਆ ਵੀ ਉਹ ਜਿਹੜੇ ਡਰ 'ਚੋਂ ਨਿਕਲੇ ਹੋਏ ਬੰਦੇ ਨੇ। ਇਸੇ ਤਰ੍ਹਾਂ ਜੇ ਆਪਾਂ ਦੇਖੀਏ, ਹੁਣ ਇਹਨਾਂ ਨੇ ਲਹਿਰ ਤਾਂ ਸ਼ੁਰੂ ਕਰ ਲਈ ਕਾਮਰੇਡਾਂ ਨੇ, ਜਿਹੜੀ ਪੰਜਾਬ ਦੇ ਵਿੱਚ ਜਾਂ ਹੋਰ ਭਾਰਤ ਦੇ ਵਿੱਚ ਜੋ ਚੱਲੀ, ਪਰ ਉਹਦੇ ਵਿੱਚ ਕੀ ਹੋਇਆ? ਚਿਰੜ ਘੁੱਗ ਬਣ ਗਏ। ਚਿਰੜ ਘੁੱਗ ਹੁੰਦਾ ਵੀ ਚਿੜੀ ਨਾ ਘੁੱਗੀ, ਦੇ ਉਹ ਮਲਗੋਬਾ ਜਿਹਾ ਹੋ ਗਿਆ ਨਾ, ਉਹ ਬਣ ਗਏ। ਇਹ ਕਾਰਨ ਕੀ ਹੋਇਆ? ਜੇ ਆਪਾਂ ਸੁਣਨ 'ਚ ਜੋ ਆਇਆ, ਜੋ ਆਪਾਂ ਚੀਕ ਵੇਰਾ ਕਹਿੰਦੇ ਆ ਜਾਂ ਹੋਰ ਆ, ਇਹਨਾਂ ਨੇ ਉਹਨਾਂ ਨੂੰ ਧਾਰਨ ਤਾਂ ਕਰ ਲਿਆ ਲੋਕਾਂ ਨੇ, ਪਰ ਉਹਨਾਂ ਦੀ ਫਿਲਾਸਫੀ ਜੋ ਉਹਨਾਂ ਦੇ ਕਹਿਣ ਮੁਤਾਬਕ ਜੋ ਸੁਣਨ 'ਚ ਆਉਂਦਾ ਵੀ ਉਹਨਾਂ ਨੇ ਸਿੱਖ ਕੌਮ ਦੇ ਜੋ ਯੋਧੇ ਸੀ ਜਾਂ ਸਾਡੇ ਗੁਰੂਆਂ ਦੇ ਇਤਿਹਾਸ ਤੋਂ ਪ੍ਰੇਰਿਤ ਹੋ ਕੇ, ਜਿਵੇਂ ਅਸੀਂ ਸਾਡੇ ਸਾਹਮਣੇ ਇੱਕ 100% ਸਾਹਮਣੇ ਉਦਾਹਰਨ ਆ ਸੰਤ ਰਾਮ ਉਦਾਸੀ, ਬਿਲਕੁਲ, ਜੋ ਅਸੀਂ ਹਰ ਰੋਜ਼ ਸੁਣਦੇ ਆ। ਉਹਦੀ ਜਵਾਨੀ ਆ, ਉਹਨੂੰ ਕੋਈ ਝਠਲਾ ਹੀ ਨਹੀਂ ਸਕਦਾ। ਉਹ ਤੁਹਾਨੂੰ ਸਰੇਆਮ ਪਤਾ ਲੱਗੂ ਉਹਨੂੰ ਸੇਧ ਕਿੱਥੋਂ ਆ, ਕਿ ਕਿਹੜੀ ਚੀਜ਼ ਤੋਂ ਸੇਧ ਲੈ ਕੇ ਤੁਰ ਰਿਹਾ। ਪਰ ਜਿਹੜਾ ਅੱਜ ਦਾ ਜਿਹੜੀ ਤੁਸੀਂ ਗੱਲ ਕੀਤੀ ਆ ਸਾਡੇ ਮੋਰਚੇ ਦੇ ਵਿੱਚ, ਇਹ ਉਹ ਲਾਣਾ ਇਹ ਵੀ ਜਿਹੜੇ ਸੰਘਰਸ਼ ਲਈ ਤੁਰਤਾ ਪਏ ਇਹਨਾਂ ਦੇ ਵਿੱਚੋਂ ਜਾਂ ਹੋਰ ਆਏ, ਗਾਹਾਂ ਉਹਨਾਂ ਦੀ ਕਹਿੰਦੇ ਗਾਹਾਂ ਤੁਹਾਡੇ ਜੀਨ 'ਚ ਚਲੇ ਜਾਂਦੇ ਆ। ਹੁਣ ਆਪਾਂ ਅੱਜ ਦੀ ਇਹਨਾਂ ਦੀ ਪੀੜ੍ਹੀ ਕਰੀਏ, ਉਹ ਜੀਨ 'ਚ ਉਹਨਾਂ ਨੇ ਦਿੱਤੇ ਜਿਹੜੇ ਬਚ ਗਏ। ਬਚੇ ਕੌਣ? ਉਹੀ ਜਦੋਂ ਉਹਨਾਂ ਤੋਂ ਸਹਿਣ ਨਾ ਹੋਇਆ ਉਹ ਸਿਸਟਮ, ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਸ਼ਾਮ ਦਾਮ ਦੰਡ ਭੇਤ ਵਾਲਾ ਸਿਸਟਮ ਸਹਿਣ ਨਾ ਹੋਇਆ, ਉਹ ਉਲਟਾ ਫਾਇਦੇ ਦੀ ਬਜਾਏ ਉਹ ਖਤਰਨਾਕ ਬਣ ਗਏ ਤੁਹਾਡੀ ਸਟੇਟ ਲਈ। ਕਿਉਂ? ਕਿਉਂਕਿ ਜਦੋਂ ਕਿਸੇ ਨੇ ਉਹ ਸਟੇਟ ਲਈ ਸੰਘਰਸ਼ ਐਂਡ ਤੱਕ ਪਹੁੰਚ ਜਾਣਾ, ਐਂਡ ਤੇ ਐਂਡ ਦਾ ਮਤਲਬ ਹੁੰਦਾ ਵੀ ਉਹੀ
ਵੀ ਜਦੋਂ ਹਥਿਆਰ ਸਾਡੇ ਗੁਰੂ ਨੇ ਉੱਥੇ ਬੋਲਣਾ, ਉਹਨਾਂ ਨੇ ਮੁੜ ਕੇ ਦੂਜੇ ਪਾਸੇ ਜਾ ਜੁੜਨਾ। ਉਹ ਇਦਾਂ ਹੀ ਹੋਇਆ। ਜਿਹੜੇ ਕਾਮਰੇਡ ਸੀ ਜਾਂ ਉਹ ਜੂਝਣ ਵਾਲੇ ਸੀ, ਉਹ ਆਪਾਂ ਉਹਨਾਂ ਨੂੰ ਸ਼ਹੀਦ ਗਿਣੂਗਾ ਮੈਂ, ਜੇ ਉਹਨਾਂ ਨੇ ਚੰਗੀ ਸੋਚ ਲਈ ਆਪਣਾ ਬਿਲਕੁਲ ਉਹਨਾਂ ਨੇ ਉਹਨਾਂ ਨੇ ਹਾਂ ਬਿਲਕੁਲ ਜਿਹੜੇ ਮੈਂ ਇੱਕ ਦਿਨ ਪੜ੍ਹਦਾ ਸੀ ਆਪਣੇ ਫਗਵਾੜੇ ਦੇ ਲਾਗੇ, ਸ਼ਾਇਦ ਉਹਨਾਂ ਦਾ ਨਾਂ ਬੂਜੜ ਸਿੰਘ ਸੀ, ਪਤਾ ਨਹੀਂ, ਮੈਨੂੰ ਪੂਰਾ ਪਤਾ ਨਹੀਂ ਹੈਗਾ। ਉਹ ਪਹਿਲੇ 70ਵਿਆਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਸਰਕਾਰ ਨੇ। ਮੈਂ ਤਾਂ ਕਹੂੰਗਾ ਕਈਆਂ ਨੂੰ ਲੱਗਦਾ ਨਾ ਵੀ ਅਸੀਂ ਬੜੇ ਕਾਮਰੇਡ ਵਿਰੋਧੀ ਆ। ਮੈਂ ਕਹਿੰਦਾ ਅੱਜ ਮੈਂ ਸਾਡੇ ਆਹ ਰਿਕਾਰਡ ਹੋ ਰਿਹਾ, ਜੇ ਉਹ ਸੱਚ ਲਈ ਜਿਹੜਾ ਵੀ ਲੜਿਆ ਕਿਸੇ ਆਮ ਤਬਕੇ ਦੇ ਵਿਰੋਧ ਤੋਂ ਉੱਪਰ ਉੱਠ ਕੇ, ਮੈਂ ਉਹਨੂੰ ਸ਼ਹੀਦ ਕਹਿਣਾ, ਕਾਮਰੇਡ ਨੂੰ ਇੱਕ ਥਾਪੜ ਕੇ ਕਹਿਣਾ। ਮਦਾਸੀ ਵਰਗਿਆਂ ਦਾ ਕੋਈ ਨਾਂ ਨਹੀਂ ਲੈ ਰਿਹਾ ਜਿਨ੍ਹਾਂ ਨੇ ਇੰਨੀ ਕੁੱਟ ਝੱਲੀ, ਜਿਨ੍ਹਾਂ ਦੀ ਰਿਕਾਰਡਿੰਗ ਵੀ ਨਹੀਂ ਪੰਜਾਬ 'ਚ ਹੋ ਸਕਦੀ ਸੀ, ਜਿਹੜੀਆਂ ਉਹਨਾਂ ਨੇ ਆਪਣੀਆਂ ਤਕਰੀਰਾਂ ਆਪਣੀਆਂ ਬਾਹਰ ਵਾਲੇ ਕੰਟਰੀਆਂ ਦੀਆਂ ਨੇ। ਉਹੀ ਮੈਂ ਤੁਹਾਨੂੰ ਗੱਲ ਦੱਸਦਾ ਨਾ ਵੀ ਜਿਹੜੇ ਅਸੀਂ ਸਾਡੇ ਨੌਜਵਾਨ ਤਬਕੇ ਨੂੰ ਲੱਗਦਾ ਵੀ ਇਹ ਕਾਮਰੇਡ ਨਹੀਂ। ਅੱਜ ਦਾ ਜਿਹੜਾ ਅਸੀਂ ਕਹਿੰਦੇ ਹਾਂ, ਜੇ ਸਿੱਖੀ ਦਾ ਫਲਸਫਾ ਵੀ ਕਹਿੰਦੇ ਹਾਂ, ਜਾਂ ਕੋਈ ਵੀ ਕੌਮ ਕਹਿ ਲਓ ਦੁਨੀਆ ਤੇ, ਇਹ ਨਹੀਂ ਵੀ ਅਸੀਂ ਸਿੱਖੀ ਤੋਂ ਵੀ ਗਾਂਹ ਚੱਲ ਜੰਨੇ ਆ ਦੁਨੀਆ ਤੇ। ਕੋਈ ਅਗਲਾ ਕਹਿੰਦਾ ਜੀ ਇਹ ਹੱਦ ਹੁੰਦੀ ਆ ਯਾਰ ਕੋਈ ਜ਼ੁਲਮ ਸਹਿਣ ਦੀ। ਇਹ ਕਹਿ ਰਿਹਾ ਨਹੀਂ ਜੀ ਅਸੀਂ ਤਾਂ ਚੱਲਾਂਗੇ, ਉਹ ਤਾਂ ਗਾਂਧੀ ਤੋਂ ਵੀ ਗਾਹਾਂ ਲਾਂਗੇ। ਜੇਲਾਂ ਭਰ ਦੋ, ਕੁੱਟ ਖਾ ਲਓ, ਘਰੇ ਆ ਜਾਓ, ਮੋਰਚਾ ਲਾ ਦੋ, ਜੇਲਾਂ ਭਰ ਦੋ, ਕੁੱਟ ਖਾ ਲਓ, ਘਰੇ ਆ ਜਾਓ। ਅਸੀਂ ਪੀੜ੍ਹੀਆਂ ਨੂੰ ਅਸੀਂ ਨਹੀਂ ਕਹਿੰਦੇ ਕੋਈ ਚੱਕ ਕੇ ਹਥਿਆਰ, ਜਾਂ ਹੁਣ ਜੋ ਅੱਜ ਸੰਘਰਸ਼ ਚੱਲਦਾ ਵੀ ਭਾਈ ਹਾਂ ਕੋਈ ਸਮਾਂ ਹੁੰਦਾ ਚਲੋ ਉੱਠਦਾ, ਕੋਈ ਰੋਜ਼ ਉੱਠਦਾ, ਜਾਂ ਉਹ ਬਹੁਤ ਗੱਲਾਂ ਹੁੰਦੀਆਂ। ਪਰ ਜੇ ਉਹਨੂੰ ਤੁਸੀਂ ਉਹਦਾ ਵਿਰੋਧ ਕਰੋ, ਜਿਸ ਤਰ੍ਹਾਂ ਹੁਣ ਜਿਵੇਂ ਇਹਨਾਂ ਨੇ ਪਿੱਛੇ ਜਿਹੇ ਰੈਲੀਆਂ ਕਰਕੇ ਉਹ ਬਲਦੇਵ ਸਿੰਘ ਕਰਕੇ ਉਹਨਾਂ ਨੂੰ ਜੋ ਵੀ ਹੈਗਾ ਉਹਨਾਂ ਨੂੰ ਇੱਕ ਸ਼ਹੀਦ ਦਰਸਾਉਣ ਦੀ, ਉਹਨਾਂ ਦਾ ਕਿਰਦਾਰ ਦੇਖੋ ਲੋਕਾਂ ਦਾ। ਉਹ ਸੀਗੇ ਚਿਰੜ ਘੁੱਗ ਕਾਮਰੇਡ, ਜਿਹੜੇ ਉਹ ਕਾਰਨ ਕੀ ਵੀ ਉਹ ਸੋਚ ਤਾਂ ਉਹ ਲੈ ਕੇ ਤੁਰਦੇ ਆ ਜਾਂ ਕਾਮਰੇਡੀ ਵਾਲੀ। ਜੇ ਹੁਣ ਜੇ ਕਹਿ ਦਈਏ ਇਸ ਦਾ ਮਤਲਬ ਫਿਰ ਤਾਂ ਚੀ ਗੁਵੇਰਾ ਸਭ ਤੋਂ ਵੱਡਾ ਅੱਤਵਾਦੀ ਸੀ। ਉਹਨੇ ਕਿਊਬਾ 'ਚ ਆ ਕੇ ਕੀ ਕੋਈ ਸਾਰੀ ਜ਼ਿੰਦਗੀ ਉਹਨੇ ਕਿਊਬਾ ਤੇ ਲਾਤੀ, ਉੱਥੇ ਲੋਕਾਂ ਨੂੰ ਆਜ਼ਾਦ ਕਰਾਉਣ ਲਈ। ਬਿਲਕੁਲ ਇਹ ਜਿਵੇਂ ਸਾਰੀਆਂ ਇੱਥੋਂ ਇਹ ਗੱਲਾਂ ਚੋਂ ਨਿਕਲਦਾ ਵੀ ਅੱਤਵਾਦੀ ਕੌਣ ਆ ਤੇ ਅੱਤਵਾਦ ਕੀ ਆ। ਹੁਣ ਜਿਵੇਂ ਮੈਂ ਉਹੀ ਗੱਲ ਕੀਤੀ ਵੀ ਹਰਦੀਪ ਸਿੰਘ ਡੇਵਿਡ ਦੀ ਕਿਤਾਬ ਨਾ ਜ਼ਰੂਰ ਪੜ੍ਹੋ, ਅੱਤਵਾਦ ਨੰਗਾ ਨਾਚ, ਅੱਤਵਾਦ ਦਾ ਨੰਗਾ ਨਾਚ। ਇਹ ਉਹ ਕੀ ਹੁੰਦਾ, ਅਸੀਂ ਮੇਨ ਇਹੀ ਆ ਵੀ ਇਹਦੇ ਨਾਲ ਕੀ ਆ, ਤੁਹਾਡੇ ਵਿੱਚ ਖਹੂਆ ਪੈਦਾ ਕਰਕੇ ਕਿ ਡਰ ਪੈਦਾ ਕੀਤਾ ਜਾਂਦਾ। ਜਿਵੇਂ ਦੇਖੋ ਆਪਰੇਸ਼ਨ ਆ ਹੁਣ, ਪਹਿਲਾਂ ਅਸੀਂ ਕਹਿ ਲਓ ਜੀ ਸਾਡੇ ਬੁੱਡਰੋਜ਼ ਆਪਰੇਸ਼ਨ, ਬਲੂ ਸਟਾਰ, ਉਹਦਾ ਅਸੀਂ ਪੰਜਾਬੀ 'ਚ ਨਾਂ ਬਦਲ ਕੇ ਧਰ ਲਿਆ ਨੀਲਾ ਤਾਰਾ। ਉਹਨਾਂ ਦੇ ਨਾਂ ਦਿੱਤੇ ਹੀ ਅਸੀਂ। ਤੁਸੀਂ ਦੇਖੋ ਨੀਲਾ ਤਾਰਾ, ਉਹਦੇ ਮਤਲਬ ਕੀ ਨਿਕਲਦਾ। ਸਟਾਰ ਅਸੀਂ ਕਹਿੰਦੇ ਹਾਂ ਬਹੁਤ ਵਧੀਆ ਸਟਾਰ ਲਾਉਣੇ, 1 ਸਟਾਰ ਲੱਗ ਗਿਆ, 2 ਸਟਾਰ ਲੱਗ ਗਏ। ਸਾਨੂੰ ਤਾਂ ਉਹਨਾਂ ਨੇ ਸਾਡੇ ਫੈਂਸੀ ਨਾਂ ਰੱਖਿਆ, ਜਿਹੜਾ ਸਾਡੇ ਤੇ ਜ਼ੁਲਮ ਕੀਤਾ ਸੀ ਉਹ ਵੀ ਨਹੀਂ ਛੱਡੇ। ਇਹ ਬਹੁਤ ਵੱਡੀ ਜੋ ਸੋਚ ਹੁੰਦੀ ਹੈ ਵੀ ਉੱਥੋਂ ਪਤਾ ਲੱਗਦਾ ਵੀ ਅੱਤਵਾਦ ਦੇ ਹਊਏ ਥੱਲੇ ਇੱਕ ਆਮ ਜਨਤਾ, ਆਮ ਲੋਕਾਂ ਨੂੰ, ਜਿਵੇਂ ਮੀਡੀਆ ਕਹਿ ਲਓ, ਜਿਵੇਂ ਉਹ ਸਰਕਾਰੀ ਮੀਡੀਆ ਸੀ ਉਸ ਟਾਈਮ, ਉਹ ਡੀਡੀ ਚੈਨਲ ਜਾਂ ਹੋਰ ਦੂਰਦਰਸ਼ਨ ਹੁੰਦੇ ਸੀਗੇ, ਉਹਦੇ ਥੱਲੇ ਰੱਖ ਕੇ, ਜਾਂ ਹੁਣ ਜਿਵੇਂ ਲਾਲਾ ਜਗਤ ਨਾਰਾਇਣ। ਹੁਣ ਜੇ ਤੁਸੀਂ ਪੰਜਾਬ ਵਿੱਚ ਜਿਵੇਂ ਲਾਲਾ ਜਗਤ ਨਾਰਾਇਣ ਕਹਿ ਲਓ, ਜਾਂ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਮਾਡਲ ਤੋੜਿਆ ਉਹ ਕਹਿ ਲਓ, ਜੋ ਵੀ ਸੀ, ਜਾਂ ਇਹ ਕਹਿ ਲਓ ਜਿਨ੍ਹਾਂ ਨੇ ਕਈ ਬਹੁਤ ਗਿਣਤੀ 'ਚ ਮੁੰਡੇ ਮਰਵਾਏ। ਹੁਣ ਜੇ ਇਹਨਾਂ ਨੂੰ ਕਹੋਗੇ ਜੀ ਇਹਨਾਂ ਨੂੰ ਮਾਰਨਾ, ਜਾਂ ਹੁਣ ਬੇਅੰਤ ਸਿੰਘ ਵੇਲੇ ਕਹੋਗੇ ਜਿਹਨੇ ਘਾਣ ਦੀ ਹੱਦ ਹੀ ਤੋੜਤਾ ਕਿ ਵੀ ਇਸ ਗੱਲ ਨਾਲ ਰਲ ਕੇ, ਜੇ ਇਹਨੂੰ ਹੁਣ ਅੱਤਵਾਦ 'ਚ ਗਿਣਦੇ ਹੋ, ਇਹ ਤਾਂ ਹੁਣ ਸਾਡੇ ਸਾਹਮਣੇ ਵੀ ਉਹਨਾਂ ਨੇ ਜੋ ਘਾਣ ਕੀਤਾ ਉਹ ਅੱਤਵਾਦ। ਜਾਂ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਡਿਆ ਵੀ ਦੋਸੇ, ਅਸੀਂ ਫੇਰ ਪੂਰੀ ਫੋਸੋਵਾਸ ਨਾਲ ਕਹਿੰਦੇ ਆ ਵੀ ਅੰਕੜੇ ਕੱਢ ਲਓ ਜੋ ਸਰਕਾਰੀ ਅੰਕੜੇ ਆ, ਚਾਹੇ ਜਿਹੜੇ ਕਿਸੇ ਕੈਟ ਬਣ ਕੇ ਉਹਨਾਂ ਨੇ ਵੀ ਮਾਰਿਆ ਨਾ, ਉਹ ਵੀ ਅੰਕੜੇ ਨਾਲ ਜੋੜ ਕੇ ਤੁਸੀਂ ਖੜਕੂਆਂ ਦੇ ਹਿੱਸੇ ਪਾ ਦਿਓ। ਉਹ ਤੇ ਸਰਕਾਰ ਵੱਲੋਂ ਮਾਰੇ ਹੋਏ ਬੇਦੋਸੇ ਲੋਕਾਂ ਦੇ ਅੰਕੜੇ ਬਰਾਬਰ ਰੱਖ ਕੇ ਦੇਖ ਲਓ ਵੀ ਅੱਤਵਾਦ ਕੀ ਆ, ਕੌਣ ਅੱਤਵਾਦੀ ਆ। ਨਰਿੰਦਰ ਸਿੰਘ ਜੀ, ਆਪਾਂ ਚੇ ਗੁਏਵਾਰਾ ਤੇ ਭਗਤ ਸਿੰਘ ਦੀ ਗੱਲ ਆਪਾਂ ਇੱਕ ਵਾਰੀ ਫੇਰ ਕਰਾਂਗੇ ਕਿ ਜਿਹੜੇ ਪਹਿਲੇ ਅੱਤਵਾਦੀ ਸੀਗੇ ਤੇ ਸਾਡੇ ਅੱਤਵਾਦੀਆਂ 'ਚ ਕੀ ਫਰਕ ਹੈਗਾ। ਇੱਕ ਮੈਂ ਵੀਡੀਓ ਸੁਣਾਉਣੀ ਚਾਹੁੰਦਾ ਹੈਗਾ, ਦਿਖਾਉਣੀ ਚਾਹੁੰਦਾ ਹੈਗਾ ਕਿ ਕਿਵੇਂ ਜਿਹੜੇ ਆ ਪੰਜਾਬ ਤੋਂ ਬਾਹਰ ਭਾਰਤ ਦੇ ਲੋਕ ਕਿੱਦਾਂ ਸੋਚਦੇ ਆ ਤੇ ਉਹ ਆਪਣੇ ਮੁਲਕ ਪ੍ਰਤੀ ਕਿੱਦਾਂ ਅਵੇਅਰ ਆ, ਆਪਣੇ मुल्क प्रति कितना अवेयर है, सुनने वाली गल सुनो। वो हिंदुस्तान के लिए मतलब अच्छे हैं, बहुत अच्छे है। एक बात, दूसरा हिंदू तब बोल रहे थे कि हम मतलब पंजाबी हैं या जो पंजाब वाले हैं, बात क्या है, किराए पे रह रहे हैं। एक मिनट मैं आपको, मुझे फोन आ रहा है घर से, मुझे बात करनी, लेकिन मैं आपसे इतना सुनना चाहता हूँ कि हम इस देश में किराए पे कैसे रह रहे हैं। ये तो हमारा पंजाब है। नहीं, पंजाब हिंदुस्तान है ये, नहीं हमारा पंजाब, और हम मजदूरी कर रहे हैं यहाँ पे। गलतफहमी है ये गलतफहमी है। गलतफहमी हाँ ओके, ये है हिंदुस्तान, ये है हिंदुस्तान।
देश बंटवारा हुआ। देखो फ्रीद महाभारत एक मिनट हम फ्रीद महाभारत पढ़े हैं। नहीं महाभारत छोड़ो, हम फरीदकोट डिस्ट्रिक्ट में हैं, देखिए पंजाब में है। महाभारत में- वन मिनट एक मिनट हम एक चक्रवर्ती मिनट राजा था, हम क्या पूरा विश्व का राजा ना था। ना ना, हम पंजाब में हैं, फरीदकोट में हैं, और आपने हम देखिए। आप एक मिनट मजदूरी कर रहे हैं और आप हमें बोल रहे हैं यहाँ आके कि ये हम किराए पे हैं। ऐसा क्यों आप बोला? सब किराए पर हैं। ऐसा क्यों बोल रहे हैं? हिंदुस्तान में आप सब किराए पर हैं। ऐसा क्यों बोल रहे हम हैं? सब हमारे घर में किराए पर हैं। अच्छा, हम आपके घर में किराए पे हैं, हाँ, ये बात आप बोल रहे हैं, और आप बिहार से हैं? हम सब गरीब हैं। नहीं, आप बिहार से हैं ना? हम नहीं, एक हिंदुस्तानी मिनट है। वन मिनट आपने हम हिंदुस्तानी हैं। नहीं हम नहीं आपने हिंदुस्तानी हैं। आपने अभी हमारी हम हिंदुस्तानी गेहूं हैं। या जो कनक बोलते हैं पंजाबी में उसको तोला। आप हमारे मजदूर, आपने हमें बोला कि हम यहाँ आपका अपने घर में, हम हिंदुस्तानी है। आप हिंदुस्तानी हैं, हाँ, लेकिन हम इस घर में किराए पे कैसे किराए हैं? पर है। हम हिंदुस्तान में पंजाबी किराए पे हैं, किराए पर है। क्यों? क्योंकि आप जात बदल दिए। क्या बदल दिए? जात बदल दिए, यानी कि आप हमने सोचते कि हम देश को खालिस्तान बनाएंगे, ऐसा नहीं होगा। नहीं, मैंने तो ऐसा नहीं बोला ऐसा नहीं होगा, है। ऐसा कभी नहीं हो नहीं कहा, आपने खालिस्तान का नाम क्यों लिया? कभी भी नहीं होगा। नहीं, आपने खालिस्तान का नाम क्यों अगर लिया? जब खालिस्तान ये देश बनेगा तो ये देश बर्बाद हो जाएगा। क्या हो जाएगा उसमें? उसमें क्या हो जाएगा? बर्बाद हो जाएगा। नहीं होगा क्या उसमें? नहीं बताओ तो सही। ਸੋ ਨਰਿੰਦਰ ਸਿੰਘ ਜੀ, ਤੁਸੀਂ ਦੇਖਿਆ ਕਿ ਅੱਜ ਆ ਹਾਲਾਤ ਬਣ ਗਏ ਆ। ਅੱਤਵਾਦੀ ਕੌਣ ਆ? ਉਹ ਤੁਹਾਨੂੰ ਚੈਲੰਜ ਕਰ ਰਿਹਾ, ਤੁਹਾਡਾ EMPLOYEE ਆ, ਤੁਹਾਡੀ ਸਟੇਟ ਦੇ ਵਿੱਚ ਆਇਆ ਹੈਗਾ, ਰੋਜ਼ਗਾਰ ਤੁਹਾਡੇ ਲਈ ਕਰ ਰਿਹਾ, ਤੁਹਾਡੇ ਤੋਂ ਲੈ ਰਿਹਾ ਹੈਗਾ, ਤੇ ਤੁਹਾਨੂੰ ਹੀ ਕਹਿ ਰਿਹਾ ਕਿ ਤੁਸੀਂ ਭਾਰਤ ਦੇ ਵਿੱਚ ਕਿਰਾਏ ਤੇ ਰਹਿ ਰਹੇ ਹੈਗੇ ਆ। ਔਰ ਜਿਹੜੇ ਸਾਡੇ ਬੰਦੇ ਆ, ਉਹਨਾਂ ਨੂੰ ਪਤਾ ਨਹੀਂ ਕਦੋਂ ਸਮਝ ਲੱਗੂਗੀ। ਨਾਲੇ ਉਹ ਕੋਈ ਬੰਦਾ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ, ਉਹ ਅਵੇਅਰਡ ਆ ਆਪਣੇ ਮੁਲਕ ਪ੍ਰਤੀ। ਹੀ ਨੋਜ਼ ਵਾਟ ਟੂ ਡੂ। ਮਜ਼ਦੂਰੀ, ਇੱਕ ਮਜ਼ਦੂਰੀ ਕਰਨ ਵਾਲਾ। ਹਾਂ, ਇੱਕ ਮਜ਼ਦੂਰ। ਹਾਂ, ਇਹ ਦੇਖੋ ਉਹਨੂੰ ਕਿਸੇ ਜਿਹੜਾ ਨੇ ਮਜ਼ਦੂਰ ਹੈ, ਉਹਦੀ ਰੋਟੀ ਉਹਨੂੰ ਕਿਸੇ ਨੇ ਭਰਮਾਇਆ ਨਹੀਂ, ਉਹਨੂੰ ਕਿਸੇ ਨੇ ਕੁਝ ਨਹੀਂ ਕੀਤਾ। ਆਮ ਕਨਵਰਸੇਸ਼ਨ ਹੋਈ ਆ ਉਹਨਾਂ ਦੀ ਮੰਡੀ ਦੇ ਵਿੱਚ, ਤੇ ਉਹ ਉੱਥੇ ਪੰਜਾਬ ਦੀ ਧਰਤੀ ਤੇ ਇਹ ਗੱਲ ਕਹਿ ਰਿਹਾ ਹੈਗਾ ਕਿ ਤੁਸੀਂ ਜਿਹੜੇ ਲੋਕ ਹੋ, ਤੁਸੀਂ ਇਸ ਮੁਲਕ ਦੇ ਵਿੱਚ ਕਿਰਾਏ ਤੇ ਰਹਿੰਦੇ ਹੋ, ਤੇ ਕਿਰਾਏ ਤੇ ਰਹਿਣ ਵਾਲਿਆਂ ਦੀ ਹਾਲਤ ਕੀ ਹੁੰਦੀ ਆ। ਔਰ ਪੰਜਾਬ ਦੇ ਵਿੱਚ ਉਹ ਆ ਕੇ ਤੁਹਾਨੂੰ ਕਹਿ ਰਿਹਾ, ਇੱਕ ਆਮ ਬੰਦਾ ਕਹਿ ਰਿਹਾ ਯਾਰ, ਉਹ ਆਪਣੇ ਮੁਲਕ ਪ੍ਰਤੀ ਕਿੰਨਾ ਇਮਾਨਦਾਰ ਤੇ ਕਿੰਨਾ ਅਵੇਅਰ ਆ। ਤੇ ਹੁਣ ਜੇ ਅੱਤਵਾਦੀ ਕਹਿਣਾ ਹੋਵੇ ਤੇ ਫਿਰ ਕੌਣ ਆ? ਇਸ ਤੋਂ ਵੱਡਾ ਅੱਤਵਾਦੀ ਤਾਂ ਕੋਈ ਨਹੀਂ ਹੋ ਸਕਦਾ ਕਿ ਤੁਹਾਨੂੰ ਹੀ ਤੁਹਾਡੇ ਘਰ ਦੇ ਵਿੱਚ ਹੀ ਆ ਕੇ ਤੁਹਾਨੂੰ ਕਵੇ ਕਿ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਹੈਗੇ ਆ, ਆਓ ਕਿਕ ਯੂ ਆਊਟ। ਤੁਸੀਂ ਹਿੰਮਤ ਦੇਖੋ, ਉਹ ਬੰਦੇ ਦੀ ਹਿੰਮਤ ਦੇਖੋ। ਯਾ, ਇਹ ਆਪਾਂ ਕਹਿੰਦੇ ਵੀ ਪੰਜਾਬੀ ਜੀ ਦਲੇਰ ਆ, ਉਹ ਸਾਨੂੰ ਮਰ ਜਾਣਾ ਚਾਹੀਦਾ। ਆਈ ਮੀਨ ਦਿਸ ਇਜ਼ ਸੋ। ਚਲੋ ਮੈਂ ਹੁਣ ਮਾਫੀ ਕਿਹੜਾ ਮੰਗਦਾ ਸ਼ਬਦ ਜਸਵੀਰ ਸਿੰਘ, ਵਰਤਾਂ? ਆਪਾਂ ਨੂੰ ਇੰਨਾ ਫਰਸਟ੍ਰੇਸ਼ਨ ਨਹੀਂ ਹੋਣਾ ਚਾਹੀਦਾ। ਮੈਂ ਜੋ ਆਪਾਂ ਇਹ ਪਾਸੇ ਨਹੀਂ ਆਉਣਾ। ਤੇ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਹੈਗੀ ਯਾਰ, ਜਿਹੜੇ ਬੰਦੇ ਸਾਡੇ ਲੀਡਰਸ਼ਿਪ ਹੈਗੀ ਆ, ਕਦੀ ਵੀ ਉਹਨਾਂ ਦਾ ਕੋਈ ਕਮੈਂਟ ਨਹੀਂ ਹੁੰਦਾ, ਉਹ ਸਾਡੇ ਹੀ ਮਗਰ ਹੱਥ ਧੋ ਕੇ ਪੈ ਜਾਂਦੇ ਆ। ਇਹ ਮੈਂ ਹੁਣ ਤੁਹਾਨੂੰ ਅੱਗੇ ਇਹਦਾ ਵਰਤਾਰਾ ਦੱਸਦਾ। ਹੁਣ ਜਿਵੇਂ ਅਸੀਂ ਕਹਿੰਦੇ ਨੇ ਜੀ, ਅਸੀਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਅਸੀਂ ਲੰਗਰ ਲਾਦੇ ਜਾਂ ਆਕਸੀਜਨ ਵਗੈਰਾ ਜਾਂ ਹੋਰ ਆ। ਹੁਣ ਜੇ ਆਹ ਬੰਦਿਆਂ ਦੇ ਕੋਈ ਭਾਰੂ ਪੈ ਜਾਵੇ, ਇਹਨਾਂ ਦੀ ਜਿਹੜਾ ਸੋਚ ਜਿਹਨ ਦੇ ਵਿੱਚ ਵਸਿਆ ਹੋਇਆ, ਜੇ ਕੱਲ ਨੂੰ ਤੁਸੀਂ ਇਹੋ ਜਿਹੀ ਗੱਲ ਬਿਹਾਰ 'ਚ ਜਾ ਕੇ ਕਰੋ ਤਾਂ ਕੀ ਤੁਹਾਨੂੰ ਬਖਸ਼ ਦੇਣਗੇ? ਨਾ ਜੀ, ਬਿਲਕੁਲ ਨਹੀਂ। ਉਹ ਭੁੱਲ ਜਾਓ। ਸਰਜੀਤ ਸਿੰਘ ਘਮਾਣ ਨੇ ਪਾਈ ਸੀਗੀ ਪੋਸਟ ਵੀ ਇਹਨਾਂ ਨੂੰ, ਉਹਨਾਂ ਨੇ ਇਸ ਵੀਡੀਓ ਦਾ ਹੀ ਰੈਫਰੈਂਸ ਦਿੱਤਾ ਸੀਗਾ ਕਿ ਇਹਨਾਂ ਨੂੰ ਇੱਕ ਟਾਇਰ ਵੀ ਦੇ ਦਿਓ ਤਾਂ ਕਿ ਇਹਨਾਂ ਨੂੰ ਫਿਰ ਮੁੜ ਕੇ ਔਖਾ ਨਾ ਹੋਵੇ ਜਦੋਂ ਇਹਨਾਂ ਨੇ ਸਾਡੇ ਗਲਾਂ 'ਚ ਟਾਇਰ ਪਾਉਣੇ ਆ, ਤਾਂ ਕਿ ਇਹਨਾਂ ਕੋਲ ਮਟੀਰੀਅਲ ਅਵੇਲੇਬਲ ਹੋਵੇ, ਇਹਨਾਂ ਨੂੰ ਹੁਣੇ ਪ੍ਰੋਵਾਈਡ ਕਰ ਦਿਓ। ਸੋ ਜਿਹੜੀਆਂ ਸਾਡੀਆਂ ਸੰਸਥਾਵਾਂ ਵੀ ਹੈਗੀਆਂ ਆ, ਠੀਕ ਆ, ਗੁਰੂ ਦਾ ਆਦੇਸ਼ ਆ, ਉਹਨੂੰ ਉਹ ਸਿਰ ਮੱਥੇ ਮੰਨ ਰਹੀਆਂ ਹੈਗੀਆਂ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈਗੀ ਆ, ਤੇ ਫਿਰ ਉਹ ਸਰਕਾਰਾਂ ਨੂੰ ਪੁੱਛਦੇ ਹੈਗੇ ਆ ਕਿ ਸਰਕਾਰ ਜੀ ਆਹ ਸਾਡੀ ਈਮੇਲ ਆ ਸਾਡੇ ਕੰਟੈਕਟ ਨੰਬਰ ਹੈਗੇ ਆ, ਪਲੀਜ਼ ਕੰਟੈਕਟ ਅਸ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਸੇਵਾ ਕਰੀਏ। ਪਰ ਜਦੋਂ ਰੈਸਟ ਆਫ ਦਾ ਵਰਲਡ ਸੇਵਾ ਕਰਨੀ ਆ, ਫਿਰ ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਲੈ ਕੇ ਚਲੇ ਜਾਂਦੇ, ਆਪੇ ਚਲੇ ਜਾਂਦੇ ਬਾਲਟੀਆਂ ਚੁੱਕ ਕੇ। ਪਰ ਜਦੋਂ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੋਵੇ, ਪੰਜਾਬ ਦੇ ਸਿੱਖਾਂ ਦਾ ਭਲਾ ਕਰਨਾ ਹੋਵੇ ਖਾਸ ਤੌਰ ਤੇ ਫਿਰ ਸਰਕਾਰ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਸਾਨੂੰ ਅਲਾਉ ਕਰੋਗੇ ਜਾਂ ਤੁਸੀਂ ਚਾਹੁੰਦੇ ਹੋ ਤਾਂ ਸਾਨੂੰ ਇਨਫੋਰਮ ਕਰ ਦਿਓ। ਸਾਡੀ ਹਾਲਤ ਕੀ ਹੋ ਚੁੱਕੀ ਹੈਗੀ ਆ। ਆਈ ਮੀਨ ਕਹਿਣਾ ਤਾਂ ਸਾਨੂੰ ਇਹ ਚਾਹੀਦਾ ਕਿ ਅਸੀਂ ਅੱਤਵਾਦੀ ਹਾਂ, ਬਿਕੋਜ਼ ਵੀ ਫਿਕਸ ਦ ਪ੍ਰੋਬਲਮਸ, ਰਾਈਟ। ਜੜੋਂ ਪੱਟ ਰਹੇ ਹਾਂ। ਮੈਂ ਥੋੜਾ ਜਿਹਾ ਤੁਹਾਡੀ ਇਹ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਜੇ ਆਪਾਂ ਜਿਹੜੀ ਤੁਸੀਂ ਸੰਤ ਜਰਨੈਲ ਸਿੰਘ ਉਹਨਾਂ ਦੀ ਗੱਲ ਕੀਤੀ ਸੀ ਵੀ ਉਹਨਾਂ ਨੇ ਕਿਹਾ ਜੇ ਆਹ ਕੰਮ ਕਰਨੇ ਅੱਤਵਾਦੀ ਆ, ਇਹ ਗੱਲਾਂ ਅੱਜ ਵੀ ਉੱਠ ਰਹੀਆਂ। ਜੇ ਆਪਾਂ ਕਹਦੇ ਖਾਲਸਾ ਏਡ ਨੇ ਆਕਸੀਜਨ ਲਈ ਆ,
ਤਾਂ ਬਹੁਤ ਇਹ ਕਹਿ ਲਓ, ਮੈਂ ਉਹਨਾਂ ਨੂੰ ਸਲਾਮ ਕਰਦਾ ਜਿੰਨੇ ਵੀ ਵੀਰ ਭੈਣ, ਚਾਹੇ ਜੋ ਵੀ ਉੱਥੇ ਸੋਸ਼ਲ ਮੀਡੀਆ ਦਾ, ਉਹ ਕਹਿੰਦੇ ਜੀ ਅੱਤਵਾਦੀ ਆ ਗਏ ਆਕਸੀਜਨ ਲੈ ਕੇ। ਇਹ ਗੱਲਾਂ ਪੋਸਟਾਂ ਹੈਗੀਆਂ ਔਰ ਅਫੀਸ਼ੀਅਲ ਮੈਂਬਰਸ ਦੀਆਂ, ਅਫੀਸ਼ੀਅਲ ਗਵਰਨਮੈਂਟ ਅਫੀਸ਼ੀਅਲ ਮੈਂਬਰਸ ਦੀਆਂ ਪੋਸਟਾਂ ਆ, ਕਮੈਂਟਸ ਆ। ਹਾਂ, ਕਮੈਂਟਸ ਆ ਉਹਨਾਂ ਦੇ। ਕਾਰਨ ਕੀ ਆਪਾਂ ਕਹਿੰਦੇ ਆ, ਠੀਕ ਆ, ਹੁਣ ਇਹ ਸੀਗਾ 1 ਲੱਖਾਂ ਦੀ ਆਬਾਦੀ ਚੋਂ, ਉਦਾਂ ਹੀ ਉਹ ਜਿਹੜਾ ਲੱਖਾਂ ਦਾ ਜਿਹੜਾ ਆਬਾਦੀ ਆ, ਜਿਹੜਾ ਉੱਥੋਂ ਦਾ ਅਸੀਂ ਕਹਿੰਦੇ ਹਿੰਦੂ ਆ, ਬਹੁਤ ਤੇ ਆਪਣੇ ਮਨ ਤੇ ਫਰਕ ਪੈ ਵੀ ਰਿਹਾ। ਇਹ ਆਪਾਂ ਨੂੰ ਮੰਨਣਾ ਪਊ। ਜਿਹੜੇ ਉਹ ਕਹਿ ਲਓ ਆਪਦੇ ਧਰਮ ਨੂੰ ਮੰਨਣ, ਜਿਵੇਂ ਮਰਜ਼ੀ ਜਿਹੜੇ ਹਿਸਾਬ ਨਾਲ ਮਰਜ਼ੀ ਜੋ ਚਾਹੇ ਕਰਮਕਾਂਡ ਕਰਦੇ ਆ ਉਹ, ਪਰ ਉਹਨਾਂ ਦੇ ਅੰਦਰ ਕੋਈ ਮਨੁੱਖਤਾ ਦੀ ਗੱਲ ਹੈ। ਬਹੁਤ ਘੱਟ ਪਰਸੈਂਟੇਜ ਆ ਉਹਨਾਂ ਦੀ। ਇਹ ਕਹਿ ਲਓ ਵੀ ਆਟੇ 'ਚ ਲੂਣ ਤੋਂ ਵੀ ਘੱਟ, ਜਿਵੇਂ ਸਿੱਖਾਂ ਨੂੰ ਕਿਹਾ ਜਾਂਦਾ ਨਾ ਵੀ ਤੁਸੀਂ ਆਟੇ 'ਚ ਲੂਣ ਹਿੰਦੁਸਤਾਨ 'ਚ, ਪਰ ਉਹਨਾਂ ਦੀ ਗਿਣਤੀ ਕਹਿ ਲਓ ਜਿਹੜੇ ਮਨੁੱਖਤਾ ਦੇ ਦਰਦ ਵਾਲੇ, ਉਹ ਆਟੇ 'ਚ ਲੂਣ ਤੋਂ ਵੀ ਘੱਟ ਆ। ਜਿਹੜੇ ਕਿ ਉਹ ਕਿਸੇ ਪੱਖ ਜੋਗੇ ਰਹਿ ਹੀ ਨਹੀਂ ਸਕਦੇ। ਉਹ ਬਾਕੀ ਐਂਡ ਤੇ ਗੱਲ ਹੋ ਜਾਂਦੀ, ਉਹ ਬੋਲਣ ਤੋਂ ਤਾਂ ਟੋਟਲੀ ਸਮਰੱਥ ਨਹੀਂ ਹੈਗੇ। ਉਹ ਤਾਂ ਏਦਾਂ ਹੀ ਡਰਦੇ ਰਹਿੰਦੇ ਆ ਵੀ ਜੇ ਜਿਹੜਾ ਕੁਛ ਇਹਨਾਂ ਨਾਲ ਹੋ ਰਿਹਾ ਸਾਡੇ ਨਾਲ ਹੋ ਗਿਆ, ਤੇ ਗੱਲ ਉਹੀ ਤੁਹਾਨੂੰ ਦੱਸਿਆ ਵੀ ਸਾਮ ਦਾਮ ਦੰਡ ਭੇਦ ਵਾਲੀ ਆ ਜਾਂਦੀ, ਉਹਦਾ ਬੋਲਣ ਤੋਂ ਟੋਟਲੀ ਪਾਸਾ ਵੱਟ ਜਾਂਦਾ। ਵੀ ਇਹੀ ਗੱਲਾਂ ਜਿਹੜਾ ਆਪਾਂ ਮੇਨ ਸਾਡਾ ਮੁੱਦਾ ਹੈਗਾ ਅੱਤਵਾਦ ਦਾ, ਵੀ ਇਹ ਸਾਨੂੰ ਆਪਣੇ ਅੰਦਰੋਂ ਪਹਿਲਾਂ ਤਾਂ ਹਊਆ ਕੱਢਣਾ ਪਊ, ਜਿਹੜਾ ਤੁਹਾਡੇ ਤੇ ਲੇਵਲ ਆ। ਹੁਣ ਆਪਾਂ ਇੱਕ ਸੱਪ ਦਾ ਆਪਾਂ ਬਾਰੀ ਗੱਲ ਕਰਦੇ ਆ। ਕਾਰਨ ਕੀ ਆ? ਸਭ ਤੋਂ ਵੱਡਾ ਡਰਾਵਾ ਕਈਆਂ ਨੂੰ ਕਹਿੰਦੇ 50% ਬੰਦੇ ਸੱਪ ਦੇ ਡੰਗਣ ਦੇ ਨਾਲ ਹਾਰਟ ਅਟੈਕ ਹੋ ਕੇ ਮਰ ਜਾਂਦੇ ਆ, 50% ਜ਼ਹਿਰ ਨਾਲ ਮਰਦੇ ਆ, ਤੇ 50% ਜਿਹੜਾ ਸੱਪ ਦੇ ਉਹ ਜਿਹੜਾ ਦਹਿਲ ਗਿਆ ਉਹ ਨਾਂ ਨਾਲ ਹੀ ਮਰ ਜਾਂਦੇ ਆ। ਤੇ ਇਹ ਨਾਂ ਜਿਹੜਾ ਅੱਤਵਾਦ ਦੇ ਨਾਂ ਦਾ ਡਰਾਵਾ, ਪਹਿਲਾਂ ਤਾਂ ਕੋਈ ਵੀ ਖਿੱਤਾ ਕਹਿ ਲਓ ਜਾਂ ਹੋਰ ਆ, ਉਹਨਾਂ ਨੂੰ ਜਦੋਂ ਨਾਂ ਇਹੋ ਜਿਹਾ ਦਿੱਤਾ ਜਾਂਦਾ, ਜਿਵੇਂ ਆਪਾਂ ਬਾਰ-ਬਾਰ ਗੱਲ ਕਰਦੇ ਆ, ਜਦੋਂ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਨਾਂ ਦਿੱਤਾ ਗਿਆ, ਉਦੋਂ ਵੀ ਤਿੜਕੇ ਹੋਣੇ ਆ, ਬਹੁਤ ਗੱਲਾਂ ਹੁੰਦੀਆਂ। ਹਾਂ, ਤੇ ਇਸੇ ਤਰ੍ਹਾਂ ਹੁਣ ਉਹ ਜਿਹੜਾ ਅੱਤਵਾਦ ਕਹਿ ਲਓ ਜਾਂ ਹੋਰ ਆ, ਉਹੀ ਆ। ਹੁਣ ਜੇ ਭਾਰਤ ਵਿੱਚ ਕਹਿ ਲਓ ਅੱਤਵਾਦੀ ਘਟਨਾਵਾਂ ਹੋਈਆਂ, ਅਸੀਂ ਨਹੀਂ ਚਾਹੁੰਦੇ ਜੋ ਬੰਬੇ ਵਰਗਾ ਜਾਂ ਜਿਹਨੇ ਵੀ ਕਰਾਇਆ, ਕਹਿੰਦੇ ਜੀ ਏਜੰਸੀਆਂ ਦੀ ਮਿਲੀ ਭੁਗਤ ਜਾਂ ਜੋ ਵੀ ਆ, ਜਦ ਆਮ ਲੋਕਾਂ ਨੂੰ ਮਾਰਦਾ, ਕੋਈ ਉੱਥੇ ਤੁਰਿਆ ਫਿਰਦਾ, ਕੋਈ ਬੰਬ ਬਲਾਸਟ ਕਰਕੇ ਮਾਰਦਾ, ਅਸੀਂ ਉਹਦੇ ਟੋਟਲੀ ਵਿਰੋਧ 'ਚ ਆ। ਜਿਹੜੇ ਆਮ ਲੋਕ, ਕੋਈ ਵੀ ਬੇਕਸੂਰ, ਇੱਕ ਵੀ ਮਰਦਾ ਬੇਕਸੂਰ ਕੋਈ ਨਹੀਂ, ਹੋ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ। ਹਾਂ, ਜੇ ਕੋਈ ਜਾਣ ਬੁੱਝ ਕੇ ਦੂਸਰਿਆਂ ਨੂੰ ਕੋਈ ਖਤਮ ਕਰਨਾ ਚਾਹੁੰਦਾ, ਕਿਸੇ ਤੇ ਜ਼ੁਲਮ ਢਾਉਂਦਾ, ਜੇ ਉਹਨੂੰ ਕਰਾਰੇ ਹੱਥੀਂ ਕੋਈ ਲੈਂਦਾ, ਅਸੀਂ ਉਹਨੂੰ ਅੱਤਵਾਦ ਨਹੀਂ ਮੰਨਦੇ। ਉਹ ਆਪਣੇ ਹੱਕਾਂ ਦਾ ਕਹਿ ਲਓ ਪ੍ਰਗਟਾਵਾ ਕਰਨਾ, ਆਪਣੇ ਹੱਕਾਂ ਲਈ, ਤੁਹਾਡੇ ਹੱਕ ਦੱਬਦਾ, ਹੱਕ ਮਾਰਦਾ। ਅਸੀਂ ਮਾਰਟਨ ਲੂਥਰ ਕਿੰਗ ਦਾ ਇੱਥੇ ਦਿਨ ਮਨਾਉਂਦੇ ਆ, ਉਹਨੂੰ ਬਾਅਦ 'ਚ ਕਿਵੇਂ ਮਾਰਿਆ ਗਿਆ, ਉਹ ਅੱਤਵਾਦ ਆ। ਉਹ ਆਪਣੇ ਹੱਕਾਂ ਦੀ ਮੰਗ ਕਰਦਾ ਸੀ। ਆਪਾਂ ਕਹਿੰਦੇ ਅਮਰੀਕਾ ਇਹੋ ਜਿਹਾ ਦੇਸ਼ ਆ, ਹੁਣ ਚਲੋ ਦੂਰ ਦੀ ਘਟਨਾ ਸੀ, ਕਹਿੰਦੇ ਅਮਰੀਕਾ, ਕੈਨੇਡਾ ਜਾਂ ਹੋਰ ਆ, ਅਸੀਂ ਇਹਨਾਂ ਦੇਸ਼ਾਂ 'ਚ ਆ ਕੇ ਸੁਖੀ ਵਸਦੇ ਹਾਂ। ਇੰਡੀਆਨਾ ਵਿੱਚ ਐਡੀ ਘਟਨਾ ਹੋਈ, ਕਿੰਨਾ ਉਹਨਾਂ ਨੇ ਆਪਣੇ ਵੱਲੋਂ ਜਾਂ ਜੋ ਬਾਈਡਨ ਵੱਲੋਂ ਜੋ ਵੀ ਹੈ ਝੰਡਿਆਂ ਨੂੰ ਨੀਵਾਂ ਕੀਤਾ ਗਿਆ। ਸਾਡੇ ਖਾਤਰ ਅਸੀਂ ਕਹਿੰਦੇ ਅੱਤਵਾਦ ਕੀ ਆ? ਸਾਡਾ 84 'ਚ ਇੰਨਾ ਘਾਣ ਕਰਕੇ ਵੀ, ਚਲੋ ਜੂਨ 84 ਵਾਲਾ ਕਹਿ ਦਿਓ ਵੀ ਚਲੋ ਉਹ ਮੁਕਾਬਲਾ ਸੀ, ਉਹਨੂੰ ਸਾਈਡ ਤੇ ਰੱਖ ਦਿਓ। ਜਿਹੜਾ ਨਵੰਬਰ 84 'ਚ ਇੰਨਾ ਘਾਣ ਹੋਇਆ, ਕੀ ਸਾਡੇ ਨਾਲ ਇਨਸਾਫ ਹੋਇਆ? ਹੁਣ ਤੱਕ ਕਿਹੜੀ ਗੱਲ ਤੇ ਇਨਸਾਫ ਹੋਇਆ? ਕੀ ਉਹ ਅੱਤਵਾਦ ਨਹੀਂ ਹੈਗਾ? ਹੁਣ ਫਲੋਇਡ ਜਿਹੜਾ ਗੋਰਾ ਨੇ ਉਹਦੇ ਗਰਦਨ ਤੇ ਰੱਖ ਕੇ ਮਾਰਿਆ, ਦੇਖੋ ਸਾਡੇ ਸਾਹਮਣੇ ਕਿੱਡਾ ਇਨਸਾਫ ਆ। ਸ਼ਰੇਆਮ ਬਲਵੀਰ ਸਿੰਘ ਨੂੰ 9/11 ਦੇ ਵਿੱਚ, ਬਲਵੀਰ ਸਿੰਘ ਜਿਹੜਾ ਐਰੀਜ਼ੋਨਾ ਦਾ ਸਿੱਖ ਸੀਗਾ, ਜਦੋਂ ਉਹਨੂੰ ਮਾਰਿਆ ਗਿਆ ਸੀਗਾ ਤੇ ਅਗਲੇ ਨੇ ਵਿਦਨ ਫਿਊ ਮੰਥਸ ਉਹਨੂੰ ਫਾਂਸੀ ਚਾੜਤਾ ਸੀ, ਰਾਈਟ? ਸੋ ਇਹ ਜਸਟਿਸ ਹੁੰਦਾ। ਹਾਂ, ਇਹ ਹੁੰਦਾ ਜਸਟਿਸ। ਪਰ ਇੱਕ ਗੱਲ ਹੋਰ ਸਮਝਣ ਦੀ ਲੋੜ ਹੈਗੀ ਹੈ। ਮੈਂ ਆਪਣੀ ਕੌਮ ਦੀ ਜਿਹੜੀ ਮਾਨਸਿਕਤਾ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਸਾਡੀ ਮਾਨਸਿਕਤਾ ਕੀ ਹੈਗੀ ਆ। ਇੱਕ ਚੇ ਗਵਾਰਾ ਹੋ ਗਿਆ, ਭਗਤ ਸਿੰਘ ਹੋ ਗਿਆ, ਹੋਰ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੇ ਹਥਿਆਰਬੰਦ ਜਿਹੜਾ ਰੈਵੋਲੂਸ਼ਨ ਲੈ ਕੇ ਆਏ ਹੈਗੇ ਆ, ਸੰਘਰਸ਼ ਲੜਿਆ ਹੈਗਾ, ਤੇ ਜਿਹੜੇ ਉਹਨਾਂ ਦੇ ਫੋਲੋਅਰਸ ਹੈਗੇ ਆ, ਲੜ ਉਹ ਸਰਕਾਰ ਦੇ ਨਾਲ ਰਹੇ ਆ, ਪਰ ਉਹਨਾਂ ਕੋਲ ਸਿਕਿਉਰਿਟੀਜ਼ ਤੇ ਜਿਹੜਾ ਵੈਪਨਸ ਆ ਉਹਨਾਂ ਨੂੰ ਸੁਰੱਖਿਆ ਦੇ ਰਹੀ ਹੈਗੀ, ਉਹ ਸਰਕਾਰ ਦੇ ਰਹੀ। ਉਸੇ ਮੁਲਕ ਦੀ ਸਰਕਾਰ ਪੰਜਾਬ ਦੇ ਵਿੱਚ ਬੰਦੇ ਵਸਦੇ ਆ, ਪੰਜਾਬ ਦੇ ਵਿੱਚ ਉਹ ਕਾਮਰੇਡ ਵਸਦੇ ਆ ਜਾਂ ਮਰ ਮੁੱਕ ਗਏ ਆ, ਉਹਨਾਂ ਨੂੰ ਸਰਕਾਰ ਨੇ ਸਿਕਿਉਰਿਟੀ ਦਿੱਤੀ ਹੋਈ, ਉਹਨਾਂ ਨੂੰ ਗਨਮੈਨ ਦਿੱਤੇ ਹੋਏ ਆ, ਲੜ ਕੇ ਦੇ ਲਈ ਰਹੇ ਆ ਉਹ ਭਾਰਤ ਸਰਕਾਰ ਲੋਕਾਂ ਲਈ। ਲੋਕਾਂ ਨੇ ਲੜ ਰਹੇ। ਮੈਂ ਤੁਹਾਨੂੰ ਪਹਿਲਾਂ ਗੱਲ ਜੋ ਆਪਾਂ ਇੱਥੋਂ ਤਾਂ ਹੀ ਸ਼ੁਰੂ ਕੀਤੀ ਆ ਵੀ ਮੈਂ ਇਹਨਾਂ ਨੂੰ ਕਾਮਰੇਡ ਨਹੀਂ ਮੰਨਦਾ। ਜਿਹੜੀ ਅੱਜ ਦੀ ਪੀੜ੍ਹੀ ਉਹਨਾਂ ਨੂੰ ਕਾਮਰੇਡ ਸਮਝ ਕੇ ਲੱਗੀ ਹੋਈ ਆ। ਹੁਣ ਆ ਜਤਿੰਦਰ ਪੰਨੂ ਵਰਗੇ ਅਸੀਂ ਸਿੱਧਾ ਨਾਂ ਲੈਂਦੇ ਆ, ਸਾਡੇ ਸਾਹਮਣੇ ਆ, ਉਹਨਾਂ ਦੇ ਹੱਥੀਂ ਲਿਖਤਾਂ, ਉਹਨਾਂ ਦੇ ਸਾਈਨ ਕੀਤੇ ਕੋਰਟਾਂ ਨੂੰ ਦਿੱਤੇ ਹੋਏ ਇਨਸਾਫ ਮੰਗਣ ਲਈ ਵੀ ਇਹਨਾਂ ਨੂੰ ਨਹੀਂ, ਇਹ ਇੱਦਾਂ ਨਹੀਂ ਸੀ, ਇਹ ਖਾਲੜਾ ਦੀ ਰਿਪੋਰਟ, ਖਾਲੜਾ ਸਾਹਿਬ ਦੀ ਰਿਪੋਰਟ ਜਾਂ ਹੋਰ ਵੀ ਇਹਨਾਂ ਨੂੰ ਨਾ ਪ੍ਰੋਸੀਡ ਨਾ ਕੀਤਾ ਜਾਵੇ, ਹੈ ਨਾ। ਹੁਣ ਉਹਨਾਂ ਨੂੰ ਕੀ ਤੁਸੀਂ ਕਾਮਰੇਡ ਕਹਿ ਦੋਗੇ? ਅਸੀਂ ਕਹਿੰਦੇ ਜੀ ਕਾਮਰੇਡ ਪੱਤਰਕਾਰ, ਆਪਾਂ ਵੀ ਕਹਿੰਦੇ ਹਾਂ, ਹਰ ਰੋਜ਼ ਕਹਿੰਦੇ ਹਾਂ, ਉਹਨੂੰ ਕਾਮਰੇਡ ਪੱਤਰਕਾਰ ਨਹੀਂ ਹੈਗੇ।
ਜੇ ਕਿਉਂਕਿ ਜਿਹੜੀ ਹੁਣ ਤੁਸੀਂ ਗੱਲ ਕੀਤੀ ਅਜੀਤ ਕਈਆਂ ਨੂੰ ਭੁਲੇਖਾ ਰਹਿ ਜਾਊਗਾ, ਅਜੀਤ ਸਿੰਘ ਬੈਂਸ ਹੋਣਾ ਨੇ ਇੱਕ ਬਣਾਈ ਸੀ ਉਹਨਾਂ ਨੇ ਵਕੀਲਾਂ ਦੀ ਕਿ ਇਹਦੇ ਤੇ ਪਟੀਸ਼ਨ ਪਾਈ ਸੀ ਉਹਨਾਂ ਨੇ, ਤੇ ਇਹਨਾਂ ਨੇ ਪਟੀਸ਼ਨ ਪਾ ਕੇ ਉਹਨੂੰ ਰੁਕਵਾਇਆ ਸੀਗਾ, ਰੱਦ ਕਰਵਾਇਆ। ਉਹੀ ਮੈਂ ਰੱਦ ਤੁਹਾਨੂੰ ਕਰਵਾਇਆ ਕਹਿੰਦਾ, ਬਿਲਕੁਲ ਕਿਉਂ ਕਰਵਾਇਆ ਸੀਗਾ? ਕਿਉਂਕਿ ਪੁਲਿਸ ਦਾ ਜਿਹੜਾ ਮਨੋਬਲ ਆ ਉਹ ਡਿੱਗਦਾ ਹੈਗਾ, ਪੁਲਿਸ ਦਾ ਮਨੋਬਲ ਡਿੱਗਦਾ ਹੈਗਾ, ਮਨੋਬਲ ਡਿੱਗਦਾ। ਤੇ ਇੱਥੇ ਇੱਕ ਬੰਦਾ ਮਰਦਾ, ਅਗਲੇ ਪੁਲਿਸ ਨੂੰ ਟੰਗ ਦਿੰਦੇ ਹੈਗੇ ਆ। ਆਈ ਮੀਨ ਪੁਲਿਸ ਦਾ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਸੁਸਾਇਟੀ ਨੂੰ ਰੱਖਣ ਦੇ ਲਈ, ਪਰ ਜੇ ਕਿਤੇ ਜ਼ਿਆਦਤੀ ਕਰਦੀ ਆ ਤੇ ਫਿਰ ਜਿਹੜਾ ਉਹਦੀ ਸਜ਼ਾ ਉਹਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਪਰ ਉੱਥੇ ਜੇ ਤੁਸੀਂ ਕੁਛ ਵੀ ਪੁਲਿਸ ਦੇ ਲਈ ਕਰਦੇ ਹੈਗੇ, ਪੁਲਿਸ ਨੇ ਗਲਤੀ ਕੀਤੀ ਆ, ਉਹਦੇ ਵੱਲੇ ਕੁਛ ਵੀ ਸਰਕਾਰ ਕਰਨਾ ਚਾਹੁੰਦੀ ਆ, ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਭਾਈ ਤੁਸੀਂ ਇੱਦਾਂ ਨਾ ਕਰੋ, ਸਾਡੀ ਸਰਕਾਰ ਜਿਹੜੀ ਉਹਦਾ ਮਨੋਬਲ ਟੁੱਟਣਾ। ਕੋਈ ਨਾ ਕੋਈ ਆਫੀਸਰ ਹੁੰਦਾ ਆ, ਪਰ ਉਹ ਕਹਿੰਦੇ ਨਹੀਂ। ਬਿਲਕੁਲ ਇਹ ਸਾਡਾ ਅੱਜ ਦਾ ਸ਼ੋਅ ਕਰਨ ਦਾ ਹੀ ਮਤਲਬ, ਜਿਵੇਂ ਇਹਨਾਂ ਨੇ ਨਾ ਪਟੀਸ਼ਨਾਂ ਪਾਈਆਂ, ਜਿਹੜੇ ਅਸੀਂ ਅੱਜ ਇੱਥੇ ਬੈਠ ਕੇ ਬੋਲ ਰਹੇ ਹਾਂ, ਸਾਡਾ ਇਹੀ ਆ ਅਸੀਂ ਆਪਣੀ ਕੌਮ ਦਾ ਮਨੋਬਲ ਤਾਂ ਚੱਕੀਏ, ਜਿਹੜੇ ਸਾਡੇ ਤੇ ਲੇਬਲ ਲੱਗੇ ਨੇ ਉਹ ਸਾਡੇ ਤੇ ਸਾਨੂੰ ਦਬਾਉਣ ਲਈ ਲਾਏ ਹੋਏ ਨੇ। ਜਿਵੇਂ ਆਪਾਂ 5ਵੇਂ ਪਾਤਸ਼ਾਹ ਸ਼ੁਰੂ ਕੀਤੀ ਸੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹ ਟਾਈਮ ਇੱਕ ਅੱਤਵਾਦੀ ਦੇ ਤੌਰ ਤੇ ਸ਼ਹੀਦ ਕੀਤਾ ਗਿਆ ਬਣਾ ਕੇ, ਵੀ ਇਹ ਜੀ ਜੋ ਹੈਗਾ ਢਾਹ ਲਾ ਰਹੇ ਆ ਜਾਂ ਦੁਨੀਆ ਨੂੰ, ਜਾਂ ਇਹ ਸਿਸਟਮ ਬਦਲ ਰਹੇ ਆ, ਜਾਂ ਧਾਰਮਿਕ ਤੌਰ ਤੇ ਜਿਵੇਂ ਇਹਨਾਂ ਨੂੰ ਹੁੰਦਾ, ਉਸੇ ਤਰ੍ਹਾਂ ਜੇ ਆਪਾਂ ਕਹਿ ਦਈਏ ਫਿਰ 6ਵੇਂ ਪਾਤਸ਼ਾਹ ਨੇ ਕਿਵੇਂ ਛੋਟੀ ਗੱਲ, ਆਪਾਂ ਕਹਿੰਦੇ ਛੋਟੀ ਗੱਲ ਤੋਂ ਉਹਨਾਂ ਨੇ ਇੱਕ ਕਹਿ ਲਓ ਵੀ ਉਹਨਾਂ ਨੇ ਇੱਕ ਪੁਆਇੰਟ ਬਣਾ ਕੇ ਖੜੀ ਕੀਤੀ, ਉੱਥੋਂ ਸ਼ੁਰੂ ਕੀਤਾ। ਸ਼ੁਰੂਆਤ ਨਹੀਂ ਕਰਨੀ ਹੁੰਦੀ ਕਿਸੇ ਚੀਜ਼ ਦੀ, ਵੀ ਆਹ ਦੇਖੋ ਅਸੀਂ ਆਹ ਖੜ ਗਏ, ਅਸੀਂ ਇੱਥੇ ਖੜ ਗਿਆ, ਲਾਈਨ ਖਿੱਚਤੀ ਵੀ। ਇਹ ਸਾਡੇ ਦਿਮਾਗਾਂ ਚੋਂ ਜਿਹੜਾ ਇੱਕ ਅੱਤਵਾਦ ਦਾ, ਵੀ ਅਸੀਂ ਅੱਤਵਾਦੀ, ਜਿਵੇਂ ਤੁਸੀਂ ਕਿਹਾ ਸੰਤ ਜਰਨੈਲ ਸਿੰਘ ਸੀ ਕਹਿੰਦੇ ਸੀ, ਇਸੇ ਤਰ੍ਹਾਂ ਜਿਵੇਂ ਹੁਣ ਛੋਟੀਆਂ ਆਵਾਜ਼ਾਂ ਉੱਠਦੀਆਂ, ਜਿਵੇਂ ਪੋਸਟਾਂ ਦੇ ਨਾਂ ਤੇ ਆਹ ਚੱਕੋ ਵੀ ਅੱਤਵਾਦੀ ਆ ਗਿਆ, ਆਪਣੇ ਆਪ ਨੂੰ ਮੰਨਣਾ ਵੀ ਹਾਂ ਅਸੀਂ ਏਦਾਂ ਕਰਦੇ ਹਾਂ। ਹਾਂ, ਜਦੋਂ ਸਾਨੂੰ ਲੋੜ ਪੈਂਦੀ ਆ, ਕੀ ਕਹਿੰਦੇ ਨੇ, ਮੈਂ ਆਪਾਂ ਉਦੋਂ ਵੀ ਗੱਲ ਕੀਤੀ ਵੀ ਸੱਪ ਦੇ ਨਾ ਜਦੋਂ ਜ਼ਹਿਰ ਕੱਢ ਦਈਏ ਲੋਕ ਉਹਨੂੰ ਗਲ 'ਚ ਪਾਈ ਫਿਰਦੇ ਆ। ਬਿਲਕੁਲ ਤੇ ਇੱਕ ਕਿਸਮ ਦਾ ਤੁਸੀਂ ਆਪਣੇ ਆਪ ਨੂੰ ਸੱਪ ਮੰਨ ਦੋ। ਅੱਜ ਸਾਨੂੰ ਕਿਹਾ ਜਾਂਦਾ ਜੀ ਕਿਰਪਾਨ ਦੀ ਕੀ ਲੋੜ ਆ ਜੀ, ਆਹ ਨਿਹੰਗਾਂ ਵਾਲੇ ਬਾਣੇ ਦੀ ਕੀ ਲੋੜ ਆ ਜੀ, ਸ਼ਾਸਤਰ ਵਿੱਦਿਆ ਦੀ ਕੀ ਲੋੜ ਆ ਜੀ, ਫੌਜਾਂ ਆ ਗਈਆਂ। ਉਹ ਫੌਜਾਂ ਜਿਹੜੀਆਂ ਤੁਹਾਨੂੰ ਮਾਰ ਰਹੀਆਂ ਨੇ, ਤੇ ਤੁਸੀਂ ਕਿਉਂ ਬਚਣਾ? ਇਹ ਬਹੁਤ ਵੱਡੀਆਂ ਗੱਲਾਂ ਵੀ ਸੱਪ ਦੀ ਜੇ ਜ਼ਹਿਰ ਕੱਢਦੀ ਹੈ, ਮੈਂ ਪੁਆਇੰਟ ਲੈਣਾ ਵੀ ਆਪਣੇ ਆਪ ਨੂੰ ਮੰਨ ਲਈਏ ਲੋਕ ਗਲ 'ਚ ਪਾਈ ਫਿਰਦੇ ਆ ਜੀ, ਠੀਕ ਹੈ ਨਾ। ਜਿਵੇਂ ਸਾਡੇ ਲਿਖਤਾਂ 'ਚ ਆਉਂਦਾ ਵੀ ਜਿਹੜਾ ਕਿਹਾ ਜਾਂਦਾ, ਹੁਣ ਅਸੀਂ ਉਹ ਜੋ ਵੀ ਹੈਗਾ, ਜੋ ਇਤਿਹਾਸ ਆ, ਵੀ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਸ਼ਾਸਤਰ ਤੋਂ ਬਿਨਾਂ ਮੈਂ ਉਹਨੂੰ ਭੇਡ ਜਾਣਦਾ। ਬਿਲਕੁਲ ਗੱਲ ਵੀ ਸਹੀ ਹੈ, ਇਹ ਗੱਲ ਵੀ ਸਹੀ ਹੈ। ਪਰ ਸਾਨੂੰ ਕਿਹਾ ਜਾਂਦਾ ਜੀ ਹੁਣ ਸਾਡਾ ਦੇਸ਼ ਆ ਜੀ, ਸਾਡੇ ਕੋਲ ਫੌਜਾਂ ਨੇ। ਮੇਨ ਗੱਲ ਉੱਥੇ ਆ ਗਈ, ਅਸੀਂ ਉਹ ਜਿਹੜੇ ਉਹ ਸਿਸਟਮ ਤੋਂ ਭਗੌੜੇ ਕਹਿ ਲਓ, ਜਿਹੜੇ ਤਾਂ ਸ਼ਹੀਦੀਆਂ ਦੇ ਗਏ, ਉਹ ਚਲੋ ਉਹ ਆਪਣਾ ਭਗਾ ਗਏ ਧਰਮ, ਜਾਂ ਜਿਹੜੇ ਉਹ ਮਹਾਜ ਤੇ ਅਜੇ ਵੀ ਖੜੇ ਨੇ, ਇੱਕ ਉਹ ਲਾਣਾ। ਇੱਕ ਉਹ ਆ ਤੁਹਾਨੂੰ ਦੱਸਿਆ ਵੀ ਜਿਹੜਾ ਸਭ ਤੋਂ ਵੱਧ ਖਤਰਨਾਕ ਆ, ਉਹ ਜਿਹੜਾ ਰਾਹ ਸੀ ਉਹ ਤੋਂ ਥਿੜਕ ਕੇ ਆਪਣੇ ਆਪ ਨੂੰ ਵੀ ਮੈਂ ਨੀਵਾਂ ਨਾ ਦਿਖਾਂ, ਉਹ ਦੂਜੇ ਪਾਸੇ ਜਾ ਖੜਿਆ। ਜਿਹਦੀ ਤੁਸੀਂ ਗੱਲ ਕੀਤੀ ਆ ਵੀ ਉਹ ਸਰਕਾਰ ਤੋਂ ਸਿਕਿਉਰਿਟੀ ਵੀ ਲਈ ਫਿਰਦੇ ਆ ਤੇ ਲੋਕਾਂ ਨੂੰ ਸ਼ੋਅ ਅਪ ਕਰਦੇ ਆ, ਅਸੀਂ ਲੜ ਵੀ ਸਰਕਾਰ ਨਾਲ ਰਹੇ ਆ। ਕਾਹਦੇ ਖਾਤਰ? ਤੁਹਾਡੇ ਖਾਤਰ। ਕਿੱਥੇ ਤੱਕ ਲੜਨਾ ਸੀ? ਆ ਜਾਓ ਇਕੱਠੇ ਹੋ ਕੇ ਧਰਨਾ ਲਾ ਲਓ, ਇੰਨਾ ਚਿਰ ਬੈਠਾਂਗੇ, ਡਾਂਗਾ ਮਾਰਨਗੇ, ਡਾਂਗਾ ਵੀ ਖਾਵਾਂਗੇ, ਮੁੜ ਕੇ ਸਾਨੂੰ ਜੇਲ੍ਹਾਂ 'ਚ ਬੰਦ ਕਰਨ, ਜੇਲ੍ਹ ਪਰ ਅੰਦੋਲਨ ਕਰਾਂਗੇ, ਤੇ ਫਿਰ ਘਰਾਂ ਨੂੰ ਆ ਜਾਵਾਂਗੇ, ਫਿਰ ਧਰਨਾ ਲਾ ਦਾਂਗੇ। ਬਸ ਆ ਉਹਨਾਂ ਦੀ ਜੋ ਐਂਡ ਦਾ। ਹਾਂ, ਸਰਕਾਰ ਕਹੂ ਅਸੀਂ ਐਲਾਨ ਕਰਤਾ ਇੱਥੇ ਜਾਣਾ ਅਸੀਂ, ਹਾਂ ਜਿੱਦਣ ਕੋਈ ਸਰਕਾਰ ਦਾ ਕੋਈ ਆ ਗਿਆ ਵੀ ਇਹਦੇ ਨਾਲ ਆਹ ਕੁਛ ਹੁੰਦਾ ਜਾਂ ਫਰਕ ਪੈਂਦਾ, ਉਹ ਅਸੀਂ ਵਾਪਸ ਲੈ ਲਾਂਗੇ। ਕਹੀਆਂ ਜਾਂਦੀਆਂ ਜੀ ਪੈਂਤੜੇ ਹੁੰਦੇ ਆ ਜੀ ਇਹ ਅੰਦੋਲਨ ਦੇ, ਸਾਨੂੰ ਇੱਧਰ ਉੱਧਰ ਕਰਨੇ ਪੈਂਦੇ। ਠੀਕ ਆ, ਹੁੰਦੇ ਆ, ਮੰਨਦੇ ਆ ਅਸੀਂ, ਪਰ ਸ਼ਰੇਆਮ ਜਿਹੜਾ 26 ਜਨਵਰੀ ਵਾਲਾ ਸੀ, ਅਸੀਂ ਗੱਲਾਂ ਨਹੀਂ ਕਰਨੀਆਂ ਚਾਹੁੰਦੇ, ਅਸੀਂ ਕਹਿੰਦੇ ਵੀ ਫਰਕ, ਪਰ ਉਹ ਸ਼ਰੇਆਮ ਇਹਨਾਂ ਦੀਆਂ ਜੋ ਹੈਗੀਆਂ ਵੀ ਸਾਡੀਆਂ ਰਾਤ ਨੂੰ ਪੁਲਿਸ ਵਾਲਿਆਂ ਨਾਲ ਇੰਟਰਵਿਊ ਆਪਦੇ ਮੂੰਹੋਂ ਕਹਿੰਦੇ ਆ, ਅਸੀਂ ਨਹੀਂ ਕਹਿੰਦੇ ਵੀ ਉਹ ਕਹਿੰਦੇ ਇੱਥੇ ਤੱਕ ਐਂ ਕਰ ਲਓ। ਇਹਨਾਂ ਦੀਆਂ ਸਾਰੀਆਂ ਰਾਤਾਂ 'ਚ ਇੰਨੀਆਂ ਰਾਤਾਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਨਾਲ, ਤੇ ਦੋਸ਼ ਉਲਟਾ ਦੂਜਿਆਂ ਤੇ ਲੱਗਦਾ ਵੀ ਇਹ ਫਲਾਣਿਆਂ ਦੇ ਸਰਕਾਰ ਦੇ ਬੰਦੇ ਆ। ਉਹ ਜਿਵੇਂ ਪੁਲਿਸ ਵਾਲਿਆਂ ਨੇ ਕਹਿਤਾ, ਉਲਟਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕਰਨਾ ਸੀ ਇਹਨਾਂ ਨਾਲ, ਜੇ ਇਹ ਆਪਦੇ ਜਿਹੜਾ ਉਹ ਸੀਗਾ ਕਾਫਲਾ, ਉਹਨੂੰ ਸਾਈਡ ਤੇ ਨਾ ਮੋੜਦੇ, ਗਾਂ ਇਹਨਾਂ ਤੇ ਹਮਲਾ ਹੋਣਾ ਸੀ ਬੀਜੇਪੀ ਵੱਲੋਂ, ਜੋ ਉਹਨਾਂ ਨੇ ਇਹਨਾਂ ਨੂੰ ਰੂਟ ਬਣਾ ਕੇ ਦਿੱਤਾ ਹੋਇਆ ਸੀ। ਵੀ ਉਹ ਗੱਲਾਂ ਵੀ ਇਹ ਉਹ ਲਾਣਾ। ਮੈਂ ਫਿਰ ਆਪਾਂ ਅੱਜ ਦੇ ਨੌਜਵਾਨੀ ਨੂੰ ਜਾਂ ਅਸੀਂ ਆਪਣੇ ਲੋਕਾਂ ਨੂੰ ਕਹਿਣਾ ਵੀ ਭਾਈ ਉਹ ਜਿਹੜੀ ਚੀਜ਼ ਤੁਸੀਂ ਸਮਝ ਰਹੇ ਹੋ ਨਾ, ਵੀ ਇਹ ਤੁਹਾਨੂੰ ਲਿਖਤਾਂ ਪੜ੍ਹ ਕੇ ਸੁਣਾਉਂਦੇ ਨੇ ਜੀ, ਮੈਂ ਜੀ ਆਹ ਰਸ਼ੀਆ ਦੀਆਂ ਬੁੱਕਾਂ ਪੜ੍ਹਦਾ, ਮੈਂ ਅੱਜ ਤੱਕ ਹੋਰ ਕੋਈ ਬੁੱਕ ਨਹੀਂ ਪੜ੍ਹੀ ਜੀ, ਮੈਂ ਲੈਨਨ ਦੀਆਂ ਬੁੱਕਾਂ ਪੜ੍ਹਦਾ ਜੀ, ਮੈਂ ਚੀਕਵੇਰੇ ਦੀਆਂ ਬੁੱਕਾਂ ਪੜ੍ਹਦਾ। ਵੀ ਬੜੇ ਪੱਤਰਕਾਰ ਤੁਹਾਨੂੰ ਆ ਹੁਣ ਨਵੇਂ ਨਿਕਲੇ ਨੇ, ਸੌਰੀ ਟੂ ਸੇ ਸਲਾਰੂ ਜਿਹੇ ਪੱਤਰਕਾਰ ਨਵੇਂ ਨਿਕਲੇ ਨੇ, ਉਹ ਤੁਹਾਨੂੰ ਏਦਾਂ ਬੁੱਕਾਂ ਦੇ ਨਾਮ ਬਣਾਉਣਗੇ, ਅਗਲਾ ਕੋਈ ਬੜਾ ਗਿਆਨਵਾਨ ਆ।
ਬਿਲਕੁਲ ਉਹਨਾਂ ਨੂੰ ਪੁੱਛੇ ਤੁਹਾਡਾ ਗਿਆਨ ਕਿੱਥੇ ਤੱਕ ਆ, ਵੀ ਗਿਆਨ ਤੁਹਾਡਾ ਉੱਥੇ ਤੱਕ ਆ ਵੀ ਤੁਸੀਂ ਇੱਕ ਉਹ ਸੱਪ ਬਣ ਕੇ ਰਹਿਣਾ ਵੀ ਜਿਹਦੀ ਜ਼ਹਿਰ ਕੱਢੀ ਹੋਈ ਆ, ਜਾਂ ਤੁਸੀਂ ਉਹ ਸੱਪ ਬਣ ਕੇ ਰਹਿਣਾ ਵੀ ਜੇ ਖੁੱਡ ਤੋਂ ਨਿਕਲਦਾ 150 ਬੰਦਾ ਭੱਜ ਲੈਂਦਾ। ਤੁਸੀਂ ਆਪਣੇ ਆਪ ਨਾ ਦੇਖਣਾ। ਨਰਿੰਦਰ ਸਿੰਘ ਜੀ, ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਵੈਨਜ਼ੂਏਲਾ ਦੀ, ਜਿੱਥੇ ਤੇਲ ਬਹੁਤ ਨਿਕਲਦਾ ਹੈਗਾ, ਤੇ US ਚਾਹੁੰਦਾ ਕਿ ਉਹਦਾ ਜਿਹੜਾ ਕੰਟਰੋਲ ਆ ਉਹ ਉਹਨਾਂ ਲੋਕਾਂ ਦੇ ਹੱਥ 'ਚ ਰਵੇ ਜਿਹੜੇ ਉਹਨਾਂ ਦੀ ਕੋਈ ਗੱਲਬਾਤ ਸੁਣਦੇ ਹੈਗੇ ਆ। ਸੋ ਵੈਨਜ਼ੂਏਲਾ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਨੂੰ ਘੇਰ ਲਿਆ ਲੋਕਾਂ ਨੇ, ਰਾਈਟ, ਤੇ ਉਹਨੂੰ ਮਿਲਟਰੀ ਦੇ ਬੰਦੇ, ਉਹਨਾਂ ਨੇ ਅਫੀਸ਼ੀਅਲ ਜਿਹੜੇ ਹਾਈ ਐਂਡ ਜਿੱਦਾਂ ਪਾਕਿਸਤਾਨ 'ਚ ਹੁੰਦਾ, ਉਹਨਾਂ ਨੇ ਉਹ ਫੜ ਲਿਆ। ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ, ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਚਵੇਜ ਉਹਦਾ ਨਾਂ ਸੀਗਾ, ਮੋਹਰਾ ਨਾਂ ਨਹੀਂ ਮੈਨੂੰ ਪਤਾ ਉੱਥੇ ਦਾ ਪ੍ਰਧਾਨ ਮੰਤਰੀ, ਤੇ ਉਹਨਾਂ ਨੇ ਕੈਪਚਰ ਕਰ ਲਿਆ ਤੇ ਉਹਨੂੰ ਫੋਰਸ ਕਰ ਰਿਹਾ ਸੀ ਕਿ ਤੂੰ ਅਸਤੀਫਾ ਦੇ। ਲੈ ਵੀ ਉਹ ਪੇ ਦੇ ਪੁੱਤ ਨੇ ਅਸਤੀਫਾ ਨਹੀਂ ਦਿੱਤਾ। ਉਹ ਕਹਿੰਦਾ ਜੋ ਮਰਜ਼ੀ ਹੋ ਜਾਏ ਮੈਂ ਅਸਤੀਫਾ ਨਹੀਂ ਦੇਣਾ, ਮੈਂ ਚੁਣਿਆ ਹੋਇਆ ਲੋਕਾਂ ਦਾ, ਮੈਂ ਅਸਤੀਫਾ ਨਹੀਂ ਦੇਣਾ। ਤੇ ਤੀਜੇ ਦਿਨ ਉਹਨਾਂ ਨੂੰ ਉਹ ਬੰਦਾ ਛੱਡਣਾ ਪਿਆ, ਮੁੜ ਕੇ ਫਿਰ ਵਾਪਸ ਲਿਆਉਣਾ ਪਿਆ। ਮਤਲਬ ਇਹ ਹੁੰਦੀ ਆ ਰਣਨੀਤੀ। ਰਣਨੀਤੀ ਇਹ ਨਹੀਂ ਹੈਗੀ ਕਿ ਜੇ ਸਾਨੂੰ ਸਰਕਾਰ ਕਹੂਗੀ ਇੱਥੇ ਰੁਕ ਜਾਵੋ, ਅਸੀਂ ਰੁਕ ਜਾਵਾਂਗੇ। ਜੇ ਸਾਨੂੰ ਸਰਕਾਰ ਕਹੂਗੀ ਕਿ ਅਸੀਂ ਅੱਤਵਾਦੀ ਹਾਂ, ਤੇ ਅਸੀਂ ਉਹਨਾਂ ਨੂੰ ਕਹਾਂਗੇ ਨਹੀਂ ਅਸੀਂ ਅੱਤਵਾਦੀ ਨਹੀਂ, ਅਸੀਂ ਘਰਾਂ ਨੂੰ ਚਲੇ ਜਾਂਦੇ ਹਾਂ। ਰਣਨੀਤੀ ਇਹ ਹੁੰਦੀ ਹੈ, ਜਿਹੜੀ ਗੱਲ ਤੁਸੀਂ ਕੀਤੀ ਹੈਗੀ ਹੈ, ਕਿ ਅਗਲੇ ਨੂੰ ਇਹ ਡਰ ਹੋਵੇ। ਤੁਹਾਡਾ ਮੂੰਹ ਕਿਉਂ ਟੁੱਟਦਾ ਇਸ ਗੱਲ ਕਹਿਣ ਨੂੰ? ਠੀਕ ਆ, ਇਹ ਗੱਲ ਵੱਖਰੀ ਹੈ ਕਿ ਜਿਹੜਾ ਬੰਦਾ ਮੈਦਾਨ ਦੇ ਵਿੱਚ ਹੁੰਦਾ ਹੈ ਤੇ ਜਿਹੜਾ ਬੰਦਾ ਇੱਥੇ ਮਾਈਕ ਤੇ ਬੋਲਦਾ ਹੈ, ਇਹਦਾ ਬੜਾ ਫਰਕ ਹੈ। ਕਹਿਣੀ ਗੱਲ ਬੜੀ ਸੌਖੀ ਹੈ ਤੇ ਕਰਨੀ ਬੜੀ ਸੌਖੀ ਹੈ। ਪਰ ਅਗੇਨ ਅਸੀਂ ਲੀਡਰ ਨਹੀਂ ਹੈ। ਜੇ ਤੁਸੀਂ ਲੀਡਰ ਬਣਨਾ ਤਾਂ ਲੀਡਰ ਵਾਲੀ ਕੁਆਲਿਟੀ ਹੋਣੀ ਚਾਹੀਦੀ ਹੈਗੀ ਆ। ਤੁਹਾਡਾ ਮੂੰਹ ਟੁੱਟਦਾ ਇੰਨੀ ਗੱਲ ਕਹਿਣ ਨੂੰ? ਆਵਾਂਗੇ ਪਰ ਪੂਰੀ ਤਿਆਰੀ ਨਾਲ ਆਵਾਂਗੇ। ਵਾਟਸ ਅ ਪ੍ਰੋਬਲਮ ਵਿਦ ਦੈਟ? ਕੀ ਪ੍ਰੋਬਲਮ ਹੈ ਇੰਨੀ ਗੱਲ ਕਹਿਣ ਦੇ ਲਈ? ਆਵਾਂਗੇ, ਪਰ ਆਵਾਂਗੇ ਪੂਰੀ ਤਿਆਰੀ ਦੇ ਨਾਲ। ਤੁਸੀਂ ਕਹਿ ਰਹੇ ਆ ਆਵਾਂਗੇ, ਜਿੱਥੇ ਤੁਸੀਂ ਰੋਕੋਗੇ ਅਸੀਂ ਰੁਕ ਜਾਵਾਂਗੇ, ਜਿੱਥੇ ਤੁਸੀਂ ਬਿਠਾਓਗੇ ਅਸੀਂ ਬੈਠ ਜਾਵਾਂਗੇ, ਜਿੱਥੋਂ ਤੁਸੀਂ ਸਾਨੂੰ ਮੋੜੋਗੇ ਅਸੀਂ ਮੁੜ ਜਾਵਾਂਗੇ। ਇਹ ਸਾਡੀ ਇਹ ਰਣਨੀਤੀ ਹੈ। ਇੱਕ ਉਹ ਯੋਧਾ ਸੀਗਾ ਜਿਹੜਾ ਬਹੁਤਿਆਂ ਨੂੰ ਪਸੰਦ ਨਹੀਂ ਹੈ ਕਿ ਤੁਸੀਂ ਕੰਮ ਕਰਕੇ ਮੈਂ ਤੁਹਾਨੂੰ ਛਾਤੀ ਨਾਲ ਲਾਊਂਗਾ। ਇੱਕ ਉਹ ਆ, ਜੇ ਤੁਸੀਂ ਕੋਈ ਕੰਮ ਕਰਤਾ, ਇਹ ਸਾਡੇ ਨਾਲ ਦਾ ਹੈ ਨਹੀਂ ਸੀ, ਇਹ ਸਾਡੇ ਨਾਲ ਮਾਫੀ ਮੰਗਦੇ ਆ, ਪੁਲਿਸ ਦੇ ਕੋਲੋਂ ਮਾਫੀ ਮੰਗਦੇ ਹੈਗੇ ਆ ਕਿ ਪੁਲਿਸ ਜੀ ਸੌਰੀ, ਇਹ ਬੰਦੇ ਸਾਡੇ ਨਾਲ ਦੇ ਨਹੀਂ ਸੀਗੇ, ਪਤਾ ਨਹੀਂ ਕੌਣ ਬੰਦੇ ਹੈਗੇ। ਤੁਸੀਂ ਇਹ ਦੇਖੋ, ਉਹ ਤਾਂ ਵੱਖਰੀ ਗੱਲ, ਜਿਹੜਾ ਬੰਦਾ ਜਿਹੜਾ ਰਣਜੀਤ ਸਿੰਘ ਆ, ਉਹਦੇ ਕਿੱਡਾ ਹਮਲਾ ਕੀਤਾ ਹੋਇਆ, ਨਾਲ ਉਹਦੇ ਗੁੰਡੇ ਲੈ ਕੇ ਆਏ ਨੇ, ਉਹ ਤੋਂ ਵੀ ਮੁੱਕਰ ਜਾਂਦੇ ਆ, ਕਹਿੰਦੇ ਇੱਧਰ ਜਾਓ ਹੀ ਨਾ ਸਟੇਜ ਤੇ। ਕਿੱਡੀਆਂ ਗੱਲਾਂ ਹੋਈਆਂ। ਚਲੋ ਆਪਾਂ ਹੁਣ ਉਧਰੋਂ ਆਪਣੇ ਮੇਨ ਜਿਹੜਾ ਵਿਸ਼ਾ ਉਹਦੇ ਵੱਲ ਆਈਏ, ਜਿਹੜੀ ਅੱਤਵਾਦ ਦੀ ਗੱਲ ਤੁਸੀਂ ਕੀਤੀ। ਨਹੀਂ, ਮੇਰਾ ਮਤਲਬ ਠੀਕ ਆ, ਆਪਾਂ ਅੱਤਵਾਦ ਦੀ ਗੱਲ ਕਰ ਰਹੇ ਹਾਂ, ਪਰ ਅੱਤਵਾਦ ਜਿਹੜਾ ਬੰਦਾ ਸਹਿਯੋਗ ਕਰ ਰਿਹਾ ਉਸ ਅੱਤਵਾਦ ਨੂੰ ਫੈਲਾਉਣ ਦੇ ਲਈ, ਰਾਈਟ, ਜਿਹੜਾ ਉਸ ਚੀਜ਼ ਦੀ ਹਾਮੀ ਭਰ ਰਿਹਾ ਕਿ ਜੇ ਉਹ ਕਹਿੰਦੇ ਆ ਤੇ ਤੁਸੀਂ ਕਹਿੰਦੇ ਹਾਂਜੀ ਇਹ ਅਸੀਂ ਤੁਹਾਡੀ ਗੱਲ, ਤੁਸੀਂ ਉੱਤੇ ਪ੍ਰਤੀਕਰਮ ਦੇ ਰਹੇ ਹੈਗੇ ਆ। ਤੁਸੀਂ ਕਹਿੰਦੇ ਆ ਕਿ ਥੋੜੀ ਜਿਹੀ ਆ ਜਿਹੜੀ ਸੰਗਤ ਆ, ਜਿਨ੍ਹਾਂ ਨੇ ਹਥਿਆਰ ਪਾਏ ਹੈਗੇ ਆ, ਜਿਨ੍ਹਾਂ ਦੇ ਕੋਲ ਕਿਰਪਾਨਾਂ ਆ, ਜਿਨ੍ਹਾਂ ਦੇ ਕੋਲ ਸ਼ਸਤਰ ਆ, ਇਹ ਖਾਲਸਾ ਦੀ ਜਿਹੜੀ ਫੌਜ ਆ, ਇਹਨੂੰ ਥੋੜਾ ਪਿੱਛੇ ਕਰ ਦਿਓ। ਜਿਹੜੇ ਬੰਦੇ ਨਿਸ਼ਾਨ ਲੈ ਕੇ ਆਏ ਆ ਉਹ ਪਿੱਛੇ ਹਟ ਜਾਣ, ਕਿਉਂਕਿ ਉਹ ਕਹਿ ਰਹੇ ਹੈਗੇ ਅੱਤਵਾਦੀ ਆ। ਸੋ ਇਸ ਕਰਕੇ ਮੈਂ ਇਹ ਕਹਿ ਰਿਹਾ ਹੈਗਾ ਕਿ ਅੱਤਵਾਦੀ ਉਹ ਵੀ ਹੈਗੇ ਆ ਜਿਹੜੇ ਇਹਨੂੰ ਸਪੋਰਟ ਕਰ ਰਹੇ ਹੈਗੇ ਆ। ਉਹਨਾਂ ਦੇ ਕਾਜ਼ ਨੂੰ ਤੁਸੀਂ ਸਪੋਰਟ ਕਰਨਾ, ਕਿਸੇ ਅੱਤਵਾਦੀਆਂ ਦੀ ਕਾਜ਼ ਨੂੰ ਤੁਸੀਂ ਸਪੋਰਟ ਕਰਨਾ, ਤਾਂ ਤੁਸੀਂ ਵੀ ਅੱਤਵਾਦੀ ਹੋ। ਤੇ ਮੇਰੇ ਹਿਸਾਬ ਨਾਲ ਜੇ ਵਾਕਿਆ ਤੁਸੀਂ ਅੱਤਵਾਦੀ ਹੋ, ਤੇ ਤੁਸੀਂ ਜੇ ਵਾਕਿਆ ਜਿਹੜਾ ਜ਼ੁਲਮ ਦੇ ਖਿਲਾਫ ਲੜਨ ਵਾਲਾ ਜਿਹੜਾ ਅੱਤਵਾਦੀ ਹੈ, ਫਿਰ ਉਹ ਕਹਿੰਦਾ ਆ ਕਿ ਯੈਸ ਮੈਂ ਅੱਤਵਾਦੀ ਹਾਂ, ਤਾਂ ਤੁਸੀਂ ਕਰ ਲਓ ਜੋ ਕਰਨਾ, ਤੁਸੀਂ ਮੇਰਾ ਜੋ ਕਰਨਾ ਕਰ ਲਓ। ਮੈਂ ਕਹਿੰਦਾ ਇਹ ਆਮ ਲੋਕਾਂ ਦਾ ਕੀ ਹੋਣਗੇ? ਇਹ ਤਾਂ ਉਹ ਆਪਣੇ ਸਾਥੀਆਂ ਦੇ ਨਹੀਂ ਹੋਏ, ਜਿਹੜੇ ਜਾਨਾਂ ਵਰਗੇ ਕਾਮਰੇਡ। ਬਿਲਕੁਲ ਉਹੀ ਜਿਹੜਾ ਆਪਾਂ ਪਹਿਲਾਂ ਵੀ ਗੱਲ ਕੀਤੀ, ਸੰਤਰਾਮ ਉਦਾਸੀ ਦੀ ਗੱਲ ਜਾਂ ਹੋਰਨਾਂ ਦੀ, ਮਨ ਕਰੋਗੇ ਲੋਕ। ਅੱਜ ਪੰਜਾਬ ਦੇ ਆਮ ਲੋਕਾਂ ਨੇ ਕਿੱਥੋਂ ਖੜ ਜਾਣਗੇ? ਮੈਂ ਪੰਜਾਬ ਦੇ ਲੋਕਾਂ ਨੂੰ ਹੈਗਾ ਨਾ, ਇਹਨਾਂ ਨੇ ਤੁਹਾਨੂੰ ਉਹ ਮੋੜ ਤੇ ਛੱਡ ਕੇ ਭੱਜ ਜਾਣਾ ਜਿੱਥੋਂ ਤੁਸੀਂ ਨਾ ਅੱਗੇ ਜਾ ਸਕਣਾ ਤੇ ਨਾ ਪਿੱਛੇ ਆ ਸਕਣਾ। ਕਿਉਂਕਿ ਪੰਜਾਬ ਦੇ ਲੋਕਾਂ ਦੀ ਬਿਰਤੀ ਕਹਿ ਲਓ, ਸੋਚ ਕਹਿ ਲਓ, ਫਿਰ ਉੱਥੇ ਹੀ ਖੜੀ ਆ। ਅਸੀਂ ਜਜ਼ਬਾ ਦੇਖ ਚੁੱਕੇ ਆ ਸੰਘਰਸ਼ ਦੇ ਵਿੱਚ ਜਾਂ ਧਰਨਿਆਂ ਦੇ ਵਿੱਚ, ਜਜ਼ਬਾ ਦੇ ਲੋਕਾਂ 'ਚ ਜਜ਼ਬਾ ਉਹੀ ਆ। ਪਰ ਇਹ ਜਿਹੜੇ ਨਾ ਹੋਰ ਦੇਖੋ, ਆਪਾਂ ਬਹੁਤ ਵਾਰ ਗੱਲ ਕਰਦੇ ਹਾਂ, ਜਿੰਨਾ ਬਰਨਾਲੇ ਜਾਂ ਹੋਰ ਏਰੀਏ ਦੇ ਵਿੱਚ ਇਹਨਾਂ ਦਾ ਆਧਾਰ ਆ, ਜਿਹੜੇ ਇਹਨਾਂ ਦੇ ਥੱਲੇ ਲੋਕ ਨੇ, ਆਮ ਲੋਕ, ਤੁਹਾਨੂੰ ਉਹ ਕਿਰਪਾਨਾਂ ਪਾਈ ਮਿਲਣਗੇ ਸਾਰੇ, ਜਾਂ ਅੰਮ੍ਰਿਤਧਾਰੀ ਬਹੁਤ ਜ਼ਿਆਦਾ ਤੁਹਾਨੂੰ ਬੀਬੀਆਂ ਨਾ, ਪਰ ਉਹਨਾਂ ਦੀ ਅਗਵਾਈ ਕੌਣ ਕਰ ਰਿਹਾ? ਇਹ ਲਾਣਾ ਹਨਾ। ਕਾਰਨ ਕੀ ਵੀ ਇਹ ਨਾ ਉਧਰ ਦੇ ਨਾ ਉਧਰ ਦੇ, ਇਹਨਾਂ ਦਾ ਕੋਈ ਹੁਣ ਉਹ ਤਾਂ ਵੱਡੀ ਗੱਲ। 2 ਦਿਨ ਹੋ ਗਏ ਵੀਡੀਓ ਆਈ ਆ, ਧਰਨਾ ਲਾਤਾ ਇਹਨਾਂ ਨੇ, ਪਤਾ ਨਹੀਂ ਕਿੱਥੇ। ਇਹਨਾਂ ਦਾ ਬੰਦਾ ਮੂਹਰੇ ਆ ਤੇ ਨੌਜਵਾਨ ਆ ਗਏ ਉੱਥੇ, ਉਹ ਲੀਡਰ ਦੇ ਮਗਰ ਪੈ ਗਏ। ਬਰਨਾਲੇ ਕੋਲ ਦੀ ਆ ਕਿਤੇ ਵੀਡੀਓ, ਤੇ ਲੀਡਰ ਮਗਰ ਪੈ ਗਏ, ਤੇ ਜਿਹੜੇ ਨੌਜਵਾਨ ਆਏ ਤੇ ਮੁੜ ਕੇ ਉਹ ਜਾਂਦਾ ਲੀਡਰ ਕਹਿੰਦਾ ਮੈਂ ਗੱਲ ਕਰਦਾ ਇਹਨਾਂ ਨਾਲ। ਉਸ ਵਾਲਿਆਂ ਨੂੰ ਜਾਂਦਾ ਕਹਿ ਗਿਆ, ਉਹ ਨਾਲ ਦੇ ਬੰਦੇ ਨੇ ਸੁਣ ਲਿਆ, ਕਹਿੰਦਾ ਇਹਨਾਂ ਦੇ ਡਾਂਗ ਫੇਰ ਮੁੰਡਿਆਂ ਦੇ। ਤੇ ਉਹ ਸੌਖਾ ਜਿਹਾ ਕੰਮ ਆ। ਜਿਹੜੇ ਬੰਦੇ ਤੁਹਾਡੇ ਨਾਲ
ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਹੈਗੀ ਕਿ ਜਿਹੜੀ ਸਰਕਾਰ ਗੱਲ ਕਰਦੀ ਉਹੀ ਤੁਸੀਂ ਗੱਲ ਕਰਦੇ ਆ। ਜਿਨ੍ਹਾਂ ਤੁਹਾਡੇ ਵਿਚਾਰ ਨਹੀਂ ਰਲਦੇ ਉਹਨੂੰ ਤੁਸੀਂ ਐਕਸੈਪਟ ਹੀ ਨਹੀਂ ਕਰਦੇ ਹੈਗੇ, ਉਹਨੂੰ ਕਹਿੰਦੇ ਇਹ ਸਾਡੇ ਸੰਘਰਸ਼ ਦਾ ਦੋਖੀ ਆ। ਜਿਹਦੇ ਨਾਲ ਤੁਸੀਂ ਲੜ ਰਹੇ ਹੋ ਉਹ ਵੀ ਤਾਂ ਇਹੀ ਗੱਲ ਕਹਿ ਰਿਹਾ ਹੈਗਾ ਕਿ ਤੁਸੀਂ ਕਿਸਾਨਾਂ ਦੇ ਹਮਾਇਤੀ ਨਹੀਂ ਹੈਗੇ, ਕਿਉਂਕਿ ਕਿਸਾਨ ਭਾਰਤ ਪੂਰੇ ਦੇ ਵਿੱਚ ਹੈਗੇ ਆ, ਉਹਨਾਂ ਦੀ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਥੋੜ੍ਹਿਆਂ ਨੂੰ ਪ੍ਰੋਬਲਮ ਹੈਗੀ ਆ। ਸੋ ਤੁਸੀਂ ਜਿਹੜਾ ਮੋਦੀ ਆ ਉਹ ਇਹੀ ਗੱਲ ਕਹਿ ਰਿਹਾ ਹੈਗਾ, ਕਿਸੇ ਦੀ ਵੀ ਉਹਨਾਂ ਨਹੀਂ ਅਲਾਇੰਸ ਰਲਦੀ ਹੈਗੀ, ਗੱਲਬਾਤ ਨਹੀਂ ਰਲਦੀ, ਵਿਚਾਰ ਨਹੀਂ ਰਲਦੇ ਹੈਗੇ, ਤੇ ਸਿੱਧੇ ਤੌਰ ਤੇ ਉਹ ਐਂਟੀ ਨੈਸ਼ਨਲ ਹੈਗਾ। ਇਹ ਐਂਟੀ ਜਿਹੜਾ ਸੰਘਰਸ਼ ਆ, ਜਿਹੜਾ ਵੀ ਇਹਨਾਂ ਦੇ ਵਿਚਾਰ ਦੇ ਨਾਲ ਸਹਿਮਤ ਨਹੀਂ ਹੈਗਾ ਉਹ ਐਂਟੀ ਸੰਘਰਸ਼ ਹੋ ਜਾਂਦਾ ਹੈਗਾ। ਯਾਰ ਫਰਕ ਕੀ ਰਹਿ ਗਿਆ? ਜਿਨ੍ਹਾਂ ਦੀ ਤੁਸੀਂ ਗੱਲਾਂ ਕਰ ਰਹੇ ਹੋ, ਜਿਨ੍ਹਾਂ ਦੀਆਂ ਫੋਟੋਆਂ ਚੁੱਕ ਕੇ ਤੁਸੀਂ ਆਪਣੇ ਸਮੇਲਾਂ 'ਚ ਤੁਰਦੇ ਹੈਗੇ ਆ, ਚੇ ਗਵਾਰਾ ਵਰਗੀਆਂ ਦੀਆਂ, ਉਹਨਾਂ ਦੀ ਸੋਚ ਦੇਖੋ, ਉਹਨਾਂ ਨੇ ਕਿੱਡੇ ਵੱਡੇ ਰੈਗੂਲੇਸ਼ਨ ਲੈ ਕੇ ਆਉਂਦੇ ਔਰ ਹਥਿਆਰਬੰਦ ਉਹਨਾਂ ਨੇ ਸੰਘਰਸ਼ ਲੜੇ ਹੈਗੇ ਆ। ਚਲੋ ਅਸੀਂ ਇਹ ਨਹੀਂ ਕਹਿੰਦੇ, ਜੇ ਲੋੜ ਪਊਗੀ ਉਹ ਵੀ ਕਰਨਾ ਪਊਗਾ ਔਰ ਕੀਤਾ ਵੀ ਆ, ਇਹ ਹੋਊਗਾ ਵੀ, ਕਿਤੇ ਵੀ ਹੈ ਹੋਊਗਾ ਵੀ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਇਸ ਲੈਵਲ ਤੱਕ ਲੈ ਜਾਵੋ ਕਿ ਉਹਦੀ ਅਣਖ ਇਸ ਤਰੀਕੇ ਨਾਲ ਜਾਗ ਪਵੇ, ਉਹ ਕਹਿੰਦਾ ਵੀ ਹੁਣ ਮਰਨਾ ਮਨਜ਼ੂਰ ਆ ਪਰ ਪਿੱਛੇ ਨਹੀਂ ਹਟਣਾ ਹੈਗਾ, ਉਹ ਕਰੂਗਾ। ਪਰ ਅਸੀਂ ਇਹ ਤਾਂ ਨਹੀਂ ਕਹਿੰਦੇ ਹੈ ਵੀ ਤੁਸੀਂ ਇੱਦਾਂ ਕਰੋ, ਪਰ ਘੱਟੋ ਘੱਟ ਜਿਹੜਾ ਮਿਸ਼ਨ ਤੁਸੀਂ ਲੈ ਕੇ ਚੱਲ ਰਹੇ, ਜਿਨ੍ਹਾਂ ਦੇ ਨਾਂ 'ਤੇ ਤੁਸੀਂ ਕੰਮ ਕਰ ਰਹੇ ਹੋ ਕਿ ਅਸੀਂ ਕਾਮਰੇਡ ਹਾਂ, ਜਿਨ੍ਹਾਂ ਦੀਆਂ ਤੁਸੀਂ ਬਰਸੀਆਂ ਮਨਾ ਰਹੇ ਹੈਗੇ, ਘੱਟੋ ਘੱਟ ਉਹਨਾਂ ਵਰਗੇ ਕੰਮ ਤਾਂ ਕਰੋ। ਨਹੀਂ, ਉਹਦਾ ਕਾਰਨ ਪਤਾ ਕੀ ਸੀ? ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਵੀ ਚੇ ਗੁਏਰਾ ਜਾਂ ਹੋਰ ਉਹ ਆਪਾਂ ਸੰਤ ਰਾਮਦਾਸ ਸੀ, ਜਦੋਂ ਉਹਨਾਂ ਨੇ ਇਹ ਲਹਿਰ ਨੂੰ ਸਿੱਖੀ ਦੇ ਨਾਲ ਜਿਵੇਂ ਸੰਤ ਰਾਮਦਾਸ ਦੀ ਗੱਲ ਕਰ ਰਿਹਾ ਹੁਣ ਮੈਂ, ਜਿਹੜਾ ਪਹਿਲਾਂ ਨਾਂ ਲੈ ਨੇ ਉਹ ਵੱਖਰੀ, ਵੀ ਆਪਾਂ ਉਹਨਾਂ ਨੇ ਉਹ ਤੋਂ ਸੇਧ ਲੈ ਕੇ ਤੁਰੇ। ਸੰਤ ਰਾਮਦਾਸੀ ਨੇ ਤਾਂ ਟੋਟਲੀ ਇਹ ਕਹਿ ਲਓ ਵੀ ਨਾਲ ਸਿੱਧਾ ਜ਼ਿਕਰ ਹੀ ਕਰਤਾ ਹਰੇਕ ਲਿਖਤ ਦੇ ਵਿੱਚ। ਤੁਹਾਨੂੰ ਮਾਤਾ ਗੁਜਰੀ ਸਾਹਿਬਜ਼ਾਦਿਆਂ ਦਾ, ਗੁਰੂ ਗੋਬਿੰਦ ਸਿੰਘ ਜੀ ਦਾ, ਜਾਂ ਸਿੰਘਾਂ ਦਾ, ਜਾਂ ਬੰਦਾ ਸਿੰਘ ਬਹਾਦਰ ਦਾ, ਤੁਹਾਨੂੰ ਆਮ ਹੀ ਮਿਲੂ ਉਹਨਾਂ ਦੇ ਨਾ। ਵੀ ਇਹ ਜਿਹੜਾ ਲਾਣਾ ਸੀ, ਇਹਨਾਂ ਨੂੰ ਐ ਸੀ ਵੀ ਇਹ ਇੱਕ ਸਿੱਖੀ ਦੇ ਨਾਂ ਨਾਲ ਲੱਗ ਜਾਈਏ, ਉਹਨੇ ਲਹਿਰ ਤਾਂ ਤੋੜ ਲਈ, ਆਪਦੇ ਨਾਂ ਦੇ ਨਾਲ ਰੱਖੀਏ। ਜਿਹੜੇ ਇੱਕ ਤਾਂ ਹੁੰਦੇ ਨੇ ਸੰਘਰਸ਼ ਲੜਨ ਵਾਲੇ, ਇੱਕ ਹੁੰਦਾ ਮਗਰ, ਜਿਵੇਂ ਉਹ ਕਹਿੰਦੇ ਪੜ੍ਹਿਆ ਲਿਖਿਆ ਲਾਣਾ, ਫਿਰ ਉਹੀ ਗੱਲ ਉੱਥੇ ਆ ਜਾਂਦੀ ਆ। ਇੱਕ ਜਿਹੜੇ ਜ਼ਿਆਦਾ ਛਾਤਰ ਹੁੰਦੇ ਨੇ, ਕਹਿੰਦੇ ਹੁੰਦੇ, ਮੈਂ ਇੱਕ ਉਹ ਸੰਤ ਕਹਿ ਲਓ, ਹੁਣ ਆਪਾਂ ਕਹਿ ਦਿੰਦੇ ਆ, ਕਈ ਵਾਰ ਉਹ ਵੀ ਬਹੁਤ ਕੰਮ ਦੀਆਂ ਗੱਲਾਂ ਕਰ ਜਾਂਦੇ ਆ। ਕਹਿੰਦਾ ਵੀ ਅੱਜ ਕੱਲ੍ਹ ਦੇ ਜਿਹੜੇ ਨਾ ਲੀਡਰ ਨੇ, ਕਹਿੰਦਾ ਉਹ ਲੀਡਰ ਨੇ ਵੀ ਅੱਗੇ ਵਾਲੇ ਨਹੀਂ ਹੈਗੇ, ਵੀ ਮੂਹਰੇ ਹੋ ਕੇ ਤੁਰਨ ਵਾਲੇ, ਵੀ ਸ਼ਹੀਦੀ ਪਾ ਕੇ ਮੇਰਾ ਨਾਂ ਹੋ। ਕਹਿੰਦਾ ਉਹ ਅੱਜ ਦੇ ਲੀਡਰ, ਕਹਿੰਦਾ ਉਹ ਜੱਟ ਵਰਗੇ ਨੇ। ਕਹਿੰਦਾ ਜਿਹੜਾ ਜੱਟ ਆਪਦੀ ਕਣਕ ਨੂੰ ਖੜੀ ਵੀ ਦੇਖਣਾ ਚਾਹੁੰਦਾ, ਵੀ ਮੈਂ ਦੇਖ ਕੇ ਖੁਸ਼ ਹੋਈ ਜਾਵਾਂ, ਬੜੀ ਸੋਹਣੀ ਲੱਗਦੀ ਆ, ਸੋਨੇ ਰੰਗੀ ਆ, ਤੇ ਨਾਲ ਉਹਦਾ ਮੁੱਲ ਵੀ ਵੱਟਣਾ ਚਾਹੁੰਦਾ। ਉਹ ਕਹਿੰਦਾ ਜੇ ਇਹਦਾ ਮੁੱਲ ਵੱਟਣਾ ਤਾਂ ਇਹਨੂੰ ਵੱਢਣਾ, ਇਹ ਤੈਨੂੰ ਖੜੀ ਨਹੀਂ ਦਿਖਣੀ। ਤੇ ਪਰ ਜਿਹੜੇ ਇਹ ਲੀਡਰ ਸੀ ਨਾ, ਜਿਹੜੇ ਚਤਰ ਚਲਾਕ ਸੀ, ਉਹੀ ਕੰਮ ਸੀ ਇਹਨਾਂ ਦਾ। ਵੀ ਇਸੇ ਤਰ੍ਹਾਂ ਸਾਡੀ ਲਹਿਰ ਦੇ ਵਿੱਚ ਵੀ ਹੋਇਆ। ਸਾਨੂੰ ਗੱਲਾਂ ਕਹਿਣੀਆਂ ਬਣਦੀਆਂ ਜਿਹੜੀਆਂ ਘਾਟਾਂ ਸੀਗੀਆਂ। ਉਹ ਲੀਡਰ ਸੀ ਜਿਨ੍ਹਾਂ ਨੂੰ ਜਦ ਖਾਲਿਸਤਾਨ ਬਣਦਾ ਦੇਖਣ ਲੱਗਿਆ ਵੀ ਮਰੇ ਕੋਈ ਤੇ ਲੀਡਰ ਅਸੀਂ ਬਣਾਂਗੇ। ਬਿਲਕੁਲ ਇਦਾਂ ਹੀ ਇਹਨਾਂ ਦੇ ਵਿੱਚ ਵੀ ਇਹੀ ਹੋਇਆ। ਤੇ ਜਦੋਂ ਸੰਘਰਸ਼ ਹੋਇਆ, ਸਾਡੇ ਸੰਘਰਸ਼ 'ਚ ਵੀ ਨੁਕਸਾਨ ਸਾਡੇ ਬੰਦਿਆਂ ਨੇ ਬੜਾ ਕਰਾਇਆ, ਉਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਇਹਨਾਂ ਦੇ ਹੀ ਬੰਦਿਆਂ ਨੇ ਨੁਕਸਾਨ ਕਰਾ ਕੇ ਅੱਜ ਉਹ ਜਿਵੇਂ ਸਾਡੇ ਵੀ ਕਈ ਕਹਿਣੀਆਂ ਪੈਣੀਆਂ ਲਫ਼ਜ਼ ਵੀ ਅੱਜ ਵੀ ਖਾਲਿਸਤਾਨੀ ਬਣੇ ਹੋਏ ਨੇ, ਪਰ ਉਹਨਾਂ ਨੇ ਨੁਕਸਾਨ ਕਰਾਇਆ, ਪਰ ਅੱਜ ਵੀ ਵੜ ਕੇ ਉਹੀ ਆਪਦੇ ਆਪ ਤੇ ਠੱਪਾ ਲਵਾ ਰਹੇ ਨੇ, ਮੂਹਰੇ ਤੁਰੇ ਹੋਏ ਨੇ। ਉਸੇ ਤਰ੍ਹਾਂ ਜਿਹੜਾ ਇਹਨਾਂ ਦਾ ਬਚ ਗਿਆ ਕੇਡਰ ਸੀ, ਜਿਹੜਾ ਅੱਜ ਅਸੀਂ ਜਿਨ੍ਹਾਂ ਨੂੰ ਲੀਡਰ ਬਣਾ ਕੇ ਮੂਹਰੇ ਕੀਤਾ ਹੋਇਆ ਵੀ ਕਾਮਰੇਡ ਨੇ, ਇਹ ਕਾਮਰੇਡ ਨਹੀਂ ਹੈਗੇ। ਉਸੇ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ, ਜਾਂ ਜਿਹੜੇ ਸਾਡੇ ਤੁਰੇ ਨੇ ਉਹ ਖਾਲਿਸਤਾਨੀ ਨਹੀਂ ਹੈਗੇ। ਇਹ ਸਾਨੂੰ ਵਿੱਚ ਨਾਲ ਲੈ ਕੇ ਤੁਰਨੇ ਪੈਣਗੇ। ਪਰ ਇਹ ਟੋਟਲੀ ਉਹ ਸਿਸਟਮ ਤੋਂ ਪਿੱਛੇ ਹਟ ਗਏ, ਜਿਵੇਂ ਜ਼ਬਰ ਜ਼ੁਲਮ ਨਾਲ ਲੜਨ ਵਾਲੇ ਤੋਂ। ਇਹ ਉਹੀ ਤੁਹਾਨੂੰ ਦੱਸਿਆ ਵੀ ਆਪਾਂ ਫਿਰ ਮੁੜ ਆ ਜਾਂਦੀ ਹੈ ਵੀ ਸਰਕਾਰਾਂ ਦੇ ਨਾਲ ਜੁੜ ਕੇ ਵੀ ਐਂਡ ਤੱਕ ਵੀ ਉਹੀ ਉਹਨਾਂ ਤੋਂ ਹੀ ਹੋ ਲੈਣੇ ਤੇ ਉਹਨਾਂ ਵਿਰੋਧੀ ਸੰਘਰਸ਼ ਲੜਨੇ। ਲੋਕਾਂ ਨੂੰ ਸਮਝਣੀਆਂ ਪੈਣੀਆਂ ਗੱਲਾਂ। ਹੁਣ ਆਪਾਂ ਆਈਏ ਆਪਣੇ ਪੁਰਾਣੇ ਵਿਸ਼ੇ ਵੱਲ। ਮੇਨ ਸਾਡਾ ਇਹ ਕਰਨ ਦਾ ਕਾਰਨ ਹੈ ਵੀ ਤੁਹਾਡੇ ਮਨਾਂ ਵਿੱਚੋਂ ਕੱਢੋ ਵੀ ਅੱਤਵਾਦ ਉਹ ਨਹੀਂ ਹੁੰਦਾ ਵੀ ਜ਼ੁਲਮ ਦੇ ਖਿਲਾਫ ਜਿਹੜੇ ਲੜ ਜਾਂਦੇ ਉਹ ਆਪਣਾ ਆਪ ਮਿਟਾ ਜਾਂਦੇ ਆ। ਤੇ ਹੁਣ ਆਪਾਂ ਇਹ ਜਿਵੇਂ ਆਪਾਂ ਫਿਰ ਉਹ ਮੇਨ ਮੁੱਖ ਬਣਦਾ ਵਾ ਕਿਤਾਬ ਤੇ ਮੇਰਾ ਕਰਨਾ ਵਾ ਵੀ ਅੱਤਵਾਦ ਕੀ ਹੁੰਦਾ। ਹੁਣ ਜਿਵੇਂ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਅਮਰੀਕਾ ਦੇ ਲੋਕਾਂ ਨੇ ਵੀ ਜਦੋਂ ਸਦਾਮ ਹੁਸੈਨ ਨੂੰ ਮਾਰਿਆ, ਬਹੁਤਿਆਂ ਨੇ ਉੱਥੇ ਬਾਅਦ ਚ ਕੁਐਸਚਨ ਕੀਤੇ ਵੀ ਤੁਸੀਂ ਜਿਹੜੇ ਵੈਪਨ ਸੀਗੇ ਜਿਨ੍ਹਾਂ ਖਾਤਰ ਉੱਤੇ ਹਮਲਾ ਕੀਤਾ ਕਿ ਉਹ ਮਿਲੇ ਨਹੀਂ ਮਿਲੇ। ਪਰ ਉਹਦੇ ਵਿੱਚ ਕਈ ਕਾਰਨ ਸੀ ਉਹ ਹਮਲੇ ਦੇ ਵਿੱਚ, ਉਹਦੇ ਅਟੈਕ ਕਰਨ ਦੇ। ਸਦਾਮ ਹੁਸੈਨ ਜਿਵੇਂ ਕੁਰਦਾਂ ਦਾ ਕਹਿ ਲਓ, ਜਿਵੇਂ ਸਾਡਾ ਕਹਿੰਦਾ ਵੀ ਨੁਕਸਾਨ ਕਰ ਰਿਹਾ, ਉਹ ਕੁਰਦਾਂ ਨੂੰ ਦਿਨ ਦਿਹਾੜੇ ਜਿਵੇਂ ਜ਼ੁਲਮ ਕਰ ਰਿਹਾ ਸੀ ਉਹਨਾਂ ਤੇ। ਇਹ ਮੰਨਣਾ ਪਊ ਸਾਨੂੰ। ਅੱਜ ਵੀ ਸਾਡੇ ਸਾਹਮਣੇ ਜਿਵੇਂ ਕੁਰਦਾਂ ਦੀ ਖਾਲਸਾ ਏਡ ਆ ਜਿਹੜੀ ਜ਼ਿਆਦਾ ਕੁਰਦਾਂ ਦੇ ਕੈਂਪਾਂ ਨੂੰ ਸਹਾਇਤਾ ਭੇਜਦੀ ਆ, ਕਿਉਂਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਆਪਣੇ ਵਾਂਗ ਆਮ ਇਨਸਾਨੀਅਤ ਬੰਦੇ ਨੂੰ ਬੰਦਾ ਉਹ ਗਿਣਦੇ ਆ। ਇਹੀ ਕਾਰਨ ਆ। ਇੱਥੋਂ ਰਵੀ ਸਿੰਘ ਖਾਲਸਾ ਦੀ ਆਪਾਂ ਗੱਲ ਕਰਦੇ, ਬਹੁਤ ਸੁਲਝੇ ਇਨਸਾਨ, ਉਹ ਸਿਸਟਮ ਨਾਲ ਉੱਥੇ ਸੇਵਾ ਕਰਨ ਗਿਆ ਸੀ ਕੁਰਦਾਂ ਦੀ। ਉਹਨਾਂ ਨੂੰ ਚਾਰੇ ਪਾਸਿਓਂ ਮਾਰ ਪੈ ਰਹੀ ਆ, ਜਿਵੇਂ ਅਸੀਂ ਕਹਿੰਦੇ ਸਾਨੂੰ ਚਾਰੇ ਪਾਸੋਂ। ਉਹਨਾਂ ਦਾ ਵੀ ਇਹੀ ਸਿਸਟਮ ਜਿਹੜਾ ਸਦਾਮ ਹੁਸੈਨ ਵਾਲਾ। ਪਰ
ਜਿਹੜਾ ਉੱਥੇ ਇਹ ਕਹਿ ਲਓ ਵੀ ਜੋ ਹੋਇਆ ਕਹਿ ਲਓ ਉੱਥੇ ਕਾਣ ਆਮ ਲੋਕਾਂ ਦਾ, ਉਹੀ ਫਿਰ ਉਹੀ ਗੱਲ ਆ ਗਈ ਅੱਤਵਾਦ ਦਾ ਨੰਗਾ ਨਾਚ ਕਿਤਾਬ ਦੇ, ਵੀ ਇਹ ਕਈ ਵਾਰ ਅਸੀਂ ਆਪਣੇ ਆਪ ਤੇ ਲੇਬਲ ਲਾਉਣ ਤੋਂ ਸਾਨੂੰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ, ਜਿਵੇਂ ਤੁਸੀਂ ਗੱਲ ਕੀਤੀ ਸੰਤ ਜਰਨੈਲ ਸਿੰਘ ਦੀ, ਹੁਣ ਜਿਵੇਂ ਇਹੀ ਫਿਰ ਮੋਰਚੇ ਤੇ ਗੱਲ ਆ ਜਾਂਦੀ ਆ ਵੀ ਇਹ ਲੇਬਲਾਂ ਤੋਂ ਸਾਨੂੰ ਜਿਹੜਾ ਹੋਊਗਾ ਡਰ, ਜਿਵੇਂ ਸਾਡੇ ਅਸੀਂ 5ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਦੀ ਗੱਲ ਕੀਤੀ ਆ, ਉਹ ਸਾਨੂੰ ਮਕਸਦ ਮੂਹਰੇ ਰੱਖ ਕੇ ਰੱਖਣਾ ਪਊ ਵੀ ਆਹ ਚੱਕੋ, ਜੇ ਤੁਸੀਂ 5ਵੇਂ ਪਾਤਸ਼ਾਹੀ ਨੂੰ ਅੱਤਵਾਦੀ ਜਾਂ ਇਹ ਉਸ ਚਲੋ ਉਸ ਟਾਈਮ ਦੇ ਜੋ ਲਫ਼ਜ਼ ਹੋਣਗੇ ਜੋ ਉਹਨੂੰ ਕਾਫਰ ਕਹਿ ਦਿੰਦੇ ਆ, ਜਿਵੇਂ ਮੁਸਲਮਾਨ ਕਾਫਰ ਕਹਿੰਦੇ ਸੀ ਉਹ ਟਾਈਮ, ਜਿਵੇਂ ਉਹ ਸਮਝ ਕੇ ਤੁਸੀਂ ਉਹ ਕਰਦੇ ਹੋ ਤੇ ਆਹ ਚੱਕੋ, ਹੁਣ ਮੈਂ ਤੂੰ ਡਬਲ ਕਰਤਾ, 2 ਕਿਰਪਾਨਾਂ ਪਾ ਲਈਆਂ ਨਾ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਤੇ ਉਹ ਮੈਂ ਸਿਸਟਮ, ਪਰ ਅਸੀਂ ਉਹ ਸਿਸਟਮ ਅਸੀਂ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ, ਪਰ ਅਸੀਂ ਉਹ ਸਿਸਟਮ ਤੋਂ ਪਿੱਛੇ ਹੋ ਕੇ ਉਲਟਾ ਫਿਰ ਉਹੀ ਗੱਲ ਆ ਗਈ। ਦੇਖੋ ਜੀ ਜਿਵੇਂ ਤੁਸੀਂ ਗੱਲ ਕੀਤੀ ਆ, ਅਸੀਂ ਹਾਂ ਅੱਤਵਾਦੀ ਨਹੀਂ ਹੈਗੇ ਅਸੀਂ, ਪਰ ਜਿਹੜੇ ਅਸੀਂ ਹੈਗੇ ਆ, ਜੇ ਉਹ ਚੀਜ਼ ਨੂੰ ਤੁਸੀਂ ਅੱਤਵਾਦੀ ਕਹਿੰਦੇ ਫਿਰ ਅਸੀਂ ਅੱਤਵਾਦੀ ਹਾਂ, ਅਸੀਂ ਅੱਤਵਾਦੀ ਨਹੀਂ ਹੈਗੇ, ਪਰ ਜਿਹੜੀ ਚੀਜ਼ ਨੂੰ ਤੁਸੀਂ ਕਹਿੰਦੇ ਹੋ ਜ਼ੁਲਮ ਖਿਲਾਫ ਲੜਨਾ, ਜਾਬਰ ਦੇ ਮੂਹਰੇ ਖੜਨਾ, ਆਪਦੇ ਹੱਕ ਲਈ ਖੜਨਾ, ਜੇ ਜਿਵੇਂ ਸੰਤ ਜਰਨੈਲ ਸਿੰਘ ਦੀ ਬਾਣੀ ਦਾ ਪ੍ਰਚਾਰ ਕਰਨਾ, ਆਪਣੇ ਧਰਮ ਦਾ ਪ੍ਰਚਾਰ ਕਰਨਾ, ਅਸੀਂ ਕਿ ਹੋਰ ਦੇਖੋ ਇੱਕ ਗੱਲ, ਤੁਹਾਨੂੰ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਸਿੱਖ ਕਿਸੇ ਨੂੰ ਜ਼ਬਰਦਸਤੀ ਧਰਮ ਦਿੰਦਾ ਕਿਤੇ ਨਹੀਂ ਮਿਲੂ। ਹਾਂ ਜਿਹੜੀਆਂ ਕਈ ਵਾਰ ਸਾਡੀ ਗਲਤੀ ਆ, ਮੈਂ ਮੰਨਦਾ, ਸਾਡੇ ਕਈ ਤੱਤੇ ਕਹਿ ਲਓ ਬਹੁਤ, ਜਾਂ ਉਹਨਾਂ ਨੂੰ ਕੱਟੜ ਵੀ ਕਹਿ ਦਿੰਦੇ ਆ ਬਹੁਤ, ਕੱਟੜ ਦਾ ਇਹ ਨਹੀਂ ਮਤਲਬ, ਚਲੋ ਕੋਈ ਸਿੱਖੀ ਨੂੰ ਆਪਦੇ ਹਿਸਾਬ ਨਾਲ ਹਰੇਕ ਮੰਨਦਾ, ਜਿਵੇਂ ਅਸੀਂ ਆਪਣੇ ਵਿੱਚ ਜਿਹੜੀਆਂ ਕ੍ਰੀਤੀਆਂ ਆਉਂਦੀਆਂ ਉਹਦੇ ਕਰਕੇ ਕਈਆਂ ਨੂੰ ਕੁੱਟ ਦਿੰਦੇ ਆ, ਸ਼ਰੇਆਮ ਵੀਡੀਓ ਬਣਾਈਆਂ, ਉਹ ਮੈਂ ਕਹਿੰਦਾ ਵੀ ਉਹ ਗੱਲਾਂ ਨਹੀਂ ਚਾਹੀਦੀਆਂ, ਉਹ ਗਲਤ ਨੇ ਗੱਲਾਂ, ਉਹਦੇ ਨਾਲ ਬਹੁਤ ਮਾੜਾ ਪ੍ਰਭਾਵ ਪੈਂਦਾ। ਉਹਦੀ ਕੋਈ ਜੋ ਧਾਰਮਿਕ ਸਜ਼ਾਵਾਂ ਨੇ ਠੀਕ ਆ ਸਾਡੀਆਂ, ਜੋ ਜਿਸ ਹਿਸਾਬ ਨਾਲ ਬਣੀਆਂ ਪਰੰਪਰਾਵਾਂ ਉਸ ਅਨੁਸਾਰ ਅਸੀਂ ਕਹਿੰਦੇ ਜੀ ਪਾਠ ਕਰਨਾ ਜਾਂ ਹੋਰ, ਉਹਦਾ ਮਤਲਬ ਹੁੰਦਾ ਤੁਸੀਂ ਜੇ ਤੁਹਾਨੂੰ ਪਤਾ ਕਿ ਸਜ਼ਾ ਮੰਨ ਕੇ ਕਿਸੇ ਚੀਜ਼ ਨੂੰ ਕਰ ਰਹੇ ਹੋ, ਉਹ ਸ਼ਾਇਦ ਤੁਹਾਡੇ ਤੇ ਕੋਈ ਲਿਖਤ ਸਾਡੇ ਗੁਰੂ ਸਾਹਿਬ ਦੀ ਕਹਿ ਲਓ, ਜਾਂ ਤੁਸੀਂ ਜੋੜੇ ਸਾਫ਼ ਕਰਦੇ ਹੋ ਜਾਂ ਹੋਰ ਆ, ਉਹ ਸ਼ਾਇਦ ਤੁਹਾਡੇ ਮਨ ਤੇ ਕੋਈ ਚੀਜ਼ ਨੂੰ ਫਰਕ ਪਾਵੇ ਵੀ ਮੈਂ ਇਹਦਾ ਆਹ ਕੰਮ ਕਰ ਰਿਹਾ, ਕੋਈ ਬਾਣੀ ਪੜ੍ਹਨੀ ਸਜ਼ਾ ਨਹੀਂ ਹੈਗੀ, ਉਹਦਾ ਮਤਲਬ ਆ ਤੁਸੀਂ ਉਹਦੇ ਤੋਂ ਸਿੱਖਿਆ ਲਓ। ਅਸੀਂ ਇਹ ਚੀਜ਼ਾਂ ਬਹੁਤ ਕਈ ਵਾਰ ਪੁੱਠੇ ਪਾਸੇ ਨੂੰ ਪਾ ਲਈਆਂ ਜੀ, ਬਾਣੀ ਪੜ੍ਹਨੀ ਸਜ਼ਾ ਹੋਊਗੀ, ਬਿਲਕੁਲ ਉਹ ਸਜ਼ਾ ਵੀ ਉਹ ਤੋਂ ਤਾਂ ਸਿੱਖਣਾ। ਹੁਣ ਅਸੀਂ ਜਵਾਕ ਆ, ਕੋਈ ਜਵਾਕ ਆਪਣੇ ਪੇਪਰ ਦੇ ਵਿੱਚ ਫੇਲ ਹੋ ਗਿਆ, ਉਹਨੂੰ ਕਹਿੰਦਾ ਚੱਲ ਇੱਥੇ 2 ਘੰਟੇ ਬਹਿ ਕੇ ਪੜ੍ਹਨਾ ਤਾਂ, ਰਾਈਟ, ਹੁਣ ਉਹ ਸਜ਼ਾ ਵਾ ਉਹਨੂੰ, ਜਵਾਕ ਨੂੰ ਨਹੀਂ, ਉਹਨੂੰ ਜਵਾਕ ਨੂੰ ਉਹ ਸਜ਼ਾ ਵੀ ਆ ਜਿਹੜਾ ਤੂੰ ਭੁੱਲ ਕੀਤੀ ਆ, ਦੁਬਾਰਾ ਨਾ ਕਰਿਆ, ਦੁਬਾਰਾ ਸਿੱਖਿਆ ਲੈ ਤੇ ਚੱਲ ਰਾਹ ਤੇ ਤੁਰ। ਵੀ ਇਹ ਚੀਜ਼ਾਂ ਤੋਂ ਸਾਨੂੰ ਜੋ ਅਸੀਂ ਮੋੜਨਾ ਪਊ, ਸਾਨੂੰ ਜਿਹੜੇ ਲੇਵਲ ਕਹਿ ਲਓ ਜਾਂ ਜੋ ਵੀ ਹੈਗਾ, ਉਹਨਾਂ ਤੋਂ ਮੁੜਨ ਲਈ ਸਾਨੂੰ ਦੁਬਾਰਾ ਉਹ ਸਿੱਖਿਆਵਾਂ ਵੱਲ ਜਾਣਾ ਪਊ, ਸਾਨੂੰ ਗੁਰੂ ਇਤਿਹਾਸ ਵੱਲ ਜਾਣਾ ਪਊ, ਸਾਡੇ ਗੁਰੂ ਸਾਹਿਬ ਨੇ ਕੀ ਉਹ ਲਿਆ। ਜੇ ਅਸੀਂ ਆਪਦੇ ਆਪ ਨੂੰ ਹੀ ਦੋਸ਼ੀ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ, ਜਾਂ ਨਵੰਬਰ 84 ਵੇਲੇ ਇੰਦਰਾ ਦੇ ਹੋਣ ਵੇਲੇ ਅਸੀਂ ਸਤਵੰਤ ਬੇਅੰਤ ਨੂੰ ਹੀ ਆਪਣੇ ਬੰਦੇ ਦੋਸ਼ੀ ਬਣਾ ਲੈਂਦੇ ਜੀ, ਜੇ ਉਹ ਇੰਦਰਾ ਨਾ ਮਾਰਦੇ ਤੇ ਸਾਡਾ ਇੰਨਾ ਘਾਣ ਨਾ ਹੁੰਦਾ। ਤੇ ਉੱਥੇ ਤੁਸੀਂ ਕਹਿਣਾ ਸੀਗਾ ਉਹ ਹਿੰਦੂਤਵ ਵੀ ਅੱਤਵਾਦ ਨੇ ਜੋ ਸਾਡਾ ਘਾਣ ਕੀਤਾ, ਅਸੀਂ ਉਹਦੇ ਵਿਰੁੱਧ ਖੜਨਾ ਸੀ। ਖੜ ਕਿਹਦੇ ਵਿਰੁੱਧ ਗਿਆ? ਕਾਹਦੇ ਨਾਲ? ਡਰ ਨਾਲ। ਡਰ ਕਿਹਦਾ? ਹਕੂਮਤ ਦਾ। ਉਹੀ ਮੇਨ ਗੱਲ, ਸਿਫੇ ਸਾਮਦਾਮ ਦੰਡ ਭੇਜਿਆ ਗਈ। ਉਹ ਅਸੀਂ ਆਪਣੇ ਮਨ ਦੇ ਅੰਦਰ ਡਰ ਪੈਦਾ ਪਾਲ ਲਿਆ, ਤੇ ਉਹ ਡਰ ਦੇ ਪਾਲ ਕੇ, ਜਿਸ ਤਰ੍ਹਾਂ ਅਸੀਂ ਕਾਮਰੇਡਾਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਉਹ ਜਿਹੜਾ ਸੰਘਰਸ਼ ਦੇ ਰਾਹ ਤੇ ਉਹ ਸਿਸਟਮ ਤੁਰਿਆ ਸੀਗਾ, ਉਹਨੂੰ ਉਹਦੇ ਡਰ ਤੋਂ ਜਿਹੜੇ ਪਿੱਛੇ ਮੁੜਿਆ ਏ, ਉਹ ਉਲਟੇ ਆਪਣਿਆਂ ਦੇ ਵਿਰੋਧੀ ਹੋ ਗਏ। ਇਸੇ ਤਰ੍ਹਾਂ ਸਾਡੇ ਵੀ ਇਹਨਾਂ ਨੂੰ, ਸਾਨੂੰ ਇਹ ਗੱਲਾਂ ਬਾਹਰ ਨਿਕਲਣਾ ਚਾਹੀਦਾ, ਤੇ ਜਿਹੜੇ ਸਾਡੇ ਤੇ ਲੇਵਲ ਕਹਿ ਲਓ, ਇਹ ਲੱਗਣਾ ਹੀ ਲੱਗਣਾ। ਜਿਹੜੇ ਘੱਟ ਗਿਣਤੀ, ਜਿਹੜਾ ਤਕੜੇ ਦਾ 70 20 100, ਇਹ ਸਾਰਾ ਅਸੀਂ ਕਹਿੰਦੇ ਵੀ ਠੇਠ ਪੰਜਾਬੀ ਜੋ ਸਾਡੇ ਸਿਆਣਿਆਂ ਨੇ ਇਹ ਐਵੇਂ ਨਹੀਂ ਗੱਲਾਂ ਕਹੀਆਂ, ਤਕੜੇ ਦਾ 70 20 100। 70 20 100 ਦਾ ਮਤਲਬ ਹੁੰਦਾ ਇੱਕ ਤਾਂ 20 5 100, ਪਰ ਜੇ ਤਕੜੇ ਨੇ ਕਹਿਤਾ 20 ਨੂੰ 7 ਵਾਰ ਗੁਣਾ ਕਰਕੇ ਵੀ 100 ਆਉਣਾ, ਤਾਂ ਉਦੋਂ ਮੈਨੂੰ ਮੰਨਣਾ ਪੈਣਾ। ਇਹ ਕਹਾਵਤਾਂ ਕਿ ਪਰ ਉਹ ਕਹਿ ਦਿੰਦੇ ਆ ਵੀ ਕੀ ਆ, ਹੁਣ ਅਗਲਾ 70 20 100, ਅੱਗੇ ਗਿਣਤੀ ਹੁੰਦੀ ਸੀ, ਪਹਾੜੇ ਹੁੰਦੇ ਸੀ, ਹੁਣ 20 25 100 ਹੋਊ, 20 ਨੂੰ 5 ਨਾਲ ਗੁਣਾ ਕਰੋਗੇ 100 ਹੋ ਗਿਆ। ਪਰ ਤਕੜੇ ਦਾ 70 20 100। ਉਹਨੇ ਜੇ ਕਹਿਤਾ ਤੇਰੀ ਇਹਦਾ ਮਤਲਬ ਕੀ ਸੀ ਇਹ ਕਹਾਵਤ ਦਾ, ਵੀ ਜੇ ਕਿਸੇ ਗਰੀਬ ਦੇ ਘਰੇ ਕੋਈ ਅਮੀਰ ਕੋਈ ਕਣਕ ਚੱਕਣਾ ਆਇਆ, ਕੋਈ ਕੁਛ ਚੱਕਣਾ ਆਇਆ, ਉਹਨੇ 20 ਮਣ ਕਣਕ 7 ਵਾਰ ਤੋਲ ਕੇ ਆਪਦੇ ਪਾਸੇ ਪਾ ਲਈ। ਇਹ ਜ਼ਬਰ ਤੋਂ ਬਣੀ ਕਹਾਵਤ ਆ, ਅਸੀਂ ਇਹਨਾਂ ਨੂੰ ਉਹੀ ਗਿਣ ਦਿੰਦੇ ਹਾਂ। ਉਹਨੇ 7 ਵਾਰ ਗਿਣ ਕੇ 20 ਮਣ ਕਣਕ 7 ਵਾਰ ਗਿਣ ਕੇ ਆਪਣੇ ਪਾਸੇ ਪਾ ਲਈ, ਤੇ ਗਰੀਬ ਕਹਿੰਦਾ ਤੇਰੀ ਭਾਈ 140 ਮਣ ਹੋ ਗਈ, ਉਹ ਕਹਿੰਦਾ ਨਾ 100 ਮਣ ਹੀ ਹੋਈ ਆ। ਤਕੜੇ ਦਾ 70 20 100।
ਤੇ ਇਹ ਸਾਨੂੰ ਗੱਲਾਂ ਆਧਾਰਨਾ ਬਹੁਤ ਵੱਡੀਆਂ ਨੇ, ਇਹ ਸਾਨੂੰ ਸਮਝਣੀਆਂ ਪੈਣੀਆਂ। ਇਹ ਜਿਹੜਾ ਤਕੜੇ ਵਾਲਾ ਸਿਸਟਮ ਆ, ਜਿਵੇਂ ਸਾਡੇ ਗੁਰੂ ਸਾਹਿਬ ਨੇ ਸਾਡੇ ਇਤਿਹਾਸ 'ਚ ਖੜੇ ਆ, ਜਿਵੇਂ ਹੁਣ ਫੇਰ ਆਪਾਂ ਗਾਂਹ ਆ ਜਾਂਦੇ ਹਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਲ ਆ ਜਾਂਦੇ ਆ। ਉਦੋਂ ਹੁਣ ਆਪਾਂ ਅਸੀਂ ਆਪਦੇ ਆਪ ਨੂੰ ਕਹਿੰਦੇ ਵੀ ਸਿਆਣੇ ਜਾਂ ਜੀ ਸਾਡੇ ਆਪਾਂ ਜਵਾਕ ਕਹਿੰਦੇ। ਹੁਣ ਆਪਣੇ ਜਵਾਕਾਂ ਨੂੰ ਦੇਖੀਏ ਕਿੱਡੀ ਕਿੱਡੀ ਉਮਰ ਆ, ਉਹ ਤਾਂ 9 ਸਾਲ ਦੇ ਸੀ ਨਾ ਹਾਂਜੀ, ਜਦੋਂ ਜ਼ੁਲਮ ਦੇ ਖਿਲਾਫ ਡਟੇ ਨਾ। ਤੇ ਅਸੀਂ ਕਹਿੰਦਾ ਉਹ ਦੇਖੋ ਕਿੱਡਾ, ਉਹ ਤਾਂ ਚਲੋ ਇੱਕ ਉਦੋਂ ਸਟਾਰਟ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਬਾਅਦ ਕੀਤਾ, ਉਦੋਂ ਲੜਾਈਆਂ ਲੜਦੇ ਆਏ, ਥੋੜਾ ਥੋੜਾ ਹੁੰਦਾ ਆਇਆ। 6ਵੇਂ ਪਾਤਸ਼ਾਹ ਨੇ ਤਾਂ ਫਿਰ ਪਤਾ ਨਹੀਂ 9 ਕਿੰਨੀਆਂ 13 ਪਤਾ ਮੇਰੇ ਹੁਣ ਯਾਦ ਨਹੀਂ, ਮੈਂ ਮਾਫੀ ਚਾਹੁੰਦਾ ਵੀ ਉਹ ਜੰਗਾਂ ਲੜੀਆਂ। ਮਹਾਰਾਜ ਦੀ ਜੰਗ ਆਉਂਦੀ ਆ ਤੇ ਹੋਰ, ਤੇ ਇਹ ਗੱਲਾਂ ਵੀ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਤੇ ਉਹ ਦੇਖੋ ਤੁਸੀਂ ਮੱਥਾ ਕਿੱਡੇ ਕਿੱਡੇ ਸਿਸਟਮ ਨਾਲ ਪਹਿਲਾਂ ਪਹਾੜੀ ਰਾਜਿਆਂ ਤੋਂ ਸ਼ੁਰੂ ਹੁੰਦਾ। ਜੇ ਆਪਾਂ ਕਹਿ ਦਈਏ ਇਹਦੇ ਵਿੱਚ ਜਦੋਂ ਸਭ ਨੂੰ ਆਪਣੀ ਜੋ ਇੱਕ ਉਹ ਤਕੜੇ ਸੀਗੇ, ਜਿਹੜੇ 37ਵੀਂ 100 ਕਹਿੰਦੇ ਵੀ ਸਾਡਾ ਹੈਗਾ, ਉਹਨਾਂ ਨੇ ਇੱਕ ਮੱਥਾ ਲਾਇਆ। ਚਾਹੇ ਉਹ ਇੱਕ ਆਪਾਂ ਕਹਿੰਦੇ ਮੁਸਲਮਾਨ ਦੇ ਖਿਲਾਫ ਜਾਂ ਸਾਡੇ ਢਾਡੀ 12 ਜਾਂ ਹੋਰ ਆ ਸਾਨੂੰ ਗਿਣਾਇਆ ਜਾਂਦਾ, ਪਰ ਨਾ ਉਹ ਜੇ ਆਪਾਂ ਸ਼ੁਰੂ ਤਾਂ ਪਹਾੜੀ ਰਾਜਿਆਂ ਤੋਂ ਕੀਤਾ। ਔਰ ਸਮਾਂ ਆਪਣਾ ਬੜਾ ਦੌੜਾ ਜਾਂਦਾ ਹੈਗਾ। ਆਪਣਾ ਸਿਰਫ ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਇੱਕ ਉਹ ਗੁਰੂ ਦੀ ਗੱਲ ਆ ਗਈ ਆ ਜਿਹੜਾ ਬਾਜ ਦੇ ਕਰਕੇ ਲੜਾਈ ਲੜਦਾ ਹੈਗਾ, ਔਰ ਪਹਿਲੀ ਲੜਾਈ ਸਾਡੀ ਬਾਜ ਕਰਕੇ ਹੁੰਦੀ ਹੈ, ਰਾਈਟ। ਔਰ ਉਹ ਜੇ ਹੁਣ ਅੱਜ ਦੇ ਹਿਸਾਬ ਨਾਲ ਸੋਚਣਾ ਹੋਵੇ ਤੇ ਅਸੀਂ ਸੋਚੀਏ ਯਾਰ ਬਾਜ ਦੀ ਕਿਹੜੀ ਗੱਲ ਆ, ਹੋਰ ਕਿਤੇ ਲੈ ਆਓ ਬਾਜ, ਬਥੇਰੇ ਬਾਜ ਹੈ ਨਾ। ਗੱਲ ਇਹ ਨਹੀਂ ਹੁੰਦੀ, ਗੱਲ ਇਹ ਹੈਗੀ ਆ ਕਿ ਜਿਹੜਾ ਬੰਦਾ ਜਿੰਨਾ ਸਾਡਾ ਚੈਲੰਜ ਹੈਗਾ ਨਾ, ਅਸੀਂ ਉਹਨੂੰ ਇਹ ਦੱਸ ਰਹੇ ਹਾਂ ਕਿ ਅਸੀਂ ਕੌਣ ਆ, ਸਾਡੀ ਵੀ ਹੋਂਦ ਵਾ, ਜੇ ਤੂੰ ਇੱਦਾਂ ਕਰੂੰਗਾ ਤੇ ਫਿਰ ਅਸੀਂ ਵੀ ਇੱਦਾਂ ਕਰਾਂਗੇ। ਪਰ ਅੱਜ ਸਾਡੀ ਬਿਰਤੀ ਇਸ ਤਰੀਕੇ ਦੇ ਨਾਲ ਬਣਾਈ ਜਾ ਰਹੀ ਹੈਗੀ ਆ ਕਿ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਅਸੀਂ ਜਿਹੜਾ ਜਾਬਰ ਆ, ਜਿਹੜਾ ਜ਼ੁਲਮ ਕਰਦਾ ਹੈਗਾ, ਉਹਦੀ ਹੀ ਬੋਲੀ ਬੋਲ ਰਹੇ ਹੈਗੇ ਆ। ਉਹ ਆਪਣੇ 'ਚ ਇੰਨੀ ਹੀਨ ਭਾਵਨਾ ਆ ਗਈ ਹੈਗੀ ਆ ਕਿ ਜੇ ਹੁਣ ਅੱਜ ਕਿਸਾਨ ਮੋਰਚੇ ਦੀ ਗੱਲ ਕਰੀਏ ਤੇ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਜੇ ਦੂਜੀ ਧਿਰ ਵਾ ਜਾਂ ਨੌਜਵਾਨ ਆ, ਜਿਹੜੀ ਰੀਸੈਂਟਲੀ ਵੀਡੀਓ ਆਈ ਕੱਲ੍ਹ ਪਰਸੋਂ ਦਿੱਲੀ ਦੇ ਵਿੱਚ ਹੀ, ਉਹ ਜਿੱਥੇ ਉਹ ਇਕੱਠੇ ਹੁੰਦੇ ਆ ਤੇ ਉੱਥੇ ਨੌਜਵਾਨਾਂ ਨੇ ਧਰਨਾ ਲਾਇਆ ਕਿ ਤੁਸੀਂ ਸਾਨੂੰ ਵਿੱਚ ਨਹੀਂ ਲੈਂਦੇ। ਸੋ ਮਤਲਬ ਧਰਨੇ ਤੇ ਧਰਨਾ ਵੀ ਸੋਚ ਇਹ ਹੋਣੀ ਚਾਹੀਦੀ ਸਾਡੀ ਯਾਰ ਸੋਚ ਉਹ ਕਦੋਂ ਆਊਗੀ ਕਿ ਇੱਦਾਂ ਨਹੀਂ ਤੇ ਫਿਰ ਇੱਦਾਂ ਪਹਿਲਾਂ ਤੰਨਾਂ ਨਿਬੜਦੇ ਫਿਰ ਦੇਖਾਂਗੇ। ਅਸੀਂ ਤੇ ਉਹ ਪੰਜਾਬ ਵਾਲੇ ਲੋਕ ਆ ਜਿਹੜੀਆਂ ਗੱਲਾਂ ਉਹ ਕਰਦੇ ਆ ਸਟੇਜਾਂ ਤੋਂ, ਜਾਂ ਫਿਰ ਛੱਡ ਦਿਓ ਸਾਰਾ ਕੁਛ। ਛੱਡ ਦਿਓ ਉਹ ਗੱਲਾਂ ਕਰਨੀਆਂ ਕਿ ਅਸੀਂ ਪੰਜਾਬੀ ਹਾਂ। ਪੰਜਾਬੀ ਇਹ ਆ ਕਿ ਜੇ ਤੂੰ ਇੱਦਾਂ ਆ ਤੇ ਫਿਰ ਮਿੱਤਰਾ ਮੈਂ ਇੱਦਾਂ ਆ, ਤੇ ਜੇ ਇੱਦਾਂ ਨਹੀਂ ਕਰਨਾ ਤੇ ਜੇ ਤੁਸੀਂ ਆਹ ਕੁਛ ਹੀ ਸਿਖਾਉਣਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿ ਜੇ ਤੁਸੀਂ ਆਪਣੇ ਘਰਦਿਆਂ ਤੋਂ ਵੀ ਹੱਕ ਮੰਗਣਾ ਤਾਂ ਵੀ ਪ੍ਰੋਟੈਸਟ ਕਰਨਾ, ਫਿਰ ਪ੍ਰੋਟੈਸਟ ਤੇ ਪ੍ਰੋਟੈਸਟ ਤੁਸੀਂ ਲੀਹਾਂ ਬਣਾ ਰਹੇ ਹੈਗੇ ਹਾਂ ਕਿ ਇੰਨੇ ਕਮਜ਼ੋਰ ਸਾਨੂੰ ਕਰ ਦਿਓ ਕਿ ਕਦੀ ਵੀ ਅਸੀਂ ਆਪਣੀ ਗੱਲ ਕਰ ਹੀ ਨਹੀਂ ਸਕਦੇ ਹੈਗੇ। ਕਦੀ ਐਕਸਪੀਰੀਅੰਸ ਆ ਤੁਸੀਂ ਪੰਗਾ ਪਾ ਕੇ ਬਹਿ ਲੈਂਦੇ, ਸਾਡੇ ਕੋਲ 40 ਸਾਲ ਦਾ ਐਕਸਪੀਰੀਅੰਸ ਆ। ਜੇ ਅਸੀਂ ਵੱਖਰੇ ਹੋ ਕੇ ਕੁਛ ਕਰਨਾ ਚਾਹੁੰਦੇ ਹੈਗੇ ਆ ਫਿਰ ਤੁਸੀਂ ਸਾਨੂੰ ਅੱਤਵਾਦੀ ਬਣਾ ਦਿੰਦੇ ਹੈਗੇ। ਸੋ ਬੇਸਿਕਲੀ ਅੱਤਵਾਦੀ ਤੁਸੀਂ ਬਣਾ ਰਹੇ ਹੋਗੇ ਆ ਜਿਹੜੇ ਸਾਡੇ ਆਪਣੇ ਭਰਾ ਆ, ਸਾਡੇ ਨਾਲ ਦੇ ਹੈਗੇ ਆ। ਕਾਹਦੇ ਕਰਕੇ? ਸਿਰਫ ਡਰ ਕਰਕੇ। ਸੋ ਜਿਹੜੇ ਐਕਚੁਅਲ ਅੱਤਵਾਦੀ ਹੈਗੇ ਆ ਉਹ ਤਾਂ ਹੈਗੇ ਆ, ਔਰ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ ਤੇ ਤੁਸੀਂ ਵੀ ਅੱਤਵਾਦੀ ਆ। ਤੇ ਦੂਸਰੀ ਗੱਲ ਜਿਹੜੀ ਮੈਂ ਅਖੀਰ ਪਹਿਲਾਂ ਵੀ ਕਹੀ ਸੀਗੀ ਕਿ ਜੇ ਤੁਸੀਂ ਕੁਛ ਵਾਕਿਆ ਕਰ ਰਹੇ ਨਾ ਫਿਰ ਤੁਹਾਨੂੰ ਅੱਤਵਾਦੀ ਕਹਾਉਣ 'ਚ ਵੀ ਕੋਈ ਹਰਜ ਨਹੀਂ ਹੈਗਾ, ਕਿਉਂਕਿ ਜੇ ਵਾਕਿਆ ਹੀ ਤੁਸੀਂ ਉਹ ਕਰ ਰਹੇ ਆ ਤੇ ਤੁਸੀਂ ਕਹੋ ਕਿ ਅਸੀਂ ਅੱਤਵਾਦੀ ਹੈਗੇ ਆ। ਦੈਟਸ ਇਟ। ਬਿਲਕੁਲ ਮੈਂ ਆਪਾਂ ਹੁਣ ਸਮਾਂ ਆਪ ਕਰਦੇ ਆ, ਗੁਰਬਾਣੀ ਦੇ ਨਾਲ ਹੀ ਕਰਦੇ ਆ ਜੀ। ਤੁਸੀਂ ਆਗੂਆਂ ਦੀ ਗੱਲ ਕੀਤੀ ਆ, ਸਾਨੂੰ ਮੇਨ ਡਰ ਆਪਦਾ ਅੰਦਰੋਂ ਕੱਢਣ ਲਈ ਸਾਨੂੰ ਸਾਡੇ ਆਗੂ ਪਛਾਣਨੇ ਪੈਣੇ ਆ। ਗੁਰਬਾਣੀ ਅਨੁਸਾਰ ਮੈਂ ਪੜ੍ਹ ਕੇ ਸੁਣਾਉਣਾ, ਕੋਈ ਗਲਤੀ ਨਾ ਹੋ ਜਾਵੇ ਜੀ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੇ, ਆਪ ਮੂਸੇ ਮਤ ਹੋਛੀਏ ਕਿਉਂ ਰਾਹ ਪਛਾਣੈ, ਕਿਉਂ ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ, ਅੰਧਲੀ ਵਿਣ ਨਾਮ ਹਰ ਕਛ ਨਾ ਸੂਝੈ, ਅੰਧ ਬੋਢੋ ਤੰਦਲੀ। ਹੁਣ ਇਹ ਬਾਣੀ ਅਨੁਸਾਰ ਕਹਿੰਦੇ ਜੇਕਰ ਅੰਨਾ ਮਨੁੱਖ ਮੁਖੀਆ ਹੋਵੇ ਨਾ, ਅੰਨਾ ਮਤਲਬ ਅੰਨਾ ਨਹੀਂ, ਅੰਨੇ ਨੂੰ ਕੋਈ ਮੁਖੀ ਨਹੀਂ ਗਿਣਦਾ ਹੁੰਦਾ। ਇੱਥੇ ਅਕਲ ਵੱਲੋਂ ਅੰਨੇ ਦੀ ਗੱਲ ਕੀਤੀ ਆਪਾਂ ਨਾ, ਅਕਲ ਦਾ ਅੰਨਾ। ਉਦਾਂ ਅੰਨੇ ਬੰਦੇ ਨੂੰ ਕੋਈ ਮੁਖੀ ਚੁਣ ਕੇ ਨਹੀਂ ਮੂਹਰੇ ਲਾਉਂਦਾ ਹੁੰਦਾ, ਇੱਥੇ ਅਕਲ ਦੇ ਅੰਨੇ ਦੀ ਗੱਲ ਕੀਤੀ ਆ। ਉਹ ਖੁਦ ਤਾਂ ਠੱਗਿਆ ਜਾਂਦਾ, ਜਿਹੜੀਆਂ ਅੱਜ ਗੱਲਾਂ ਕਰਕੇ ਨਾ, ਕਹਿੰਦਾ ਉਸਦੇ ਚੇਲੇ ਕਿਸ ਤਰ੍ਹਾਂ ਰਸਤੇ ਨੂੰ ਜਾਣ ਸਕਦੇ ਨੇ, ਉਹ ਕਿਹੜੇ ਰਸਤੇ ਲੈ ਕੇ ਜਾਊਗਾ, ਉਹਦੇ ਚੇਲਿਆਂ ਨੂੰ ਵੀ ਕਿਹੜੇ ਰਸਤੇ ਪਾਊਗਾ ਉਹ। ਬਿਲਕੁਲ ਇਹ ਸਾਰਾ ਕਿਉਂਕਿ ਉਹ ਕਿਸ ਤਰ੍ਹਾਂ ਠੀਕ ਰਸਤੇ ਤੁਰ ਕੇ ਮਾਲਕ ਦੇ ਮੰਦਿਰ ਨੂੰ ਪੁੱਜ ਸਕਦਾ। ਇਹਨੂੰ ਮਾਲਕ ਦੇ ਮੰਦਿਰ ਨੂੰ ਪੁੱਜ ਲਓ, ਜਾਂ ਜੋ ਤੁਸੀਂ ਆਪਾਂ ਹੁਣ ਇੱਕ ਸੰਘਰਸ਼ ਦੀ ਅੰਤ ਦਾ ਤੁਹਾਡਾ ਪੜਾਅ ਆ ਉੱਥੇ ਤੱਕ ਪੁੱਜਣ ਦੀ ਗੱਲ, ਉੱਥੇ ਤੱਕ ਪੁੱਜ ਕਿਵੇਂ ਜਾਵਾਂਗੇ ਜਿਹੜੀਆਂ ਆਪਾਂ ਪਹਿਲਾਂ ਗੱਲਾਂ ਕਰਕੇ ਹਟੇ ਆ। ਸਾਨੂੰ ਬਾਣੀ ਅਨੁਸਾਰ ਫਿਰ ਉੱਥੇ ਹੀ ਆਉਣਾ ਪਊ ਵੀ ਜੇ ਤੁਸੀਂ ਆਏ ਧਰਨਾ ਲਾਇਆ, ਕੁੱਟ ਖਾਧੀ, ਜੇਲ੍ਹ 'ਚ ਗਏ, ਘਰੇ ਆ ਗਏ, ਕੀ ਤੁਸੀਂ ਪੜਾਅ ਦਾ ਪਾ ਲਿਆ? ਨਹੀਂ। ਕਿਉਂ?
ਕਿਉਂ ਅਸੀਂ ਜਿਹੜਾ ਜਿਸ ਅਸੀਂ ਜਿਹਦੇ ਖਿਲਾਫ ਧਰਨਾ ਲਾਇਆ ਸੀ ਉਹਦੀ ਪੈੜ 'ਚ ਜਦੋਂ ਪੈੜ ਧਰਨ ਲੱਗ ਗਏ ਨਾ ਤੁਹਾਡਾ ਧਰਨਾ ਗਿਆ, ਬਿਲਕੁਲ ਇਹ ਮੰਨ ਲਿਓ। ਬਿਲਕੁਲ। ਐਨੀਵੇ, ਸੋ ਇੱਕ ਜਿਹੜੀ ਵੀਡੀਓ ਅਸੀਂ ਚਲਾਈ ਸੀ ਪਹਿਲਾਂ, ਅਸੀਂ ਲਾਸਟ ਮਿੰਟ ਦੇ ਵਿੱਚ ਉਹ ਚਲਾਉਣੀ ਚਾਹੁੰਦੇ ਹੈਗੇ। ਸਮਾਂ ਸਾਡਾ ਇੱਕੋ ਹੀ ਮਿੰਟ ਦਾ ਰਹਿੰਦਾ ਹੈਗਾ ਤੇ ਉਹ ਵੀਡੀਓ ਬੜੀ ਛੋਟੀ ਜਿਹੀ ਹੈਗੀ ਹੈ। वो हिंदुस्तान के लिए मतलब अच्छे हैं, बहुत अच्छे है। एक बात, दूसरा हिंदू तब बोल रहे थे कि हम मतलब पंजाबी हैं या जो पंजाब वाले हैं, बात क्या है? किराए पे रह रहे हैं। मैं एक मिनट मैं आपको मुझे फोन आ रहा है घर से, मुझे बात करनी, लेकिन मैं आपसे इतना सुनना चाहता हूँ कि हम इस देश में किराए पे कैसे रह रहे हैं? ये तो हमारा पंजाब है। नहीं, पंजाब हिंदुस्तान है ये, नहीं हमारा पंजाब, और आप मजदूरी कर रहे हैं यहाँ पे। गलतफहमी है ये गलतफहमी है। गलतफहमी। हाँ, ओके, ये है हिंदुस्तान, ये है हिंदुस्तान। देश बंटवारा हुआ। देखो एक मिनट, हम नहीं महाभारत छोड़ो, हम फरीदकोट डिस्ट्रिक्ट में हैं, देखिए पंजाब में हैं। महाभारत वन मिनट क्यों राजा था? हम क्या विश्व का राजा? ना हम पंजाब में हैं, फरीदकोट में, और आपने आप एक मिनट मजदूरी कर रहे हैं और आप हमें बोल रहे हैं यहाँ के कि ये हम किराए पे हैं, ऐसा क्यों बोला? किराए पर है ऐसा। ਔਰ ਉਹ ਗੱਲ ਅਸੀਂ ਦੱਸਣੀ ਚਾਹੁੰਦੇ ਹੈਗੇ ਕਿ ਸਾਡੀ ਅੱਜ ਮਾਨਸਿਕਤਾ ਕੀ ਬਣ ਚੁੱਕੀ ਹੈਗੀ ਆ, ਅਸੀਂ ਕਿੱਥੇ ਖੜੇ ਹੈਗੇ ਆ। ਸਾਡਾ ਪ੍ਰੋਗਰਾਮ ਕਰਨ ਦਾ ਕਿਸੇ ਨੂੰ ਕੋਈ ਸਿੱਖਿਆ ਦੇਣਾ ਨਹੀਂ ਹੈਗਾ। ਸਾਡਾ ਮਕਸਦ ਹੈਗਾ ਕਿ ਵਿਚਾਰ ਕਰੀਏ। ਸ਼ਾਇਦ ਸਾਡੀ ਜਿਹੜੀ ਕੋਈ ਗੱਲ ਆ ਉਹ ਇੱਕ ਦੂਜੇ ਦੇ ਨਾਲ ਅਸੀਂ ਵਿਚਾਰ ਕਰਾਂਗੇ ਤੇ ਸਮਝ ਆ ਜਾਊਗੀ। ਸਮਾਂ ਆਪਣਾ ਮੁੱਕ ਗਿਆ ਜੀ, ਪੂਰਾ ਹੋ ਗਿਆ। ਤੇ ਅਖੀਰ 'ਚ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ, ਜਿੰਨੇ ਵੀ ਵੀਰ ਭੈਣ ਜੁੜਦੇ ਆ, ਜਿਹੜਾ ਅਸੀਂ ਆਪਣੇ ਆਪ ਉੱਪਰ ਅੱਤਵਾਦ ਦੇ ਲੈਵਲ ਲਾਉਂਦੇ ਆ, ਇੱਕ ਠੋਕ ਕੇ ਕਹੋ ਅਸੀਂ ਉਹ ਅੱਤਵਾਦੀ ਜੋ ਦੁਨੀਆ ਸਾਡੇ ਤੇ ਲੈਵਲ ਲਾਉਂਦੀ ਆ, ਇਸ ਤਰ੍ਹਾਂ ਦੇ ਅੱਤਵਾਦੀਆਂ ਦਾ ਉਹ ਅਸੀਂ ਨਹੀਂ ਹੈਗੇ। ਚਾਹੇ ਅੰਕੜੇ ਕੱਢ ਕੇ ਲੈ ਆਓ, ਸਾਹਮਣੇ ਬਹਿ ਕੇ ਸਾਡੇ ਨਾਲ ਡਿਬੇਟ ਕਰ ਲਓ ਵੀ ਉਹਦੇ ਸਾਹਮਣੇ ਜਿਹੜਾ ਅੱਤਵਾਦੀ ਸ਼ਾਮਲ ਹੋ ਗਿਆ ਕੀ ਤੁਸੀਂ ਮੰਨੋਗੇ? ਜਿਵੇਂ ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਵੀ ਆ ਕੇ ਮੇਰੇ ਨਾਲ ਟੇਬਲ ਤੇ ਬਹਿ ਕੇ ਦੱਸੋ ਤੁਸੀਂ ਸਾਡੇ ਨਾਲ ਕੀ ਅੱਜ ਤੱਕ ਜਿਹੜਾ ਕੀਤਾ ਹੈ ਨਾ। ਅਸੀਂ ਵੀ ਕਹਿੰਦੇ ਆ ਸਾਡੇ ਨਾਲ ਜਿੱਥੇ ਮਰਜ਼ੀ ਬਹਿ ਕੇ ਸਰਕਾਰੀ ਅੰਕੜੇ ਅਨੁਸਾਰ ਜਿਹੜੇ ਤੁਹਾਡੇ ਪੇਸ਼ ਕੀਤੇ ਨੇ ਉਹਦੇ ਅਨੁਸਾਰ ਰੱਖ ਲਿਓ। ਫਿਰ ਜਿਹੜਾ ਵੀ ਅੱਤਵਾਦੀ ਡਿਸਾਈਡ ਹੋਇਆ ਤੁਸੀਂ ਦੁਨੀਆ ਦੇ ਸਾਹਮਣੇ ਮੰਨ ਲਿਓ ਵੀ ਉਹ ਅੱਤਵਾਦੀ ਆ। ਇੰਨੇ ਆ ਗੱਲਾਂ ਦੇ ਨਾਲ ਆਪਾਂ ਗੁਰਫਤਿਹ ਬੁਲਾਉਂਦੇ ਸਾਰੇ ਜਿੰਨੇ ਸਾਡੇ ਵੀਰ ਭੈਣ ਜੁੜੇ ਆ, ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਜੋ ਵਿਚਾਰ ਪ੍ਰਮਾਤਮਾ ਨੇ ਜੋ ਸਾਡੇ 'ਚ ਮਤਬੁੱਧ ਬਖਸ਼ੀ ਸੁਣਿਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।